ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਸਤਨਾਮ ਸ੍ਰੀ ਵਾਹਿਗੁਰੂ। ਸਾਰੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਗੁਰੂ ਪਾਤਸ਼ਾਹ ਦੀ ਅਪਾਰ ਕਿਰਪਾ ਦੇ ਨਾਲ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ ਕਿ ਰੋਜ਼ਾਨਾ ਹੀ ਇਸ ਸਥਾਨ ਦੇ ਉੱਤੇ ਆਸਾ ਦੀ ਵਾਰ ਦੇ ਕੀਰਤਨ ਹੁੰਦੇ ਨੇ। ਇਹ ਨੇਮ ਬੜੀ ਸਤਿਗੁਰਾਂ ਦੀ ਕਿਰਪਾ ਦੇ ਨਾਲ ਨਿਭ ਰਿਹਾ ਹੈ। ਅੱਜ ਵੀ ਤੁਸੀਂ ਸਾਰਿਆਂ ਨੇ ਰਲ ਮਿਲ ਕੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਤਿਗੁਰੂ ਦੀ ਅੰਮ੍ਰਿਤ ਬਾਣੀ ਅੰਮ੍ਰਿਤ ਵੇਲੇ ਪੜ੍ਹੀ ਜਾਣ ਵਾਲੀ ਗਿਆਨ ਨਾਲ ਭਰਪੂਰ ਸਾਰੇ ਪਖੰਡਾਂ ਦਾ ਨਾਸ ਕਰਦੀ ਹੋਈ, ਜਿਵੇਂ ਕੋਈ ਜ਼ਿਮੀਂਦਾਰ ਸੁਹਾਗਾ ਪਾ ਲੈਂਦਾ ਨਾ, ਉਹ ਫਿਰ ਸਾਰੇ ਜਿੰਨੇ ਡਲੇ ਪਏ ਹੁੰਦੇ ਆ ਸਾਰਿਆਂ ਨੂੰ ਭੰਨ ਭੰਨ ਕੇ ਪਾਊਡਰ ਬਣਾ ਦਿੰਦਾ ਉਸਦਾ। ਇਸੇ ਤਰ੍ਹਾਂ ਇਹ ਜਿਹੜੀ ਆਸਾ ਦੀ ਵਾਰ ਦੀ ਬਾਣੀ ਹੈ, ਇਹ ਸਾਰੇ ਛੋਡੀ ਲੈ ਪਖੰਡਾ ਨਾਮ ਲਿਆ ਜਾਏ ਤਰੰਦਾ। ਗੁਰੂ ਪਾਤਸ਼ਾਹ ਮਹਾਰਾਜ ਪਰਮਾਤਮਾ ਦੀ ਉਸਤਤ ਕਰਦੀ ਹੋਈ ਉਸ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ। ਜੇ ਵਡਿਆਈ ਕਰਨੀ ਹੈ ਤੇ ਉਸ ਪਰਮਾਤਮਾ ਦੀ ਕਰੋ। ਤੁਸੀਂ ਕਹੋਗੇ ਆਪਾਂ ਸੋਚਾਂਗੇ ਵੀ ਪਰਮਾਤਮਾ ਦੀ ਵਡਿਆਈ ਕਰਨ ਨਾਲ ਕੀ ਹੋ ਜਾਊਗਾ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਕੀਤੀ ਆ ਉਹ ਡੁੱਬੇ ਨਹੀਂ, ਉਹ ਡੁੱਬੇ ਨਹੀਂ, ਉਹ ਪਾਰ ਲੰਘ ਗਏ। ਤੂੰ ਸੱਚਾ ਸਾਹਿਬ ਸਿਵਤ ਸਵਾਲਿਓ ਜਿਨ ਕੀਤੀ ਸੋ ਪਾਰ ਪਏ। ਇਹ ਤਾਂ ਝੋਲੀ ਅੱਡ ਕੇ ਮੰਗਣਾ ਚਾਹੀਦਾ ਵੀ ਮਹਾਰਾਜ ਮੇਰੇ ਤੇ ਕਿਰਪਾ ਕਰੋ, ਮੈਂ ਤੇਰੇ ਗੁਣ ਗਾਉਂਦਾ ਰਹਾਂ, ਤੇਰੀਆਂ ਸਿਫਤਾਂ ਗਾਉਂਦਾ ਰਹਾਂ। ਉਸਤਤ ਮਨ ਮੈਂ ਕਰ ਨਿਰੰਕਾਰ, ਵਾਹਿਗੁਰੂ ਦੀ ਉਸਤਤ ਕਰਨੀ। ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਇਹ ਸੱਚਾ ਵਿਹਾਰ ਹੈ, ਬਣਜ ਹੈ ਇਹ ਸੱਚਾ। ਕਰ ਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ। ਜਦ ਉਹਦਾ ਜਸ ਕਰਾਂਗੇ ਨਾ, ਦੁਨੀਆ ਦੀਆਂ ਗੱਲਾਂ ਤਾਂ ਜ਼ਹਿਰ ਨੇ, ਬਿਓ ਨੇ, ਤਾਂ ਡੋਬਦੀਆਂ ਨੇ। ਇਹ ਤਾਂ ਦੂਰ ਲੈ ਜਾਂਦੀਆਂ ਨੇ ਪਰਮਾਤਮਾ ਦੀ ਭਗਤੀ ਤੋਂ, ਛੱਡ ਜਾਂਦੇ ਨੇ ਨਿਤਨੇਮ ਕਰਨਾ, ਪਰਮਾਤਮਾ ਦੇ ਨਾਲ ਲਿਵ ਜੋੜਨੀ। ਇਹਨੂੰ ਛੱਡ ਜੂਗਾ ਦੁਨੀਆ ਦੀਆਂ ਗੱਲਾਂ ਸੁਣਨ ਵਾਲਾ, ਹਟ ਜੂਗਾ ਇੱਧਰੋਂ। ਜੇ ਲੱਗੂਗਾ ਵੀ ਤੇ ਉਹ ਗੱਲਾਂ ਹੀ ਇਹਨੂੰ ਧੂਈ ਫਿਰਨਗੀਆਂ ਇੱਧਰ ਉੱਧਰ ਨੂੰ। ਤੋ ਇਸ ਕਰਕੇ ਇਹ ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸਹੇਲਾ ਕਰ ਲੈ ਜੀ। ਇਹ ਹਮੇਸ਼ਾ ਵਾਸਤੇ ਹੀ ਜਿਹੜਾ ਹੈ ਨਾ, ਤੂੰ ਸੁਖੀ ਹੋ ਜਾਏਗਾ। ਮਹਾਂਪੁਰਖ ਧਾਰਨਾ ਪੜ੍ਹਦੇ ਹੁੰਦੇ, ਸ਼ਰਨ ਗੁਰਾਂ ਦੀ ਲੈ ਲੈ ਜੇ ਸੁਖ ਸਦਾ ਵਾਸਤੇ ਲੈਣਾ। ਇੱਕ ਹੁੰਦਾ ਥੋੜਾ ਜਿਹਾ ਸੁੱਖ, ਆਪਾਂ ਤਾਂ ਇਸੇ ਮਗਰ ਹੀ ਭੱਜੇ ਫਿਰਦੇ ਆ 20-20 ਸਾਲ ਵੀ ਚੱਲ ਮਾੜਾ ਜਿਹਾ ਮਿਲ ਜੇ, ਇੰਨਾ ਕੀ। ਇਹ ਛੋਟੇ ਛੋਟੇ ਸੁੱਖਾਂ ਦੇ ਮਾਰੇ ਅਸੀਂ ਮਣ ਦੁੱਖ ਚੱਕ ਲੈਂਦੇ, ਉਹ ਵੀ ਪਤਾ ਨਹੀਂ ਮਿਲੇ ਕਿ ਨਾ ਮਿਲੇ, ਪਤਾ ਹੀ ਨਹੀਂ ਇਹਦੇ ਚੋਂ ਵੀ ਦੁਖੀ। ਕਿਉਂਕਿ ਹੱਥ ਫੁੱਲਾਂ ਨੂੰ ਪਾਉਂਦਾ ਵੱਜਦੇ ਆ ਕੰਡੇ। ਜੀ ਕਰਦਾ ਮੈਂ ਸੰਸਾਰ ਦੇ ਵਿੱਚੋਂ ਸਾਰੇ ਸੁੱਖ ਚੁਗ ਲਾਂ, ਆਹ ਵੀ ਸੁੱਖ ਮੇਰੇ ਕੋਲੇ ਆ ਜੇ, ਆਹ ਵੀ ਮੇਰੇ ਕੋਲੇ ਹੋਵੇ, ਆਹ ਵੀ ਮੇਰੇ ਕੋਲੇ ਹੋਵੇ। ਉਹ ਪਾਉਂਦਾ ਹੱਥ ਫੁੱਲਾਂ ਨੂੰ ਹੈ, ਵੱਜਦੇ ਆ ਕੰਡੇ, ਹੱਥ ਲਹੂ ਲਹਾਣ ਹੋਏ ਪਏ। ਲੱਭਿਆ ਹੀ ਨਹੀਂ ਸੁੱਖ ਕਿਤੋਂ ਸੰਸਾਰ ਦੇ ਵਿੱਚੋਂ, ਕਿਉਂਕਿ ਇੱਥੇ ਹੈ ਹੀ ਨਹੀਂ ਹੈਗਾ। ਆ ਅੱਖਾਂ ਹਰ ਵੇਲੇ ਭਾਲਦੀਆਂ ਫਿਰਦੀਆਂ ਸੁੱਖ ਕਿਤੋਂ ਮਿਲ ਜੇ, ਪਰ ਸਾਰੀ ਸਾਰੀ ਉਮਰ ਲੰਘ ਗਈ, ਸੁੱਖ ਲੱਭਿਆ ਹੀ।
ਭੁਲੇਖਾ ਜ਼ਰੂਰ ਸੀ ਵੀ ਸ਼ਾਇਦ ਆਹ ਚੀਜ਼ ਪ੍ਰਾਪਤ ਹੋ ਜੇ ਫਿਰ ਸੁਖੀ ਹੋ ਜਾਾਂਗੇ। ਉਹ ਹੋ ਵੀ ਗਈ ਪ੍ਰਾਪਤ, ਪਰ ਫਿਰ ਵੀ ਇਹ ਦੁਖੀ ਦਾ ਦੁਖੀ ਹੋਈ ਹੈ। ਨਾਨਕ ਦੁਖੀਆ ਸਭ ਸੰਸਾਰ। ਤੋ ਇਸ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਨੇ ਸਾਨੂੰ ਜਿਹੜੀ ਅੰਮ੍ਰਿਤ ਬਾਣੀ ਹੈ ਗੁਰੂ ਪਾਤਸ਼ਾਹ ਮਹਾਰਾਜ ਦੀ, ਵੱਡੇ ਕੀਆਂ ਵਡਿਆਈਆਂ, ਜਦੋਂ ਅਸੀਂ ਉਹਦੀਆਂ ਵਡਿਆਈਆਂ ਕਰਾਂਗੇ, ਉਹਦਾ ਜਸ ਗਾਵਾਂਗੇ, ਗੁਣ ਗਾਵਤ ਤੇਰੀ ਉਤਰ ਸਮੈਲ, ਸੁਣੀ ਚੱਲਿਓ ਜਿਹੜੀ ਪ੍ਰਮਾਤਮਾ ਦੀ ਅੰਮ੍ਰਿਤ ਵੇਲਾ ਸਚਨੋਂ ਵਡਿਆਈ ਵਿਚਾਰ ਆਪਾਂ ਨੂੰ ਮਹਾਰਾਜ ਨੇ ਕਿਹਾ ਨਾ ਵੀ ਸਿੱਖਾ ਤੂੰ ਉੱਠ ਕੇ ਨਾ ਤੜਕੇ ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਇੱਕ ਤਾਂ ਮਨ ਹੈ ਜਿਹੜਾ ਤੇਰਾ, ਇਹਨੂੰ ਕੋਈ ਬਿਮਾਰੀ ਨਹੀਂ ਲੱਗੂਗੀ। ਮਨ ਦੀਆਂ ਬਿਮਾਰੀਆਂ ਤਾਂ ਬਹੁਤੀਆਂ ਭੈੜੀਆਂ ਨੇ, ਬਹੁਤ ਜ਼ਿਆਦਾ ਜਿਹੜੇ ਮਨ ਨੂੰ ਘੁਣ ਲੱਗ ਜਾਂਦਾ ਨਾ, ਇਹਨੂੰ ਖਾ ਹੀ ਜਾਂਦਾ, ਬਿਲਕੁਲ ਖਾਲੀ ਕਰ ਦਿੰਦਾ। ਸਭ ਕੁਝ ਹੁੰਦੇ ਆ, ਘਰ ਭਰੇ ਪਏ ਆ ਕਈਆਂ ਦੇ ਸਭ ਕਾਸੇ ਨਾਲ, ਪਰ ਮਨ ਇੰਨੇ ਦੁਖੀ ਹੈ ਕਿ ਮਨ ਜਿਵੇਂ ਭੱਠੀ ਵਿੱਚ ਦਾਣੇ ਭੁੱਜਦੇ ਹੁੰਦੇ ਆ ਨਾ, ਐਂ ਭੁੱਜਦਾ। ਮਹਾਰਾਜ ਜੀ ਕਹਿੰਦੇ ਕਿਉਂ ਭੁੱਜਦਾ ਦੱਸਾਂ? ਹਰ ਬਿਨ ਜੀਓ ਜਲ ਬਲ ਜਗ। ਹਰੀ ਦੇ ਨਾਂ, ਇਹਨੂੰ ਮਨ ਨੂੰ ਤੂੰ ਨਾਮ ਨਾਲ ਤਾਂ ਜੋੜਿਆ ਹੀ ਨਹੀਂ। ਜਿਹੜਾ ਸੁੱਖਾਂ ਦਾ ਸਮੁੰਦਰ ਹੈ ਜਿਹੜਾ, ਜੇ ਸੁਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੇ, ਐ ਮਨ ਨੂੰ ਤੂੰ ਕਦੇ ਵੀ ਨਹੀਂ ਉਹਦੇ ਨਾਲ ਜੋੜਿਆ, ਦੁਨੀਆ ਨਾਲ ਹੀ ਜੋੜੀ ਫਿਰਦਾ। ਕਦੇ ਮਹਾਰਾਜ ਕਹਿੰਦੇ ਸਮਾਂ ਕੱਢ, ਕਿਤੇ ਤਾਂ ਗੁਰੂ ਦੀ ਗੱਲ ਸੁਣ, ਕਿਤੇ ਤਾਂ ਇਸ ਮਨ ਨੂੰ ਨਾਮ ਦੇ ਨਾਲ ਜੋੜ ਕੇ ਬੈਠ, ਕੁਛ ਟਾਈਮ ਤਾਂ ਕੱਢ। ਹੁਣ ਤੁਸੀਂ ਦੇਖੋ, ਆਪਾਂ ਨੂੰ ਜਨਮ ਤੋਂ ਲਾ ਕੇ ਮਰਨ ਤੱਕ ਜਿਹੜਾ ਸਮਾਂ ਹੈ ਉਹ ਕਿਹਨੇ ਦਿੱਤਾ ਹੈ? ਪਰਮਾਤਮਾ ਨੇ ਦਿੱਤਾ ਨਾ। ਕਿੰਨਾ ਚਿਰ ਦਿੱਤਾ ਸਾਨੂੰ? 70 ਸਾਲ 80 ਸਾਲ। ਜਿਹਨੇ ਇੰਨਾ ਵਕਤ, ਵੇਖੋ ਇੱਕ ਇੱਕ ਸਾਹ ਮਾਤਾ ਨੇ ਜਨਮ ਦਿੱਤਾ ਹੈ, ਸਾਹ ਮਾਂ ਨਹੀਂ ਦਿੰਦੀ ਜੀ। ਜੇ ਆਪਾਂ ਕਹਾਂਗੇ ਵੀ ਸਾਹ ਮੇਰੀ ਮਾਂ ਦੇਊਗੀ ਤਾਂ ਮੇਰਾ ਸਰੀਰ ਚੱਲੂਗਾ, ਇਹ ਤਾਂ ਪਰਮਾਤਮਾ ਨੇ ਪੂੰਜੀ ਬਖਸ਼ੀ ਹੈ, ਮਾਤਾ ਨੇ ਜਨਮ ਦੇ ਦਿੱਤਾ। ਪਰ ਜੇ ਕਹੇਗਾ ਵੀ ਸਾਹ ਵੀ ਮਾਂ ਦੇਵੇ, ਇਹ ਜੀਵਨ ਜਿਹੜਾ ਪਰਮਾਤਮਾ ਨੇ ਤੈਨੂੰ ਦਿੱਤਾ ਹੋਇਆ ਹੈ। ਪਰਮਾਤਮਾ ਨੇ, ਪਰਮੇਸ਼ਰ ਨੇ, ਵਾਹਿਗੁਰੂ ਨੇ, ਮਾਲਕ ਨੇ, ਉਹਨੇ ਇਹ ਸਵਾਸਾਂ ਦੀ ਪੂੰਜੀ ਤੈਨੂੰ ਬਖਸ਼ੀ ਹੈ। ਪਰ ਜਿਹਨੇ ਤੈਨੂੰ ਇੰਨਾ ਵਕਤ ਦਿੱਤਾ, ਇੰਨੇ ਸਾਲ ਦਿੱਤੇ, ਉਹਦੇ ਵਾਸਤੇ ਇਹ ਬੰਦਾ ਭੋਰਾ ਵਕਤ ਵੀ ਕੱਢਣ ਵਾਸਤੇ ਤਿਆਰ ਨਹੀਂ ਹੈ ਵੀ ਹੁਣ ਮੈਂ ਸੰਸਾਰ ਨੂੰ ਕਰਦਿਆਂ ਪਾਸੇ ਤੇ ਲੈ ਵੀ ਹੁਣ ਪਰਮਾਤਮਾ ਦੇ ਨਾਲ ਜੁੜਨਾ ਹੈ। ਮਹਾਰਾਜ ਕਹਿੰਦੇ ਜਿਹੜੇ ਇਹਦੇ ਨਾਲ ਜੁੜ ਜਾਂਦੇ ਆ ਨਾ, ਉਹਨਾਂ ਦੀ ਗੱਲ ਕਹੀ ਹੈ ਇੱਕ, ਨਾਨਕ ਦੁਖੀਆ ਸਭ ਸੰਸਾਰ। ਜਿਹੜਾ ਪਰਮਾਤਮਾ ਨਾਲੋਂ ਟੁੱਟਿਆ ਹੋਇਆ ਹੈ ਉਹ ਕਦੇ ਵੀ ਸੁਖੀ ਨਹੀਂ ਹੋ ਸਕਦਾ, ਭਾਵੇਂ ਉਹ ਸਾਰੀ ਦੁਨੀਆ ਦਾ ਰਾਜਾ ਬਣ ਜਾਏ। ਉਹ ਆਪਾਂ ਪੜ੍ਹਦੇ ਹਾਂ, ਕਿਉਂਕਿ ਸਾਨੂੰ ਤਾਂ ਸਾਡੇ ਜੋ ਗੁਰੂ ਨੇ ਕਹਿਤਾ, ਸਾਨੂੰ ਤਾਂ ਉਹਦੇ ਤੇ ਯਕੀਨ ਹੈ। ਅਸੀਂ ਦੁਨੀਆ ਦੀਆਂ ਗੱਲਾਂ ਤੇ ਯਕੀਨ ਨਹੀਂ ਕਰਦੇ। ਹਾਂ, ਜਾਂ ਕੋਈ ਗੁਰੂ ਦੀ ਮੱਤ ਬੋਲਦਾ, ਗੁਰੂ ਦੀ ਮੱਤ ਦੱਸਦਾ, ਉਹਦੇ ਤੇ ਯਕੀਨ ਆਉਂਦਾ ਵੀ ਹਾਂ ਇਹ ਇਸ ਮਾਰਗ ਤੇ ਚੱਲਿਆ ਹੋਇਆ ਜੋ ਸਾਨੂੰ ਗੁਰੂਆਂ ਨੇ ਦਿੱਤਾ। ਮਹਾਰਾਜ ਕਹਿੰਦੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ। ਇਹ ਭੁਲੇਖੇ ਚ ਨਾ ਰਹਿ ਜਾਓ ਮੈਂ ਹੀ ਦੁਖੀ ਹਾਂ। ਇਹ ਤਾਂ ਫਰੀਦ ਜੀ ਨੇ ਕਹਿ ਦਿੱਤਾ, ਫਰੀਦਾ ਮੈਂ ਦੇਖਿਆ ਦੁੱਖ ਮੁਝ ਕੋ, ਦੁੱਖ ਸਬਾਇਆ ਜਗ, ਉੱਚੇ ਚੜ ਕੇ ਦੇਖਿਆ ਤੇ ਘਰ ਘਰ ਇਹਾ ਅੱਗ। ਮੈਂ ਆਖਿਆ ਮੈਂ ਹੀ ਦੁਖੀ ਹਾਂ, ਸਾਰੀ ਦੁਨੀਆ ਹੱਸਦੀ ਖੇਡਦੀ ਐ, ਵਸਦੇ ਨੇ ਸਾਰੇ ਵਧੀਆ, ਐ ਫਿਰਦੇ ਨੇ ਭੱਜੇ ਕਾਰਾਂ ਗੱਡੀਆਂ 'ਚ, ਕੋਠੀਆਂ ਵਿੱਚ, ਕਿਧਰੇ ਮਾਰ। ਇਹ ਮੈਨੂੰ ਬੜਾ ਭੁਲੇਖਾ ਸੀ। ਤੇ ਜਦ ਮੈਂ ਗੁਰੂ ਜੀ ਦੇ ਕੋਲ ਆਇਆ ਤੇ ਮਹਾਰਾਜ ਜੀ ਦੀ ਮੱਤ ਲਈ, ਜਦੋਂ ਮਹਾਰਾਜ ਕਹਿੰਦੇ ਭੁਲੇਖੇ 'ਚ ਨਾ ਰਹੀ ਓਏ, ਇਹ ਦੁੱਖ ਸਾਰਿਆਂ ਨੂੰ ਹੀ ਲੱਗਿਆ ਹੋਇਆ, ਜਿਹੜਾ ਤੈਨੂੰ ਲੱਗਿਆ ਤੂੰ ਇਕੱਲਾ ਦੁਖੀ ਨਹੀਂ। ਕੋਈ ਚੁੱਪ ਕਰਕੇ ਸਹਿ ਲੈਂਦਾ, ਕੋਈ ਨਾਲ ਦੇ ਨੂੰ ਦੱਸ ਦਿੰਦਾ, ਨਾਲ ਦੇ ਨੂੰ ਕੋਲੇ ਕਰਕੇ ਮੈਂ ਬੜਾ ਦੁਖੀ ਹਾਂ। ਕੋਈ ਹੋਰ 4 ਬੰਦਿਆਂ ਕੋਲੇ ਰੌਲਾ ਪਾ ਜਾਂਦਾ, ਕਈ ਇਕੱਠ ਕਰ ਕਰਕੇ ਕਹਿੰਦੇ ਆ, ਕਈ ਕਚਹਿਰੀਆਂ 'ਚ ਜਾ ਜਾ ਕੇ ਦੱਸਦੇ ਨੇ, ਕਈ ਅਖਬਾਰਾਂ 'ਚ ਕੱਢ ਦਿੰਦੇ ਨੇ, ਕਈ ਨੈੱਟ ਤੇ ਪਾਉਂਦੇ ਨੇ, ਮੈਂ ਬੜਾ ਦੁਖੀ ਹਾਂ। ਕੋਈ ਲੱਭੇ ਦੁੱਖ ਦਾ ਹੱਲ ਲੱਭੇ, ਕੋਈ ਸੁਣੇ ਮੇਰਾ ਆ ਕੇ। ਕੌਣ ਸੁਣੇ?
ਦੁਖ ਤਿਸੈ ਪੈ ਆਖੀਐ ਸੂਖ ਜਿਸੇ ਹੀ ਪਾਸ। ਦੁੱਖ ਤਾਂ ਮੈਂ ਤਾਂ ਦੱਸਾਂ ਜੇ ਗਾਹਾਂ ਵਾਲਾ ਸੁਖੀ ਹੋਵੇ ਤਾਂ ਅਗਲਾ। ਉਹਨੂੰ ਦੱਸੀ ਤਾਂ ਉਦੋਂ ਵੱਡੀ ਚੀਕ ਮਾਰਦਾ, ਕਹਿੰਦਾ ਤੂੰ ਮੇਰਾ ਸੋਹਣਾ ਆਪਦੇ ਵਾਲਾ ਰੋਕ ਅਜੇ ਖੜੇ ਇੱਥੇ, ਤੈਨੂੰ ਮੈਂ ਦੱਸਦਾ ਕਿ ਦੇਖਿਓ ਕਿਸੇ ਕੋਲੇ ਗੱਲ ਕਰਕੇ, ਕਿਸੇ ਕੋਲੇ ਨਾ ਗੱਲ ਜੀ ਕਰਕੇ ਦੇਖਿਓ, ਚਾਰ ਹੋਰ ਸੁਣਾਊਗਾ ਨਾਲ ਵੀ ਆ ਵੀ ਲੈ ਜਾ, ਆਹ ਸਮਾਨ ਵੀ ਲੈ ਜਾ। ਇੱਕ ਵਾਰ ਕਿਸੇ ਫਕੀਰ ਨੇ ਹੋਕਾ ਦਿੱਤਾ ਕਿ ਕਹਿੰਦਾ ਲੈ ਤੁਹਾਡੇ ਸਾਰਿਆਂ ਦੇ ਦੁੱਖਾਂ ਦਾ ਹੱਲ ਕਰ ਦੂੰ, ਸਾਰੇ ਆਪੋ ਆਪਣੇ ਦੁੱਖ ਤੜਕੇ ਤੱਕ ਨਾ ਸਾਰੇ ਲਿਖ ਕੇ ਉੱਥੇ ਗਠੜੀ ਦੇ ਵਿੱਚ ਪਾ ਕੇ ਰੱਖੇ, ਮੈਨੂੰ ਆਹ ਦੁੱਖ ਹੈ, ਮੈਨੂੰ ਆਹ ਦੁੱਖ ਹੈ, ਮੈਨੂੰ ਆਹ ਦੁੱਖ ਹੈ, ਮੈਨੂੰ ਆਹ ਦੁੱਖ ਹੈ, ਸਾਰੇ ਰੱਖੇ। ਉਹ ਸਾਰੇ ਉੱਥੇ ਰੱਖੇ। ਰਾਤ ਨੂੰ ਉਹਨੇ ਜਿਹੜੀਆਂ ਸੀਗੀਆਂ ਗਠੜੀਆਂ ਸਾਰੀਆਂ ਆਪਣੇ ਕੋਲ ਉੱਥੇ ਰੱਖਿਆ ਏ, ਤੇ ਜਦੋਂ ਸਾਰਿਆਂ ਨੇ ਧਰਤੀਆਂ ਨਾ ਉੱਥੇ, ਤੇ ਐਸ ਵੇਲੇ ਫਕੀਰ ਕਹਿੰਦਾ ਜਾਓ ਜਾ ਕੇ ਗਠੜੀ ਚੱਕ ਲਿਓ। ਉਹ ਸਾਰੇ ਗਠੜੀਆਂ ਚੱਕ ਲਿਆ, ਕੋਈ ਚੱਕ ਲਿਆ, ਕੋਈ ਚੱਕ ਲਿਆ, ਕੋਈ ਚੱਕ ਲਿਆ। ਕਹਿੰਦੇ ਦੇਖੋ ਖੋਲ ਕੇ, ਦੁੱਖ ਦੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਈ। ਆਪੋ ਆਪਣੇ ਦੁੱਖ ਪਹਿਲਾਂ ਹੀ ਭਰ ਕੇ ਸਿੱਟ ਕੇ, ਜਦੋਂ ਨੇ ਚੱਕੀਆਂ ਨਾ ਸਾਰੀਆਂ ਗਠੜੀਆਂ, ਤੇ ਜਿਹੜਾ ਦੇਖਦਾ ਉਹ ਆਹ ਇੰਨਾ ਦੁਖੀ, ਆਹ ਇੰਨਾ ਦੁਖੀ, ਮੈਂ ਤਾਂ ਕੁਛ ਵੀ ਨਹੀਂ ਲਿਖ ਕੇ ਆਇਆ, ਤਾਂ ਜਮੇ ਹੀ ਮਾਰਿਆ ਹੀ ਪਿਆ, ਪਹਾੜ ਹੀ ਡਿੱਗਿਆ ਪਿਆ ਇਹ ਥੱਲੇ, ਤੈਨੂੰ ਤਾਂ ਕੋਈ ਥਾਂ ਹੀ ਨਹੀਂ ਹੈਗਾ, ਜਿਉਂਦਾ ਕਿਵੇਂ ਫਿਰਦਾ। ਉਹ ਫਕੀਰ ਕਹਿੰਦਾ ਲਿਆਏ ਭਾਈ, ਕਹਿੰਦੇ ਲਿਆਏ ਜੀ, ਕਹਿੰਦੇ ਦੇਖ ਲਈਆਂ, ਕਹਿੰਦੇ ਜੀ ਦੇਖ ਲਈਆਂ। ਕਹਿੰਦੇ ਕੀ ਚਾਹੁੰਦੇ ਹੋ? ਕਹਿੰਦੇ ਸਾਡੇ ਵਾਲਾ ਤਾਂ ਆਪਦੇ ਵਾਲੀ ਲਿਫਾਫਾ ਦੇ ਦਿਓ, ਅਸੀਂ ਤਾਂ ਆਪਦੇ ਵਾਲੀ ਸੰਭਾਲਣਾ, ਕਿ ਸਾਥੋਂ ਨਹੀਂ ਏਡੇ ਏਡੇ ਸਾਂਭੇ ਜਾਂਦੇ। ਉਹ ਕਹਿੰਦੇ ਇਹ ਰੱਖ ਲਓ, ਆਪਦੇ ਵਾਲੇ ਦੇ ਆਂਦੇ ਆ ਰੱਖ ਲਓ। ਕਹਿੰਦੇ ਨਾ ਬਾਬਾ ਜੀ, ਸਾਨੂੰ ਤਾਂ ਸਾਡਾ ਲਿਫਾਫਾ, ਸਾਡੀ ਗਠੜੀ ਮੋੜ ਦਿਓ, ਇੱਥੇ ਤਾਂ ਵੱਡੇ ਤੋਂ ਵੱਡੇ ਪਏ ਨੇ, ਮੇਰਾ ਦੁੱਖ ਤਾਂ ਕੁਛ ਵੀ ਨਹੀਂ ਹੈ। ਫਰੀਦ ਜੀ ਕਹਿੰਦੇ ਮੈਂ ਦੇਖਿਆ ਦੁੱਖ ਮੁਝਕੂ, ਦੁੱਖ ਸਬਾਇਆ ਜਗ, ਜਬ ਉੱਚੇ ਚੜ ਕੇ ਦੇਖਿਆ ਤੇ ਘਰ ਘਰ ਇਹਾ, ਇਸੇ ਦੁੱਖ ਦੇ ਵਿੱਚ ਸਾਰੀ ਸੜ ਰਹੇ ਨੇ। ਐਸ ਦੁੱਖ ਦੇ ਵਿੱਚੋਂ ਕੱਢਣ ਵਾਸਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਕਦੇ ਕਿਸੇ ਨੂੰ ਰੁਪਈਏ ਨਹੀਂ ਵੰਡੇ, ਕਦੇ ਕਿਸੇ ਨੂੰ ਮੋਹਰਾਂ ਨਹੀਂ ਦਿੱਤੀਆਂ। ਕੀ ਦਿੱਤਾ? ਸੇਵਾ, ਸਿਮਰਨ ਪ੍ਰਮਾਤਮਾ ਦਾ। ਹਰ ਬਿਨ ਜੀਓ ਜਲ ਬਲ ਜਾਓ, ਵੀ ਨਾਮ ਤੋਂ ਬਿਨਾ ਇਹ ਮੱਚੇ ਪਏ ਨੇ, ਸੜਿਆ ਪਿਆ ਇਹ ਮਨ ਭੁੱਜੀ ਜਾਂਦਾ ਹੈ। ਜੇ ਇਹਨੂੰ ਪੈਸੇ ਵੀ ਦੇ ਦਿਆਂਗੇ ਹੋਰ ਮੱਚੂ, ਕਿਉਂਕਿ ਅੱਗ ਕਦੇ ਲੱਕੜਾਂ ਦੇ ਨਾਲ ਨਹੀਂ ਬੁਝੀ। ਜੇ ਆਪਾਂ ਕਹਿ ਦਈਏ ਨਾ ਵੀ ਅੱਗ ਨੂੰ ਰਜਾ ਦੇਈਏ, ਚਲੋ ਲੱਕੜਾਂ ਹੋਰ ਪਾ ਦਿਓ, ਚੱਲ ਇੱਥੇ ਦੇਖ ਲਿਓ ਪਾ ਕੇ, ਉਦੋਂ ਵੱਡਾ ਭਾਂਬੜ ਕੱਢੂ। ਅੱਗ ਨੇ ਕਦੇ ਵੀ ਲੱਕੜਾਂ ਨਾਲ ਨਹੀਂ ਰੱਜਣਾ। ਭਾਈ ਗੁਰਦਾਸ ਜੀ ਦਾ ਇੱਕ ਵਾਰ ਦੇ ਵਿੱਚ ਜਦੋਂ ਵਾਰਾਂ ਪੜ੍ਹਦੇ ਆ, ਭਾਈ ਗੁਰਦਾਸ ਜੀ ਬਚਨ ਕਰਦੇ ਨੇ, ਅੱਖੀਂ ਦੇਖ ਨਾ ਰੱਜੀਆਂ, ਜਿੰਨਾ ਚਿਰ ਰੱਜਦਾ ਨਹੀਂ ਉਹਨਾਂ ਚਿਰ ਟਿਕ ਕੇ ਸੌਂਦਾ ਨਹੀਂ, ਪੈਂਦਾ ਨਹੀਂ, ਬਹਿੰਦਾ ਨਹੀਂ, ਟਿਕਦਾ ਨਹੀਂ। ਆ ਜਵਾਕ ਕਿਤੇ ਭੁੱਖਾ ਹੋਵੇ ਨਾ, ਤੁਸੀਂ ਜਿੰਨੇ ਮਰਜ਼ੀ ਖਿਡੌਣੇ ਫੜਾਈ ਜਾਇਓ ਉਹਨੂੰ, ਵੀ ਲੈ ਆ ਰਿਮੋਟ ਵਾਲੀ ਕਾਰ ਨਾਲ ਖੇਡ ਲੈ, ਆ ਲੈ ਬਾਜਾ ਵਜਾ ਲੈ। ਉਹ ਕਹਿੰਦਾ ਪਰੇ ਚੱਕ ਬਾਜਾ, ਪਹਿਲਾਂ ਦੁੱਧ ਪਿਓ ਫਿਰ ਵਜਾਵਾਂਗੇ ਬਾਜਾ। ਜਿੰਨਾ ਚਿਰ ਉਹਦੀ ਮਾਂ ਉਹਨੂੰ ਦੁੱਧ ਨਹੀਂ ਪਿਆਉਂਦੀ ਭੁੱਖੇ ਨੂੰ, ਉਹ ਕਿਵੇਂ ਖੇਡ ਲੱਗ ਜੀ, ਕਿਵੇਂ ਟਿਕ ਜੇ। ਅਸੀਂ ਵੀ ਮਨ ਨੂੰ ਇਵੇਂ ਟਿਕਾਉਣੇ ਆ ਵੀ ਲੈ ਤੈਨੂੰ ਕੋਠੀ ਪਾਤੀ, ਦੇਖ ਇੱਧਰ ਕਿੰਨੇ ਸੋਹਣੇ ਤਖਤੇ ਲੱਗੇ, ਆ ਜਾ ਇੱਥੇ ਬਹਿ ਜਾ ਬਸ, ਹੁਣ ਨਾ ਕੋਈ ਨਾਂ ਲਈ ਦੂਜੀ ਚੀਜ਼ ਦਾ। ਆ ਤੈਨੂੰ ਗਹਿਣੇ ਬਣਾ ਦਿੰਦੇ ਆ, ਕੜੇ ਪਾ ਦਿੰਦੇ ਆ ਤੇਰੇ ਮੋਟੇ ਮੋਟੇ ਸੋਨੇ ਦੇ ਹੱਥਾਂ 'ਚ, ਆ ਲੈ ਤੈਨੂੰ ਆਹ ਚੀਜ਼। ਇਹ ਜਵਾਕਾਂ ਵਾਂਗੂ ਖੇਡਾਂ ਦਿੰਨੇ ਆ ਅਸੀਂ। ਇਹ ਕੁਛ ਚਿਰ ਜਿਹਾ ਤਾਂ ਹੁੰਦਾ ਹੈ, ਕਿੰਨਾ ਕੁ ਚਿਰ ਅਸਰ ਰਹਿੰਦਾ ਗਹਿਣਿਆਂ ਦਾ, ਕਿੰਨਾ ਕੁ ਚਿਰ ਅਸਰ ਰਹਿੰਦਾ ਕੱਪੜਿਆਂ ਦਾ, ਕਿੰਨਾ ਕੁ ਚਿਰ ਅਸਰ ਰਹੂਗਾ ਚੰਗੇ ਖਾਣ ਦਾ। ਸਵਾਦੀ ਜੀਵ ਨਾ ਰੱਜੀਆਂ, ਕਰ ਭੋਗ ਬਲਾਸੇ। ਇਹਨਾਂ ਚੀਜ਼ਾਂ ਦੇ ਨਾਲ ਨਹੀਂ ਰੱਜਣਾ ਮਹਾਰਾਜ ਕਹਿੰਦੇ ਨੇ। ਜਿੰਨਾ ਚਿਰ ਰੱਜਦਾ ਨਹੀਂ, ਰੱਜੂ ਪਤਾ ਕਾਹਦੇ ਨਾਲ? ਉਹ ਵੀ ਸਾਰੇ ਕੱਲੇ ਕੱਲੇ ਸਾਨੂੰ ਇਹ ਦਵਾਈ ਦਿੱਤੀ ਹੈ ਵੀ ਤੈਨੂੰ ਆਹ ਰੋਗ ਹੈ, ਆ ਚੱਕ ਆ ਗੋਲੀ ਲੈ ਲੈ। ਐਵੇਂ ਮਹਾਰਾਜ ਨੇ ਸਾਨੂੰ ਖਜ਼ਾਨਾ ਦਿੱਤਾ ਹੋਇਆ ਹੈ। ਮਹਾਰਾਜ ਕਹਿੰਦੇ ਬਿਨਾ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ। ਬਾਕੀ ਤਾਂ ਐਵੇਂ ਸੁਪਨੇ ਵਾਲੀਆਂ ਗੱਲਾਂ ਹੀ ਐ। ਸੁਪਨੇ ਦੀਆਂ ਚੀਜ਼ਾਂ ਨਾਲ ਸੰਤੁਸ਼ਟੀ ਨਹੀਂ ਆਉਂਦੀ। ਸੁਪਨੇ ਦੇ ਵਿੱਚ ਸਰਪੰਚ ਬਣ ਗਿਆ, ਕੀ ਬਣ ਗਿਆ? ਸੱਚਮੁੱਚ ਹੀ ਬਣ ਗਿਆ।
ਸੁਪਨੇ ਦੇ ਵਿੱਚ ਮਠਿਆਈ ਖਾ ਲਈ, ਕੀ ਸੱਚਮੁੱਚ ਹੀ ਖਾ ਲਈ, ਰੱਜ ਗਿਆ ਤੂੰ? ਸੁਪਨੇ ਦੇ ਵਿੱਚ ਮਹਿਲ ਪਾ ਲਏ, ਕੀ ਸੱਚਮੁੱਚ ਪੈ ਗਏ? ਸੁਪਨੇ ਦੇ ਵਿੱਚ ਟਰੈਕਟਰ ਮਗਰ ਤਵੀਆਂ ਪਾ ਕੇ 10 ਕਿੱਲੇ ਵਾਹਿਆ, ਕੀ ਤੜਕੇ ਨੂੰ ਬੀਜਣ ਵਾਲੀ ਹੋ ਗਈ ਉਹ? ਵੀ ਉੱਠ ਕੇ ਹੁਣ ਰਾਤ ਵਾਹਤੀ ਸੁਪਨੇ 'ਚ। ਸੁਪਨੇ ਦੇ ਜਿੰਨੇ ਕੰਮ ਹੈ ਸਭ ਵਿਰਥੇ, ਉਹ ਐਵੇਂ ਹੀ ਨੇ, ਕੁਛ ਨਹੀਂ ਹੈਗਾ। ਇੱਕ ਸੁੱਤੇ ਪਿਆ ਲੱਗਿਆ ਹੋਇਆ ਉਧਰ, ਬਸ ਹਾਂ ਵੀ ਆਹ ਹੋ ਗਿਆ, ਆਹ ਹੋ ਗਿਆ, ਸੁੱਤਾ ਪਿਆ ਉਧਰ ਲੱਗਿਆ ਹੋਇਆ, ਉਹ ਕਾਰਜ ਸਾਰੇ ਵਿਰਥੇ ਨੇ। ਸੁਪਨੇ ਦੇ ਵਿੱਚ ਰੁਪਈਆਂ ਦਾ ਬੈਗ ਭਰ ਲਿਆ, ਕੀ ਤੜਕੇ ਉੱਠ ਕੇ ਪਲਾਟ ਖਰੀਦ ਲੇਗਾ ਤੂੰ ਉਹਨਾਂ ਨਾਲ, ਉਹ ਸੁਪਨੇ ਵਾਲੇ ਪੈਸਿਆਂ ਨਾਲ? ਮਹਾਰਾਜ ਜੀ ਕਹਿੰਦੇ ਆ ਜਿਹੜਾ ਜੱਗ ਦੇਖਦਾ ਨਾ, ਇਹ ਬਿਲਕੁਲ ਸੁਪਨਾ ਹੀ ਹੈ, ਇਦੋਂ ਵੱਧ ਕੁਛ ਨਹੀਂ ਹੈ। ਆ ਪੁੱਤਰ ਧੀਆਂ ਘਰ ਵਾਰ ਇਹ ਸਾਰਾ ਕੁਝ ਜਿੰਨਾ ਹੈ ਨਾ, ਇਹ ਸੁਪਨਾ ਹੀ ਹੈ ਮਹਾਰਾਜ ਜੀ ਕਹਿੰਦੇ। ਤੇ ਜਿੰਨਾ ਚਿਰ ਬੰਦਾ ਸੁਪਨਾ ਦੇਖਦਾ ਹੁੰਦਾ ਹੈ, ਕਦੇ ਨਹੀਂ ਮੰਨਦਾ ਵੀ ਇਹ ਝੂਠ ਹੈ। ਤੁਸੀਂ ਸੁਪਨੇ 'ਚ ਨਾ ਕਦੇ ਨਹੀਂ ਮੰਨੋਗੇ ਮੇਰੇ ਮਗਰ ਪੁਲਿਸ ਪੈ ਗਈ, ਇਹ ਤਾਂ ਸੁਪਨੇ ਵਾਲੀ, ਉਹ ਛੱਡ ਪਰਾਂ, ਕਿੱਧਰ ਭੱਜਣਾ, ਵੇਖੋ ਕਿਵੇਂ ਦੌੜ ਲਾਊਗਾ, ਮੈਨੂੰ ਫੜ ਨਾ ਲੈਣ ਕਿਤੇ। ਕਈ ਤਾਂ ਸੁਪਨੇ ਦੇ ਵਿੱਚ ਮਰ ਜਾਂਦੇ ਨੇ, ਮਰ ਵੀ ਆ ਮੇਰੇ ਮਗਰ ਕੀ ਪੈ ਗਿਆ, ਹੁਣ ਨਹੀਂ ਛੱਡਦਾ, ਖਾ ਜਾਊਗਾ। ਉਹ ਸੁਪਨੇ 'ਚ ਹੀ ਮਰ, ਚੰਗੇ ਭਲੇ ਰਾਤ ਨੂੰ ਪਏ, ਤੜਕੇ ਨੂੰ ਮਰ ਗਏ। ਕਿਸੇ ਨੂੰ ਸਮਝ ਹੀ ਨਹੀਂ ਆਈ ਗੱਲ ਦੀ, ਕੀ ਹੋ ਗਿਆ ਪਤਾ ਨਹੀਂ। ਚੱਲ ਛੱਡੋ ਪਰਾਂ, ਵਾਲੀਆਂ ਵਿਚਾਰਾਂ ਕਰਨੀਆਂ ਵੀ ਕੀ ਆ, ਲੱਕੜਾਂ ਇਕੱਠੀਆਂ ਕਰੋ ਤੇ ਰਿਸ਼ਤੇਦਾਰ ਸੱਦੋ ਤੇ ਚਲੋ ਜਿਹੜਾ ਕੁਛ ਹੋ ਗਿਆ। ਸੁਪਨੇ ਦੇ ਵਿੱਚ ਹੀ ਰਾਤ ਨੂੰ ਮਰ ਜਾਂਦਾ ਬੰਦਾ, ਪਰ ਕਦੇ ਉਸ ਨੂੰ ਝੂਠਾ ਨਹੀਂ ਮੰਨਦਾ ਜਿੰਨਾ ਚਿਰ ਸੁੱਤਾ ਪਿਆ। ਜਦੋਂ ਅੱਖ ਖੁੱਲ ਗਈ ਫਿਰ ਸਾਰਾ ਵਜਣਾ ਉਹ ਲੈ ਜਾਂਦਾ, ਭਾਵੇਂ ਲੱਖਾਂ ਬੰਦਾ ਘੇਰੀ ਫਿਰਦਾ ਵੇ। ਕਈ ਵਾਰੀ ਤਾਂ ਸੁਪਨੇ 'ਚ ਉੱਠ ਕੇ ਬੰਦਾ ਇਹ ਦੇਖਦਾ ਵੀ ਸ਼ੁਕਰ ਹੈ ਸੁਪਨਾ ਹੀ ਸੀ, ਮੈਂ ਕਦੇ ਸੱਚਮੁੱਚੀ ਨਾ ਹੋਵੇ ਕਿਤੇ। ਕਈ ਵਾਰੀ ਤਾਂ ਇਹ ਲੱਗਦਾ ਵੀ ਜਾਗ ਪਏ ਨਾ ਚੰਗੇ ਹੀ ਰਹਿ ਗਏ, ਨਹੀਂ ਤਾਂ ਬੜੇ ਫਸੇ ਸੀਗੇ। ਸ਼ੁਕਰ ਮਨਾਉਂਦਾ ਵੀ ਜਾਗ ਪਏ। ਕਿੰਨਾ ਕਿੰਨਾ ਚਿਰ ਤਾਂ ਯਕੀਨ ਨਹੀਂ ਆਉਂਦਾ ਵੀ ਨਹੀਂ ਨਹੀਂ ਸੁਪਨਾ ਹੀ ਆ, ਓਏ ਤਾਂ ਸੁਪਨਾ ਹੀ ਹੈ, ਤਾਂ ਨਹੀਂ ਤਾਂ ਬੜੇ ਘੇਰੇ ਸੀ ਇੱਥੇ, ਮਾਰ ਦਿੰਦੇ, ਤਾਂ ਆਹ ਹੋ ਜਾਂਦਾ, ਉਹ ਹੋ ਜਾਂਦਾ, ਪਤਾ ਨਹੀਂ ਕੀ ਪਤਾ ਕਿੱਥੇ ਫਸ ਜੇ। ਪਰ ਸ਼ੁਕਰ ਕਰਦਾ ਜਦੋਂ ਅੱਖ ਖੁੱਲ ਜਾਂਦੀ ਹੈ। ਮਹਾਰਾਜ ਕਹਿੰਦੇ ਮੈਂ ਵੀ ਤੇਰੀ ਅੱਖ ਹੀ ਖੋਲਦਾ, ਮੈਂ ਤੇਰੇ ਨੇਤਰੀ ਖੁੱਲਨੇ ਨੇ, ਮੈਂ ਤੈਨੂੰ ਜਗਾਉਣਾ ਹੀ ਆ। ਬਸ ਰਹਿ ਤੂੰ ਦੁਨੀਆ ਵਿੱਚ, ਪਰਿਵਾਰ 'ਚ ਰਹਿ, ਸਭ ਕੁਛ ਰਹਿ, ਪਰ ਮਹਾਰਾਜ ਕਹਿੰਦੇ ਉਹ ਜਾਗ ਪਾ, ਜਾਗ ਪਾ। ਹੁਣ ਮਹਾਂਪੁਰਖ ਧਾਰਨਾ ਪੜ੍ਹਦੇ ਹੁੰਦੇ ਬਾਬਾ ਜੀ, ਜਾਗ ਲੈ ਮਨਾਵੇ ਰੁੱਤ ਜਾਗਣੇ ਦੀ ਆਈ ਆ, ਰੁੱਤ ਆਈ ਆ ਰੁੱਤ, ਨਹੀਂ ਤਾਂ ਤੈਨੂੰ ਸੁੱਤਿਆਂ ਪਿਆ ਨੂੰ ਜੁਗ ਬੀਤ ਗਏ, ਜੁਗ ਜੁਗ ਬੀਤ ਗਏ, ਬਹੁਤੇ ਜੁਗ। ਜੁਗਾਂ ਦੇ ਜੁਗ ਬੀਤ ਗਏ ਤੈਨੂੰ ਸੁੱਤੇ ਪਏ ਨੂੰ, ਤੇਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਬਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ। ਕਈ ਗੁਰੂ ਦੀ ਕਿਰਪਾ ਨਾਲ ਜਾਗ ਪਏ, ਕਈ ਸੁੱਤੇ ਪਏ ਨੇ। ਸੰਤ ਮਹਾਰਾਜ ਜੀ ਧਾਰਨਾ ਪੜ ਜਾਂਦੇ, ਇਕਨਾਂ ਨੂੰ ਸਭ ਸੋਝੀ ਆਈ, ਇਕਨਾਂ ਨੂੰ ਸੋਝੀ ਆ ਗਈ ਹੈ, ਭਾਵ ਜਾਗ ਪਏ ਨੇ। ਇੱਕ ਫਿਰਦੇ ਬੇਪਰਵਾਹ, ਇੱਕ ਘਰਾੜੇ ਮਾਰ ਰਹੇ ਨੇ, ਇੱਕ ਪਏ ਨੇ ਬਸ ਜਿਵੇਂ ਘੋੜੇ ਵੇਚ ਕੇ ਸੁੱਤੇ ਹੁੰਦੇ ਨੇ। ਨੀਂਦ ਪਿਆਰੀ ਵੀ ਹੁੰਦੀ ਹੈ, ਜਦੋਂ ਨੀਂਦ ਵਿੱਚੋਂ ਉਠਾਓ ਨਾ ਬੰਦਾ ਉੱਠਣਾ ਨਹੀਂ ਚਾਹੁੰਦਾ। ਇਹ ਵੀ ਅਸੀਂ ਵੀ ਨਹੀਂ ਜਾਗਣਾ ਚਾਹੁੰਦੇ, ਅਸੀਂ ਕਹਿੰਦੇ ਮਹਾਰਾਜ ਸਾਨੂੰ ਹੋਰ ਗੱਫੇ ਦੇ ਦੇ, ਸਾਨੂੰ ਜਗਾਈ ਨਾ। ਗੱਫੇ ਦੇ ਦੇ, ਗੱਫੇ ਹੋਰ ਪੁੱਤ ਪੋਤਿਆਂ ਤੇ ਕਰਵੀ ਦੇ ਦੇ, ਵੀ ਤੂੰ ਆਪਦਾ ਵੀ ਦੇਖਦਾ, ਤੈਂ ਜਾਗਣਾ ਕਿ ਸੁੱਤੇ ਨਹੀਂ ਚੜਾਈ ਕਰ ਜਾਣੀ ਹੈ, ਤੈਂ ਜਾਗਣਾ ਨਹੀਂ, ਉਹ ਤਾਂ ਉਹਨਾਂ ਦੇ ਕਰਮਾਂ ਦਾ ਮਿਲ ਹੀ ਜਾਣਾ। ਵੇਖੋ ਕਰਮੀ ਆਪੋ ਆਪਣੀ ਹੈ, ਤੇਰੇ ਕਹੇ ਤੇ ਕੁਛ ਨਹੀਂ ਹੋਣਾ, ਜਿਹੜੇ ਉਹਦੇ ਭਾਗ ਉਹਨੂੰ ਮਿਲ ਹੀ ਜਾਣਗੇ। ਜੇ ਉਹਦੇ ਨਹੀਂ ਕਰਮਾਂ 'ਚ ਤੂੰ ਜ਼ੋਰ ਲਾ ਲਾ, ਤੂੰ ਉਹਨੂੰ ਦੇ ਨਹੀਂ ਸਕਦਾ। ਜਿੰਨੇ ਮਰਜ਼ੀ ਇਕੱਠੇ ਕਰਕੇ ਧਰ ਦੇ, ਉਹ ਵਰਤੋਂ ਨਹੀਂ ਸਕੂਗਾ ਉਹਨੂੰ। ਇੱਥੇ ਆਪਣੀ ਮਰਜ਼ੀ ਥੋੜੀ ਚੱਲਦੀ। ਆ ਜਿਹੜਾ ਤੇਰਾ ਕੰਮ ਕਰਨ ਵਾਲਾ ਤੂੰ ਉਹ ਕਰ। ਮਹਾਰਾਜ ਕਹਿੰਦੇ ਜਾਗ ਲਿਹੋ ਰੇ ਮਨਾ, ਜਾਗ ਲਿਹੋ ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਭੀ ਸੰਗ ਨਾ ਹੋਇਆ। ਜਾਗ ਲੈ, ਹੁਣ ਰੁੱਤ ਜਾਗਣ ਦੀ ਆਈ ਹੈ, ਜਾਗ। ਹਾਕਾਂ ਮਾਰ ਕੇ ਜਗਾਵੇ ਤੈਨੂੰ ਬਾਣੀ, ਸੁੱਤਿਆ ਮਣਾ ਕਿਉਂ ਨਹੀਂ ਜਾਗਦਾ। ਹਾਕਾਂ ਮਾਰ ਕੇ ਜਗਾਵੇ ਤੈਨੂੰ ਬਾਣੀ, ਓਏ ਸੁੱਤਿਆ ਮਣਾ ਕਿਉਂ ਨਹੀਂ ਜਾਗਦਾ। ਹਾਕਾਂ ਮਾਰ ਕੇ ਜਗਾਵੇ ਤੈਨੂੰ ਬਾਣੀ, ਉਹ ਸੁੱਤਿਆ ਮਣਾ ਕਿਉਂ ਨਹੀਂ ਜਾਗਦਾ। ਹਾਕਾਂ ਮਾਰ ਕੇ ਜਗਾਵੇ
ਸੁਤਿਆ ਮਣਾ ਕਿਉ ਨੀ ਜਾਗਦਾ। ਮਾਰ ਕੇ ਜਗਾਵੇ ਤੈਨੂੰ ਬਾਣੀ, ਉਹ ਸੁਤਿਆ ਮਣਾ ਨੀ ਜਾਗਦਾ। ਹਾਕਾਂ ਮਾਰ ਕੇ ਜਗਾਵੇ ਤੈਨੂੰ ਬਾਣੀ, ਸੁਤਿਆ ਮਨਾ ਕਿਉਂ ਨੀ ਜਾਗਦਾ। ਹਾਕਾਂ ਮਾਰ ਕੇ ਜਗਾਵੇ ਤੈਨੂੰ ਬਾਣੀ, ਸੁਤਿਆ ਮਣਾ ਕਿਉਂ ਨੀ ਜਾਗਦਾ। ਹਾਕਾਂ ਮਾਰ ਕੇ ਜਗਾਵੇ ਤੈਨੂੰ ਬਾਣੀ, ਸੁਤਿਆ ਮਣਾ ਕਿਉਂ ਨੀ ਜਾਗਦਾ। ਮਾਰ ਕੇ ਜਗਾਵੇ ਤੈਨੂੰ ਬਾਣੀ, ਸੁਤਿਆ ਮਣਾ ਕਿਉ ਨੀ ਜਾਗਦਾ। ਹਾਕਾ ਮਾਰ ਕੇ ਜਗਾਵੇ ਤੈਨੂੰ ਬਾਣੀ, ਉਹ ਸੁਤਿਆ ਮਣਾ ਕਿਉ ਨੀ ਜਾਗਦਾ। ਮਾਰ ਕੇ ਜਗਾਵੇ ਤੈਨੂੰ ਬਾਣੀ, ਉਹ ਸੁਤਿਆ ਮਣਾ ਕਿਉਂ ਨੀ ਜਾਗਦਾ। ਹਾਕਾਂ ਮਾਰ ਕੇ ਜਗਾਵੇ ਤੈਨੂੰ ਬਾਣੀ, ਸੁਤਿਆ ਮਨਾ ਕਿਉਂ ਨੀ ਜਾਗਦਾ। ਇੱਥੇ ਮਨ ਦੀ ਗੱਲ ਕੀਤੀ ਹੈ। ਸਰੀਰ ਤਾਂ ਜਗਾ ਲੈਣਾ ਨਾ, ਸੁੱਤਾ ਪਿਆ ਹੋਵੇ ਪਾਣੀ ਪਾ ਕੇ ਜਗਾ ਲਈ, ਮਨ ਤੇ ਤਾਂ ਪਾਣੀ ਨਹੀਂ ਪੈਣਾ। ਜਗਾਉਣਾ ਤਾਂ ਮਨ ਦੀ ਗੱਲ ਕੀਤੀ ਹੈ। ਸਰੀਰ ਤਾਂ ਮਹਾਰਾਜ ਨੂੰ ਵੀ ਪਤਾ ਵੀ ਉੱਠ ਕੇ ਆ ਗਿਆ ਇਹ, ਪਹਿਲਾਂ ਸੁੱਤਾ ਪਿਆ ਸੀ ਹੁਣ ਜਾਗ ਆਇਆ। ਪਰ ਸਮਝ ਜੇ ਇਹ ਜਿਵੇਂ ਪਹਿਲਾਂ ਸੁੱਤਾ ਪਿਆ ਸੀ, ਜਿਵੇਂ ਸੁਪਨਾ ਦੇਖਦਾ ਸੀ, ਇਹ ਗੱਲਾਂ ਸਾਰੀਆਂ ਸਮਝਾਈਆਂ। ਮਨ ਦੀ ਗੱਲ ਕੀਤੀ ਹੈ। ਜਾਗ ਲਿਓ ਰੇ ਮਨ। ਹੁਣ ਤੁਸੀਂ ਸੋਚੋਗੇ ਵੀ ਮਨ ਕਿਵੇਂ ਜਾਗਦਾ ਹੈ? ਮਹਾਰਾਜ ਕਹਿੰਦੇ ਤਾਂ ਸੁੱਤਾ ਹੀ ਰਹਿ ਜਾਣਾ। ਦੇਖ ਲੈ, ਜੇ ਤੂੰ ਆਪਾਂ ਕਹਿੰਦੇ ਤਾਂ ਸੁੱਤਾ ਹੀ ਰਹਿ ਗਿਆ, ਇਹਨੇ ਸੁੱਤੇ ਨਹੀਂ ਰਹਿ ਜਾਣਾ। ਤੇਹੀ ਗੁਣੀ ਸੰਸਾਰ ਭਰਮ ਸੁੱਤਾ। ਕਿਹੜੀ ਨੀਂਦ ਚੜੀ ਹੈ ਤਿੰਨਾਂ ਗੁਣਾਂ ਦੀ? ਤੇਹੀ ਗੁਣੀ ਸੰਸਾਰ ਭਰਮ ਸੁੱਤਾ। ਸੁੱਤਿਆਂ ਰਹਿਣ ਸਾਰੀ ਉਮਰ ਹੀ। ਇੱਥੇ ਇੱਕ ਰਾਤ ਦੀ ਗੱਲ ਨਹੀਂ ਕੀਤੀ, ਸਾਰੀ ਉਮਰ ਦੀ ਗੱਲ ਕੀਤੀ ਹੈ ਕਿ ਸਾਰੀ ਉਮਰ ਹੀ ਸੁੱਤੇ ਦੀ ਲੰਘ ਜਾਣੀ। ਦੇਖੋ ਲੰਘਦੀ ਹੈ ਨਾ। ਜੇ ਕਿਤੇ ਨਾ ਸਾਧੂ ਮਿਲੇ, ਕੋਈ ਨਾ ਸਤਸੰਗ ਮਿਲੇ, ਪਤਾ ਹੀ ਨਹੀਂ ਕਿਸੇ ਨੂੰ ਵੀ ਕਿ ਇਹਦੇ ਨੀਂਦ ਦਾ, ਮਨ ਦਾ, ਜਾਗਣ ਜੁਗਣ ਦਾ ਕਿਸੇ ਨੂੰ ਨਹੀਂ ਪਤਾ। ਇੱਥੇ ਸਭ ਕਹਿੰਦਾ ਮੈਂ ਫਲਾਣੇ ਉਹਦੇ ਤੇ ਬੈਠਾ, ਮੈਂ ਫਲਾਣੇ ਉਹਦੇ ਤੇ ਬੈਠਾ, ਮੈਂ ਆ ਸੁਪਨੇ ਦੀਆਂ ਗੱਲਾਂ ਸੁਣੀ ਚੱਲੋ। ਸਭ ਤੋਂ ਸੁਪਨਾ ਦੇਖੀ ਜਾਂਦੇ ਨੇ। ਜਗ ਰਚਨਾ ਸਭ ਝੂਠ ਹੈ, ਇਹਦੇ ਵਿੱਚ ਰੰਗੇ ਪਏ ਨੇ। ਵੱਡੇ ਤੋਂ ਵੱਡਾ ਬਣਦਾ, ਕਹਿੰਦਾ ਉਹ ਤੋਂ ਮੈਂ ਵੱਡਾ ਬਣ ਗਿਆ, ਉਹ ਤੋਂ ਹੌਸਲੇ 'ਚ ਹੈ, ਹੌਸਲੇ ਵਿੱਚ ਵੀ ਆਪਾਂ ਤਾਂ ਠੀਕ ਠਾਕ ਆ। ਜੇ ਦੂਜਾ ਪਾਸਾ ਦੇਖੀਏ ਤੇ ਸੁੱਤਾ ਹੀ ਪਿਆ ਤੇ ਖਾਲੀ ਪਿਆ, ਬਿਲਕੁਲ ਕੱਖ ਵੀ ਨਹੀਂ ਰਹਿਣਾ ਕੋਲ। ਸੋ ਆਓ, ਮਹਾਰਾਜ ਕਹਿੰਦੇ ਮਨ ਜਾਗਦਾ ਵੀ ਹੈ, ਸੌਂਦਾ ਵੀ ਹੈ। ਜਾਗਦਾ ਕਿਵੇਂ ਹੈ? ਮਨ ਜਾਗੇ ਕਿ ਇਹ ਨਿਸ਼ਾਨੀ ਮਿੱਠੀ ਲੱਗੈ ਪ੍ਰਭ ਕੀ। ਮਹਾਰਾਜ ਹਲੂਣਾ ਦੇ ਕੇ ਸਾਨੂੰ ਜਗਾਉਂਦੇ ਨੇ। ਭਗਤ ਰਵਿਦਾਸ ਜੀ ਕਹਿੰਦੇ ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਿਆ ਭਿਖਾ। ਇਹ ਸੁਪਨੇ ਦੇ ਵਿੱਚ ਦੁਖੀ ਹੁੰਦਾ ਫਿਰਦਾ, ਸੁਪਨੇ ਦੇ ਵਿੱਚ ਇੱਕ ਬਾਦਸ਼ਾਹ ਭਿਖਾਰੀ ਬਣਿਆ ਫਿਰਦਾ। ਬਾਬਾ ਜੀ ਸੁਣਾਉਂਦੇ ਹੁੰਦੇ ਬਚਨ, ਕਹਿੰਦੇ ਇੱਕ ਰਾਜਾ ਸੀ, ਉਹ ਸੁਪਨੇ ਦੇ ਵਿੱਚ ਸੁੱਤਾ ਪਿਆ। ਉਹਨਾਂ ਸਮਿਆਂ ਵਿੱਚ ਅਨੁਸਾਰ ਜਿਹੋ ਜਿਹੇ ਸਮੇਂ, ਹੁਣ ਤਾਂ ਏਸੀ ਲਾ ਲੈਂਦਾ, ਪੱਖੇ ਲਾ ਲੈਂਦਾ, ਉਹ ਰਾਣੀਆਂ ਪੱਖੇ ਚੱਲ ਰਹੀਆਂ ਨੇ, ਪਹਿਰੇਦਾਰ ਬਾਰ 'ਚ ਖੜੇ ਨੇ, ਮਹਿਲਾਂ ਦੇ ਵਿੱਚ ਪਿਆ। ਉਹ ਰਾਤ ਨੂੰ ਜਿਹੜਾ ਸੌਂ ਗਿਆ, ਨੀਂਦ ਆ ਗਈ। ਸੁਪਨੇ ਦੇ ਵਿੱਚ ਕੀ ਹੋਇਆ? ਉਹਦੇ ਨਾਲ ਹਲਕੀ ਗਿਦੜੀ ਨੇ ਉਹਨੂੰ ਵੱਢਿਆ, ਰਾਜੇ ਨੇ। ਇਹ ਸਾਡੇ ਇੱਕ, ਅਸੀਂ ਰਾਜਿਆਂ ਤੋਂ ਕੁਛ ਨਹੀਂ ਲੈਣਾ, ਗਿਦੜੀਆਂ ਤੋਂ ਕੁਛ ਨਹੀਂ ਲੈਣਾ, ਅਸੀਂ ਤਾਂ ਗੁਰੂ ਦਾ ਸਿਧਾਂਤ ਸਮਝਣਾ ਹੈ। ਮਹਾਰਾਜ ਸਾਨੂੰ ਸਮਝਾਉਣਾ ਕੀ ਚਾਹੁੰਦੇ ਨੇ, ਕੀ ਸਮਝਾਉਣਾ ਚਾਹੁੰਦੇ ਨੇ। ਉਹਨੂੰ ਸੁਪਨੇ ਦੇ ਵਿੱਚ ਉਹਨੂੰ ਗਿਦੜੀ ਨੇ ਵੱਢਿਆ ਤੇ ਉਹ ਸੀ ਹਲਕੀ ਹੋਈ ਤੇ ਉਹਨੂੰ ਹਲਕ ਚੜਨ ਲੱਗ ਗਿਆ। ਉਹ ਰੋਣ ਲੱਗਿਆ। ਉਹ ਸੁਪਨੇ ਦੇ ਵਿੱਚ ਮਰ ਜਾਂਦੇ ਨੇ ਹੁੰਦਾ ਆਪਣੇ ਪੈਰ ਜੇ, ਕਈ ਕੁਛ ਵਰਡਾਉਣ ਲੱਗ ਜਾਂਦੇ ਨੇ ਸੁਪਨੇ ਵਿੱਚ, ਕਈ ਤਾਂ ਉੱਠ ਕੇ ਵੀ ਤੁਰ ਪੈਂਦੇ ਨੇ। ਇਹ ਵੀ ਇੱਕ ਨੀਂਦ ਹੀ ਹੈ, ਉੱਠ ਕੇ ਤੁਰ ਪੈਣਾ। ਉਹ ਕਹਿੰਦੇ ਇੱਕ ਕਥਾ ਕਰੀ ਜਾਵੇ ਕੋਈ, ਤੇ ਉਹ ਸੰਗਤ ਬੈਠੀ ਮੂਹਰੇ, ਤੇ ਉਹਨੇ ਖਾਸ ਕਰਕੇ ਬੰਦੇ ਜਿਹੜੇ ਬੁਲਾਏ ਸੀ, ਜਿਹੜੇ ਜਾਣ ਪਛਾਣ ਵਾਲੇ ਹੁੰਦੇ ਆ, ਉਹ ਸਾਹਮਣੇ ਬੈਠੇ ਤੇ ਇੱਕ
ਬੀਬੀ ਬੈਠੀ, ਆਪਾਂ ਚਲੋ ਵੱਖਰੋ ਵੱਖਰੇ ਬਹਿੰਦੇ ਆ, ਕਈ ਥਾਵਾਂ ਤੇ ਇਕੱਠੇ ਹੀ ਬੈਠ ਜਾਂਦੇ। ਉਹ ਬੈਠੇ ਦੋਨੇ ਤੇ ਉਹ ਬੀਬੀ ਸੌਂ ਗਈ ਸਾਹਮਣੇ ਬੈਠੀ, ਨੀਂਦ ਆ ਜਾਂਦੀ ਹੈ ਕਈਆਂ ਨੂੰ। ਉਹ ਬੀਬੀ ਸੌਂ ਗਈ, ਜਿਹੜਾ ਉਹਦੇ ਘਰ ਵਾਲਾ ਸੀ ਉਹ ਉੱਠ ਕੇ ਤੁਰ ਗਿਆ ਬਾਹਰ ਨੂੰ। ਉਹ ਦੇਖ ਕੇ ਕਥਾ ਦਾ ਕਰੀ ਗਿਆ, ਉਹ ਕਹਿੰਦਾ ਕਮਾਲ ਦੇ ਬੰਦੇ ਨੇ ਇਹ, ਊਂ ਸੌਂ ਗਈ ਉੱਠ ਕੇ ਤੁਰ ਗਿਆ, ਇਹਨਾਂ ਨੂੰ ਕਥਾ ਚੰਗੀ ਨਹੀਂ ਲੱਗਦੀ, ਇਹਨਾਂ ਨੂੰ ਰੱਬੀ ਬਚਨ ਪਿਆਰੇ ਨਹੀਂ ਲੱਗਦੇ। ਉਹਨੇ ਕਥਾ ਦੀ ਸਮਾਪਤੀ ਕੀਤੀ ਤੇ ਉਹ ਕਹਿਣ ਲੱਗਿਆ ਵੀ ਤੁਸੀਂ ਆਏ ਵੀ ਇੰਨੀ ਵੱਡ ਚੱਲ ਕੇ, ਤੇ ਚਲੋ ਮੈਂ ਤੁਹਾਨੂੰ ਕਿਹਾ ਸੀ ਕਥਾ ਵਿੱਚ ਤੁਸੀਂ ਹਾਜ਼ਰੀ ਭਰੋ, ਸੁਣ ਹਰ ਕਥਾ ਉਤਾਰੀ ਮੈਲ, ਤੇ ਤੂੰ ਸੌਂ ਗਈ, ਚਲੋ ਨੀਂਦ ਆ ਗਈ ਵੱਖਰੀ ਗੱਲ ਹੈ, ਉਹ ਇੱਕ ਉੱਠ ਕੇ ਤੁਰ ਗਿਆ ਤੇਰੇ ਘਰ ਵਾਲਾ, ਤੂੰ ਤਾਂ ਸੌਂ ਗਈ ਉਹ ਉੱਠ ਕੇ ਤੁਰ ਗਿਆ। ਉਹ ਕਹਿੰਦੀ ਮੈਂ ਤਾਂ ਸੌਂ ਗਈ, ਜਾਗਦਾ ਉਹ ਵੀ ਨਹੀਂ। ਕਹਿੰਦੀ ਕਿਉਂ? ਕਹਿੰਦੇ ਉਹਨੂੰ ਨੀਂਦ ਹੀ ਇਹੋ ਜਿਹੀ ਹੁੰਦੀ, ਨੀਂਦ ਚ ਉੱਠ ਕੇ ਤੁਰ ਜਾਂਦਾ। ਲੈ ਕੇ ਆਉਣਾ ਪੈਂਦਾ ਫੜ ਕੇ। ਤੇ ਕਈ ਪਿੰਡਾਂ 'ਚ ਬੰਦੇ ਹੈਗੇ ਜਿਹੜੇ ਨਾ ਸੜਕ ਪੈ ਕੇ ਤੁਰ ਜਾਣਗੇ, ਸੁੱਤੇ ਪਏ, ਨਾਲੇ ਸੁੱਤੇ ਹੋਣਗੇ ਨਾਲੇ ਤੁਰੇ ਜਾਣਗੇ। ਆਹ ਕਿੱਡੀ ਭੈੜੀ ਨੀਂਦ ਆ ਦੇਖੋ ਇਹ। ਅਸੀਂ ਇੱਕ ਪਿੰਡ ਗਏ, ਉਹ ਰਾਤ ਨੂੰ ਉਹਨਾਂ ਦਾ ਮੁੰਡਾ ਨਾ ਆਪਦੀ ਉਹ ਲੱਤ ਬੰਨ੍ਹਦੀ ਉਹਨੇ ਪਾਵੇ ਨਾਲ ਕੱਸ ਕੇ। ਅਸੀਂ ਆਖਿਆ ਤੂੰ ਲੱਤ ਬੰਨੀ ਜਾਂਦਾ, ਜੇ ਭਲਾ ਘਰੇ ਕੋਈ ਗੱਲ ਹੋ ਜੇ, ਚੋਰ ਆ ਜੇ, ਤੂੰ ਦੱਸ ਕੀ ਕਿਸੇ ਨੂੰ ਫੜ ਲੇਗਾ? ਹੈ ਇਹ ਕਿਉਂ ਬਣਦਾ? ਕਹਿੰਦਾ ਮੈਂ ਰਾਤ ਨੂੰ ਉੱਠ ਕੇ ਤੁਰ ਪੈਂਦਾ। ਕਹਿੰਦਾ ਮੇਰਾ ਤਾਂ ਪਤਾ ਨਹੀਂ ਮੈਂ ਕਦੋਂ ਉੱਠ ਕੇ ਰਾਤ ਨੂੰ ਤੁਰ ਪਾਂ। ਉਹਦਾ ਪਿਓ ਕਹਿੰਦਾ ਇੱਕ ਦਿਨ ਨਾ ਕਹਿੰਦਾ ਰਾਤ ਨੂੰ ਉੱਠ ਕੇ ਨਾ ਤੇ ਨਰਮਾ ਪਾਉਣ ਲੱਗ ਗਿਆ ਸੁਭਾਤ ਵਿੱਚੋਂ, ਤੇ ਅੱਧੀ ਟਰਾਲੀ ਕਰਤੀ ਲੈ, ਸੁੱਤੇ ਪਏ ਨੇ। ਇਹੋ ਜਿਹੇ ਬੰਦੇ ਵੀ ਪਏ ਨੇ, ਆ ਵੇਖੋ ਕਿਹੋ ਜਿਹੀਆਂ ਨੀਂਦਾਂ ਨੇ। ਉਹ ਕਹਿੰਦਾ ਬੀਬੀ ਤੈਨੂੰ ਤਾਂ ਉਠਾ ਵੀ ਲਵਾਂਗੇ, ਆ ਇਦੋਂ ਵੀ ਭੇੜੀ ਨੀਂਦ ਹੈ ਜਿਹੜੀ ਉੱਠ ਕੇ ਪਤਾ ਨਹੀਂ ਕਿੱਧਰ ਨੂੰ ਤੁਰ ਗਿਆ ਨਾ ਸੁੱਤਾ ਪਈ। ਵੀ ਤੁਸੀਂ ਆਖੇ ਕਦੇ ਜਾਗਦਾ ਹੋ? ਜਾਗਦਾ ਉਹ ਵੀ ਨਹੀਂ। ਤੁਸੀਂ ਮੈਨੂੰ ਕਹੇ ਨੇ ਵੇ ਸੌਂਗੀ, ਉਹ ਵੀ ਸੁੱਤਾ ਹੀ ਪਿਆ। ਤੋ ਇਸ ਕਰਕੇ ਮਹਾਰਾਜ ਕਹਿੰਦੇ ਉਹ ਸੁਪਨੇ ਵਿੱਚ ਲੱਗ ਜਾਂਦੇ ਨੇ, ਬਰਡਾਉਣ ਲੱਗ ਜਾਂਦੇ ਨੇ, ਪਤਾ ਹੀ ਨਹੀਂ ਲੱਗਦਾ ਸੁਪਨੇ ਵਿੱਚ। ਇੱਕ ਦਿਨ ਆਪਣਾ ਗੁਰਮੀਤ, ਆਪਾਂ ਬੁੱਢਾ ਕਹਿੰਦੇ ਨੇ ਪਿਆਰ ਨਾਲ, ਅਸੀਂ ਜੈਤੋ ਆਪਣੇ ਪਏ ਉੱਥੇ, ਇਹ ਮੇਰੇ ਨਾਲ ਪਿਆ, ਛੋਟਾ ਹੁੰਦਾ ਮੇਰੇ ਨਾਲ ਪਿਆ ਉੱਥੇ। ਤੇ ਰਾਤ ਨੂੰ ਇਹਨੇ ਉਦੋਂ ਤੜਕੇ 1 ਵਜੇ ਉੱਠ ਕੇ ਪ੍ਰਭਾਤ ਫੇਰੀਆਂ ਜਾਂਦੇ, ਥੋੜਾ ਜਿਹਾ ਸਮਾਂ ਹੀ ਮਿਲਦਾ ਸੀ ਪੈਣ ਨੂੰ। ਤੇ ਇਹ ਨਾ ਪੈਂਦਾ ਪੈਂਦਾ ਘੁੰਮ ਗਿਆ ਤੇ ਲਾ ਕੇ ਨਾ ਕੰਧ ਨਾਲ ਆਪਦਾ ਸਿਰ ਜਾ, ਤੇ ਦੋਨੇ ਪੈਰ ਮੇਰੇ ਐਂ ਕਰਕੇ ਮਾਰੇ, ਤੇ ਮੈਨੂੰ ਮਾਰਿਆ ਥੱਲੇ ਉੱਤੋਂ ਆਪਣੇ ਬੈੱਡ ਤੋਂ। ਜੋ ਥੱਲੇ ਮਾਰਿਆ ਮੈਂ ਉੱਠਿਆ, ਮੈਂ ਕਿਹਾ ਇਹਨੇ ਮੇਰੇ ਲੱਤਾਂ ਮਾਰ ਕੇ ਥੱਲੇ ਮਾਰਿਆ। ਮੈਂ ਖੜ ਜਾ, ਇਹਦੀਆਂ ਦੋਨੇ ਲੱਤਾਂ ਮੈਂ ਫੜੀਆਂ, ਖਿੱਚ ਕੇ ਮੈਂ ਵੀ ਥੱਲੇ ਮਾਰਿਆ। ਜਦੋਂ ਥੱਲੇ ਮਾਰਿਆ ਤੇ ਇਹ ਇੱਕਦਮ ਉੱਠਿਆ, ਕਿਉਂਕਿ ਇਹਦਾ ਸੁੱਤਾ ਪਿਆ ਸੀ। ਜੋ ਉੱਠਿਆ ਮੈਂ ਕਿਹਾ ਝਾਕ ਕੇ ਜੇ, ਘਬਰਾ ਕੇ ਜੇ, ਕਹਿੰਦਾ ਮੈਂ ਕੀ ਹੋ ਗਿਆ? ਮੈਂ ਤਾਂ ਮੈਨੂੰ ਥੱਲੇ ਸੜਤਾ। ਕਹਿੰਦਾ ਮੈਂ ਤਾਂ ਗੱਡੀ ਦੇ ਬ੍ਰੇਕ ਲਾਏ ਸੀ। ਕਹਿੰਦਾ ਇੰਨੇ ਜ਼ੋਰ ਨਾਲ ਬ੍ਰੇਕ ਲਾਏ, ਕੰਧ ਨਾਲ ਸਿਰ ਲਾ ਕੇ, ਪੂਰਾ ਜ਼ੋਰ ਲਾ ਕੇ ਮੈਨੂੰ ਥੱਲੇ ਮਾਰਿਆ। ਇਹ ਸੁਪਨਾ ਜਿਹੜਾ ਨਾ, ਸੁਪਨਾ ਮਹਾਰਾਜ ਕਹਿੰਦੇ ਸੁਪਨੇ ਦੀ ਦੁਨੀਆ। ਆਹ ਦੇਖ ਲੋ, ਬਣਿਆ ਫਿਰਦਾ ਰਾਜਾ, ਬਣਿਆ ਫਿਰਦਾ ਭਿਖਾਰੀ। ਤੇ ਭਿਖਾਰੀ ਜਿਹੜਾ ਹੈਗਾ ਉਹ ਆਪਣਾ, ਉਹਦੇ ਗਿੱਦੜੀ ਨੇ ਉਹਨੂੰ ਵੱਢਿਆ ਤੇ ਉਹਨੂੰ ਹਲਕ ਚੜਦਾ ਜਾਂਦਾ। ਤੇ ਉਹ ਕਹਿੰਦਾ ਬਰੜਾਉਣ ਲੱਗ ਗਿਆ ਸੁਪਨੇ ਦੇ ਵਿੱਚ। ਜਦੋਂ ਬਰੜਾਉਣ ਲੱਗ ਗਿਆ ਤੇ ਰਾਣੀਆਂ ਨੇ ਦੇਖਿਆ ਵੀ ਇਹਨੂੰ ਕੀ ਹੋ ਗਿਆ, ਲੱਤਾਂ ਮਹਾਂਜੀਆਂ ਮਾਰੀ ਜਾਂਦਾ, ਬਹੁਤ ਭੱਜਿਆ ਜਾ ਫਿਰਦਾ। ਕਹਿੰਦੇ ਉਹ ਇਹ ਜਿਹੜਾ ਕਹਿੰਦੇ ਹੈ ਨਾ ਵੀ ਇਹਨੂੰ ਸੁਪਨਾ ਆਇਆ ਹੋਇਆ। ਉਧਰ ਸੁਪਨੇ ਵਿੱਚ ਕੀ ਕਹਿੰਦਾ ਉਹ ਮੈਨੂੰ ਹਲਕ ਚੜਦਾ ਜਾਂਦਾ, ਉਹ ਮੈਂ ਮਰ ਜੂੰਗਾ, ਮੈਨੂੰ ਦਵਾਈ ਦੇ ਦਿਓ। ਉਹ ਕਹਿੰਦੇ ਉਧਰ ਵੈਦ ਹੈ ਪਰਲੇ ਪਾਸੇ, ਭੱਜ ਕੇ ਚਲਿਆ ਜਾ। ਦੌੜਿਆ ਜਾਂਦਾ, ਲੱਤਾਂ ਮਾਰਦਾ, ਮੰਜੇ ਤੇ ਪਿਆ, ਭੱਜ ਕੇ ਜਾ ਕੇ ਦੂਜੇ ਪਾਸੇ ਜਦੋਂ ਗਿਆ ਨਾ, ਤੇ ਜਾ ਕੇ ਵੈਦ ਨੂੰ ਕਹਿੰਦਾ ਵੀ ਮੈਨੂੰ ਦਵਾਈ ਦੇ ਦੇ, ਮੈਨੂੰ ਹਲਕ ਚੜਦਾ ਜਾਂਦਾ। ਉਹ ਕਹਿੰਦਾ ਪੈਸੇ ਕੱਢ। ਉਹ ਕਹਿੰਦਾ ਪੈਸੇ ਤਾਂ ਮੇਰੇ ਕੋਲੇ ਹੈ ਨਹੀਂ, ਪੈਸੇ ਤਾਂ ਮੇਰੇ ਕੋਲੇ ਹੈ ਨਹੀਂ ਗੇ। ਉਹ ਕਹਿੰਦਾ ਹੈ ਨਹੀਂ, ਮੈਂ ਤੈਨੂੰ ਦਵਾਈ ਨਹੀਂ ਦਿੰਦਾ। ਉਹ ਕਹਿੰਦਾ ਮੈਂ ਹੱਥ ਜੋੜਦਾ, ਮੈਂ ਮਰ ਜੂੰਗਾ। ਕਹਿੰਦਾ ਮਰਦਾ ਮਰ ਜਾ, ਮੈਨੂੰ ਕੀ ਪੁੱਛਦਾ ਕਿਤੇ ਕੋਈ। ਆਹ ਹਸਪਤਾਲਾਂ ਵਿੱਚ ਲੈ ਕੇ ਜਾਂਦੇ ਨੇ,
ਬਾਹਰ ਪਏ ਤੜਫੀ ਜਾਂਦੇ ਨੇ, ਤੜਫੀ ਬਾਹਰ ਪਏ, ਐਕਸੀਡੈਂਟ ਹੋਏ ਲਹੂ ਲਹਾਨ ਹੋਏ ਵੇ। ਉਹਦੀ ਇਹ ਆ ਵੀ ਸਾਡਾ ਆ ਇੱਕ ਜੀ ਆ, ਜੇ ਚੜ੍ਹਾਈ ਕਰ ਗਿਆ ਅਸੀਂ ਸਾਰੇ ਤਬਾਹ ਹੋ ਜਾਾਂਗੇ। ਕਹਿੰਦੇ ਹੁੰਦੇ ਆ ਹੋ ਜਾਓ, ਪਹਿਲਾਂ ਪੈਸੇ ਜਮ੍ਹਾਂ ਕਰਾਓ ਫਿਰ ਅੰਦਰ ਲੈ ਕੇ ਜਾਵਾਂਗੇ। ਕਈਆਂ ਨੂੰ ਤਾਂ ਮੋੜ ਦਿੰਦੇ ਨੇ, ਸੱਚ ਜਾਣੇ ਉਹ ਮੋੜ, ਉੱਥੇ ਬਾਹਰ ਪਏ ਰਹਿੰਦੇ ਆ, ਕੋਈ ਟੀਕਾ ਤੱਕ ਨਹੀਂ ਲਾਉਂਦਾ। ਐਸੇ ਸਮੇਂ ਹੁੰਦੇ ਨੇ। ਉਹ ਹੁਣ ਕਹਿੰਦਾ ਮੇਰੇ ਕੋਲੇ ਪੈਸਾ ਹੈ ਨਹੀਂ, ਮੈਨੂੰ ਦਵਾਈ ਦੇ ਦੇ। ਉਹ ਕਹਿੰਦੇ ਦਵਾਈ ਤੈਨੂੰ ਕਿੱਥੋਂ ਦੇ ਦਈਏ, ਪਹਿਲਾਂ ਪੈਸੇ ਕੱਢ। ਹੁਣ ਉਧਰ ਸੁਪਨੇ ਦੇ ਵਿੱਚ ਦੇਖ ਲਓ ਤੁਸੀਂ, ਭਿਖਾਰੀ ਬਣਿਆ ਪਿਆ ਹੈ ਬਾਦਸ਼ਾਹ, ਹੈ ਬਾਦਸ਼ਾਹ। ਹੁਣ ਨਾ ਤਾਂ ਉਹਦੇ ਕੋਲੇ ਕੋਈ ਪੈਸੇ ਲੈ ਕੇ ਪਹੁੰਚ ਸਕਦਾ, ਖੜੇ ਆਸੇ ਪਾਸੇ ਨਾ ਰਾਣੀਆਂ ਪਹੁੰਚ ਸਕਦੀਆਂ, ਨਾ ਨੌਕਰ, ਕੀ ਪਤਾ ਕਿੱਥੇ ਫਸਿਆ ਪਿਆ। ਨਾ ਤਾਂ ਉਹਦੇ ਕੋਲੇ ਕੋਈ ਲੈ ਜਾ ਸਕਦਾ, ਨਾ ਉਹਨੂੰ ਕੋਈ ਦਵਾਈ ਲੈ ਕੇ ਜਾ ਸਕਦਾ। ਉਹਦਾ ਇਲਾਜ ਇੱਕੋ ਹੀ ਹੈ, ਜੇ ਉਹਨੂੰ ਸੁਖੀ ਕਰਨਾ ਤਾਂ ਬਸ ਉਹਨੂੰ ਜਗਾ ਦਿਓ। ਜਦੋਂ ਜਾਗ ਪਿਆ, ਨਾ ਉੱਥੇ ਗਿਦੜੀਆਂ ਨੇ, ਨਾ ਉੱਥੇ ਕੋਈ ਵੈਦ ਹੈ, ਨਾ ਉੱਥੇ ਭਗਤ ਰਵਿਦਾਸ ਜੀ ਦੀ ਬਾਣੀ ਹੈ, ਨਰਪਤ ਏਕ ਸਗਾਸਣ ਸੋਇਆ, ਸੁਪਨੇ ਪਿਆ ਭਿਖਾਰੀ। ਬਾਣੀ ਨੂੰ ਨਾ ਆਪਾਂ ਮੱਥਾ ਟੇਕਦੇ ਆਂ, ਸਭ ਤੋਂ ਅਸੀਂ ਉੱਚੀ ਬਾਣੀ ਮੰਨਦੇ ਆਂ, ਪਰ ਇਹਨੂੰ ਪਿਆਰ ਨਾਲ ਸੁਣਿਆ ਕਰੋ ਤੇ ਇਹਨੂੰ ਸਮਝਿਆ ਕਰੋ। ਸਾਧੂ ਮਹਾਂਪੁਰਖ ਕੀ ਸਮਝਾਉਂਦੇ ਆ ਅਸਲ ਵਿੱਚ ਤਾਂ, ਨਹੀਂ ਤਾਂ ਸਾਨੂੰ ਸਮਝ ਵੀ ਨਹੀਂ। ਆ ਪੜ੍ਹ ਲਓ ਤੁਸੀਂ, ਨਰਪਤ ਏਕ ਸਗਾਸਣ ਸੋਇਆ, ਸੁਪਨੇ ਭਿਆ ਭਿਖਾਰੀ, ਅਸ਼ਤਰਾਤ ਵਿਸਰ ਦੁੱਖ ਪਾਇਆ, ਸੋ ਗਤ ਭਈ ਹਮਾਰੀ। ਨਹੀਂ ਪਤਾ ਲੱਗਣਾ ਵੀ ਇਹ ਕੀ ਗੱਲ ਹੈ, ਕੀ ਇਸ਼ਾਰਾ ਕਰਕੇ ਗਏ ਨੇ ਰਵਿਦਾਸ ਜੀ। ਜਦ ਇਸ ਨੂੰ ਖੁੱਲ ਕੇ ਕਿਸੇ ਸਾਧੂ ਮਹਾਂਪੁਰਖ ਕੋਲੋਂ ਸੁਣਾਂਗੇ ਤਾਂ ਉਹ ਉਹੀ ਜਗਾ ਦੂਗਾ ਇਹਦੀ ਆਤਮਾ ਨੂੰ, ਇਹਦੇ ਮਨ ਨੂੰ ਜਗਾ ਦੇਗੀ ਬਾਣੀ। ਐਸੀ ਬਾਣੀ ਹੈ, ਮਨ ਜਾਗੇ ਕਿ ਇਹ ਨਿਸ਼ਾਨੀ ਮਿੱਠੀ ਲੱਗੈ ਪ੍ਰਭ ਕੀ ਬਾਣੀ। ਜਦੋਂ ਇਹਦਾ ਮਨ ਜਾਗਦਾ ਨਾ, ਫਿਰ ਇਹ ਬਾਣੀ ਪੜ੍ਹਦਾ ਹੈ, ਫਿਰ ਇਹ ਬਚਨ ਸੁਣਦਾ ਹੈ, ਫਿਰ ਇਹਨੂੰ ਮਿੱਠੇ ਲੱਗਦੇ ਨੇ, ਪਿਆਰੇ ਲੱਗਦੇ ਨੇ। ਫਿਰ ਇਹ ਦੁਨੀਆ ਵਾਲੀ ਨੀਂਦ ਚੋਂ ਹੌਲੀ 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 ਜਾਗਦਾ ਜਾਗਦਾ ਜਾਗਦਾ, ਕਿਉਂਕਿ ਨੀਂਦ ਜਾਗੂ ਹੌਲੀ ਹੌਲੀ, ਕਿਉਂਕਿ ਬਾਹਲੀ ਗੂੜੀ ਨੀਂਦ ਚੜੀ ਹੋਈ ਹੈ। ਮਹਾਰਾਜ ਕਹਿੰਦੇ ਅਮਲ ਗਲੋਲਾ ਕੂੜ ਕਾ ਦਿੱਤਾ। ਸੰਤ ਮਹਾਰਾਜ ਜੀ ਰਤਵਾੜਾ ਸਾਹਿਬ ਵਾਲੇ ਬਚਨ ਸੁਣਾਉਂਦੇ ਹੁੰਦੇ, ਕਹਿੰਦੇ ਇਹ ਨਾ ਸਤਸੰਗ ਦੇ ਵਿੱਚ ਜਦੋਂ ਅਸੀਂ ਨੂੰ ਬਹੁਤ ਐਸੇ ਬਚਨ ਸੁਣਾਉਣੇ ਆ ਨਾ, ਇਹ ਥੋੜੀ ਜੀ ਅੱਖ ਖੋਲਦਾ, ਜਿਵੇਂ ਕੋਈ ਬਹੁਤਾ ਹੀ ਨਸ਼ੇ ਵਾਲਾ ਬੰਦਾ ਹੁੰਦਾ ਨਾ, ਉਹਨੂੰ ਹਿਲਾਈ ਜਾਓ ਦਾ ਕੀ ਕਹਿੰਦੇ ਆ, ਕੀ ਗੱਲ ਹੈ। ਉਹ ਐ ਕਹਿ ਕੇ ਮਾੜੀ ਜੀ ਸੁਣਦਾ, ਮਾੜੀ ਜੀ, ਫਿਰ ਅੱਖਾਂ ਬੰਦ, ਉੱਥੇ ਹੀ ਫੇਰ ਸੂਈ ਹੋਈ ਉੱਥੇ। ਇੰਨਾ ਕਹਿੰਦੇ ਗੂੜੀ ਨੀਂਦ ਵਿੱਚ, ਗੂੜੇ ਨਸ਼ੇ ਵਿੱਚ ਜਿਹੜਾ ਹੈ ਇੰਨਾ ਚੜਿਆ ਹੋਇਆ ਨਾ ਇਹਨੂੰ ਸਤਸੰਗ ਦੇ ਵਿੱਚ ਆ ਕੇ ਜੇ ਕਿਤੇ ਬਹੁਤ ਮਨ ਚਿਤ ਲਾ ਕੇ ਇਹ ਟੁੱਭਵੇਂ ਜਿਹੜੇ ਬਚਨ ਸੁਣੇ ਨਾ, ਵੀ ਤੈਨੂੰ ਜਗਾਉਂਦੇ ਨੇ ਤੈਨੂੰ, ਫਿਰ ਕਿਤੇ ਮਾੜੀ ਦੀ ਅੱਖ ਖੋਲਦਾ। ਕਹਿੰਦੇ ਕਰਿਆ ਕੀ ਜਾਵੇ ਗੁਰੂ ਜੀ, ਕਹਿੰਦੇ ਅਮਲ ਕਹਿੰਦੇ ਨਸ਼ਾ, ਅਮਲ ਗਲੋਲਾ। ਇੱਕ ਤਾਂ ਗੋਲੀ ਹੁੰਦੀ ਹੈ ਨਾ ਫੀਮ ਦੀ, ਕੋਈ ਗੋਲੀ ਖਾ ਲਈ, ਕਹਿੰਦੇ ਐਡਾ ਗੋਲਾ ਚਾਰਿਆ ਹੋਇਆ ਇਹਨੂੰ। ਅਮਲ ਗਲੋਲਾ ਕੂੜ ਦਾ, ਇੰਨਾ ਕੂੜ ਦਾ ਨਸ਼ਾ, ਝੂਠ ਨੂੰ ਹੀ ਮੰਨੀ ਬੈਠਾ ਸਭ ਕੁਛ। ਅਮਲ ਗਲੋਲਾ ਕੂੜ ਦਾ, ਦਿੱਤਾ ਦੇਵਨਹਾਰ, ਸੱਚ ਮਿਲਿਆ ਤੈਨਾਂ ਸੋਫੀਆਂ। ਸੱਚ ਨੂੰ ਲੈਂਦੇ ਆ ਸੋਫੀ। ਸੋਫੀ ਕਿਹੜਾ ਹੁੰਦਾ? ਜਿਹੜਾ ਜਿਹਨੂੰ ਨਸ਼ਾ ਨਾ ਹੋਵੇ, ਕੋਈ ਬਿਲਕੁਲ ਕੋਈ ਨਸ਼ਾ ਨਾ ਹੋਵੇ ਜਿਹਨੂੰ, ਉਹ ਸੱਚ ਦਾ ਵਣਜ ਕਰਦਾ। ਸੱਚ ਮਿਲਦਾ ਸੋਫੀਆਂ ਨੂੰ। ਇਹ ਨਸ਼ਾ ਲੈਂਦਾ ਇੱਥੇ ਆ ਕੇ। ਆਪਾਂ ਕਹਿੰਦੇ ਨਾ ਤਾਰਿਆ ਜਹਾਨ ਲਹਿਆ ਅਭਿਮਾਨ। ਇਹ ਨਸ਼ੇ ਲੈ ਗਏ ਸਾਰੇ ਗੁਰੂ ਦੇ ਦਰਸ਼ਨ ਕਰਕੇ। ਆ ਜਿਹੜੇ ਚਾੜੀ ਫਿਰਦਾ ਸੀ ਮੈਂ ਪਤਾ ਨਹੀਂ ਕੀ ਆ, ਇਹ ਸਾਰੇ ਨਸ਼ੇ ਲੈ ਗਏ। ਤਾਰਿਆ ਜਹਾਨ ਲਹਿਆ ਅਭਿਮਾਨ, ਜਿਨੀ ਦਰਸ਼ਨ ਪਾਇਆ, ਜਿਨੀ ਤੁਧਨੋਂ ਧਨ ਕਹਿਆ, ਤਿੰਨ ਜਮ ਨੇੜਨਾ। ਗੁਰੂ ਦੇ ਦਰਸ਼ਨ ਜਿਹੜਾ ਪੜ੍ਹਦੇ ਆ ਨਾ, ਮਲ ਜਨਮ ਜਨਮ ਦੀ ਕੱਟੀ ਐ, ਤੁਧ ਡਿੱਠੇ ਸੱਚੇ ਪਾਤਸ਼ਾਹ। ਇਹਨੂੰ ਸਮਝਿਆ ਕਰੋ। ਕਿਵੇਂ ਮਹਾਰਾਜ ਦੇ ਜਦੋਂ ਸਾਹਮਣੇ ਹੋ ਕੇ ਸ਼ੀਸ਼ਾ ਦੇਖਦੇ ਆ ਤੇ ਫਿਰ ਸਾਰਾ ਜਿਹੜਾ ਅਭਿਮਾਨ ਹੁੰਦਾ, ਸਭ ਜਿਹੜਾ ਕੂੜ ਦਾ, ਜਿਹੜਾ ਉੱਪਰ ਮਾੜਾ ਮੋਟਾ ਜਿਵੇਂ ਆਪਾਂ ਇਸ਼ਨਾਨ ਕਰ ਦਿੰਦੇ ਆ, ਮਾੜੀ ਮੋਟੀ ਮੈਲ ਲੱਗੀ ਹੁੰਦੀ ਹੈ, ਇਹ ਸਾਰੀ ਉਤਰ ਜਾਂਦੀ ਹੈ ਗੁਰੂ ਜੀ ਦੇ ਦਰਸ਼ਨ ਕਰਕੇ। ਜਦੋਂ ਸਾਹਮਣੇ ਕਹਿੰਦਾ ਨਾ ਮੈਂ ਕੁਛ ਨਹੀਂ ਕਰ ਸਕਦਾ, ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋਂ ਕਰੀ ਨਾ ਹੋਈ, ਵੀ ਸਾਰੇ ਇਹਦੇ ਉੱਤੋਂ ਕੂੜ ਦਾ ਰੰਗ ਉਤਰ ਜਾਂਦਾ। ਸਵਾਓ ਗੁਰੂ ਪਾਤਸ਼ਾਹ ਮਹਾਰਾਜ ਨੇ ਸਾਨੂੰ ਨਾਮ ਜਪਣ ਵਾਸਤੇ
ਸਿਮਰਨ ਕਰਨ ਵਾਸਤੇ ਹਰ ਬਿਨ ਜੀਓ ਜਲ ਬਲ ਜਾਉ। ਮਹਾਰਾਜ ਨੇ ਸੁੱਤੇ ਨੂੰ ਸਾਨੂੰ ਜਗਾ ਲੈਣਾ। ਇਹਦੇ ਨਾਲ ਵੀ ਸਾਰਾ ਕੁਝ ਹੀ ਉਤਰ ਜੂਗਾ। ਅੱਖ ਹੀ ਖੁੱਲ ਗਈ, ਸਾਰਾ ਸੁਪਨਾ ਹੀ ਉੱਡ ਜੂ ਕਿਸੇ ਪਾਸੇ, ਸਾਰੇ ਦੁੱਖ ਉਤਰ ਜਾਣਗੇ। ਇੱਕ ਬਚਨ ਪੜ੍ਹਦੇ ਆ ਆਪਾਂ, ਦਰਸ਼ਨ ਦੇਖ ਭਈ ਨਹਿ ਕੇਵਲ, ਜਨਮ ਮਰਨ ਦੁੱਖ ਨਾਸਾ। ਵੀ ਹੇ ਪ੍ਰਮਾਤਮਾ ਤੇਰੇ ਦਰਸ਼ਨ, ਅਜੇ ਸਾਡੇ ਮਨ ਨੂੰ ਦਰਸ਼ਨ ਹੋਏ ਨਹੀਂ ਨਾ। ਮਨ ਤਾਂ ਅਜੇ ਇੱਧਰ ਉੱਧਰ ਹੀ ਤੁਰਿਆ ਫਿਰਦਾ, ਇੱਧਰ ਅਜੇ ਉਸ ਟਿਕਾਣੇ ਤੇ ਨਹੀਂ ਲੱਗਿਆ ਉੱਥੇ, ਅਜੇ ਮਨ ਨੂੰ ਦਰਸ਼ਨ ਨਹੀਂ ਹੋਏ। ਜਦੋਂ ਮਨ ਨੂੰ ਦਰਸ਼ਨ ਹੋ ਗਏ ਨਾ, ਜਿੱਦਾਂ ਉਹਦੇ ਇੱਕ ਭੋਰੀ, ਜੇ ਤੂੰ ਮਿੱਤਰ ਅਸਾਡੜਾ ਇੱਕ ਭੋਰੀ ਦਰਸ਼ਨ ਦੀਜੈ। ਜੇ ਇੱਕ ਭੋਰੀ ਦਰਸ਼ਨ ਹੀ ਦੇ ਦੇ ਨਾ, ਇੱਕ ਭੋਰਾ ਹੀ ਬਸ, ਜੇ ਬੱਦਲਾਂ ਚੋਂ ਬਿਜਲੀ ਲਿਸ਼ਕਦੀ ਹੁੰਦੀ ਹੈ, ਉਹ ਤਾਂ ਗੁਪਤ ਹੁੰਦੀ ਹੈ। ਜੇ ਕਿਤੇ ਉਹ ਝਮਕਾ ਜਾ ਮਾਰ ਜੇ ਨਾ ਇੱਕ, ਤੇ ਧਰਤੀ ਤੇ ਚਾਨਣ ਕਰ ਦਿੰਦੀ ਹੈ। ਜੇ ਇੰਨਾ ਕੁ ਵੀ ਅੰਦਰੋਂ ਚਾਨਣ ਮਿਲ ਜੇ ਨਾ, ਪ੍ਰਕਾਸ਼ ਇੰਨਾ ਕੁ ਵੀ, ਤੇ ਮਹਾਰਾਜ ਕਹਿੰਦੇ ਦਰਸ਼ਨ ਦੇਖ ਭਈ ਨਹਿ ਕੇਵਲ ਜਨਮ ਤੇ ਮਰਨ, ਇਹ ਦੁੱਖ ਨਸ ਜੂਗਾ। ਇਹ ਉਹਦੇ ਗੁਣ ਆ, ਏਡਾ ਗੁਣ ਹੈ। ਐਵੇਂ ਨਹੀਂ ਉਹਦੇ ਦਰਸ਼ਨਾਂ ਨੂੰ ਲੋਚਦੇ। ਇੱਕ ਤੇਰੇ ਦਰਸ਼ ਦੀ ਖਾਤਰ ਛੱਡ ਦੇ ਦੁਨੀਆ ਸਾਰੀ। ਆ ਵੇਖਿਆ ਨਾ ਸਾਧੂਆਂ ਫਕੀਰਾਂ ਬਰਾਗੀਆਂ ਦੇ ਜੀਵਨ, ਆ ਸਾਰੀ ਦੁਨੀਆ ਨੂੰ ਹੀ ਤਿਆਗ ਦਿੰਦੇ। ਛੱਡ ਪਰੇ, ਕੁਛ ਨਹੀਂ ਦੇਖਣਾ ਮੇਰੀਆਂ ਅੱਖਾਂ ਨੇ, ਮੈਂ ਇੱਕ ਬਸ ਤੈਨੂੰ ਦੇਖਣਾ, ਬਸ ਤੈਨੂੰ ਦੇਖਣਾ। ਇੱਕ ਤੇਰੇ ਦਰਸ਼ਨ ਚਾਹੀਦੇ ਆ, ਹੋਰ ਕੁਛ ਨਹੀਂ। ਮੇਰੀਆਂ ਅੱਖਾਂ ਨੂੰ ਭੁੱਖ ਨਹੀਂ ਹੈ ਕੁਛ ਦੇਖਣ ਦੀ, ਮੈਂ ਕੁਛ ਨਹੀਂ ਦੇਖਣਾ, ਬਸ ਕੀ ਹੈ ਮਿੱਟੀ ਦਾ ਦੇਖਣਾ, ਇੱਥੇ ਤੈਨੂੰ ਦੇਖਣਾ। ਇੱਕ ਤੇ ਲਗਨ ਲੱਗ ਜੇ, ਇੱਕ ਤੇ ਬਖਸ਼ਿਸ਼ ਹੋ ਜੇ। ਇਹ ਜਿਹੜਾ ਇਹ ਚੀਜ਼ ਖਿੱਚ ਦੀ ਗੱਲ ਹੈ, ਕਿਸੇ ਦੇ ਅੰਦਰ ਵੀ ਪੈ ਸਕਦੀ ਹੈ ਖਿੱਚ। ਜਿਹਦੇ ਅੰਦਰ ਪੈ ਗਈ, ਲੱਗ ਜੇ ਲਗਨ ਜਿਨ੍ਹਾਂ ਨੂੰ ਤੇਰੀ, ਬਸ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਲਗਨ ਲੱਗ ਜੇ ਨਾ, ਲੱਗ ਜੇ ਲਗਨ ਜਿਨ੍ਹਾਂ ਨੂੰ ਤੇਰੀ, ਉਹਨਾਂ ਦੀ ਅੱਖ ਖੁੱਲ ਜਾਂਦੀ ਹੈ। ਲੱਗ ਜੇ ਲਗਨ ਜਿਨ੍ਹਾਂ ਨੂੰ ਤੇਰੀ, ਉਹਨਾਂ ਦੀ ਅੱਖ ਖੁੱਲ ਜਾਂਦੀ ਹੈ। ਲੱਗ ਜੇ ਲਗਨ ਜਿਨ੍ਹਾਂ ਨੂੰ ਤੇਰੇ, ਉਹਨਾਂ ਦੀ ਅੱਖ ਖੁੱਲ ਜਾਂਦੀ ਹੈ। ਲੱਗ ਜੇ ਲਗਨ ਜਿਨ੍ਹਾਂ ਨੂੰ ਤੇਰੀ, ਉਹਨਾਂ ਦੀ ਅੱਖ ਖੁੱਲ ਜਾਂਦੀ ਹੈ। ਤੇਰੇ ਉਹਨਾਂ ਦੀ ਅੱਖ ਖੁੱਲ ਜਾਂਦੀ ਹੈ। ਲੱਗ ਜੇ ਲਗਨ ਜਿਨ੍ਹਾਂ ਨੂੰ ਤੇਰੇ, ਉਹਨਾਂ ਦੀ ਅੱਖ ਖੁੱਲ ਜਾਂਦੀ ਹੈ। ਲੱਗ ਜੇ ਲਗਨ ਜਿਨ੍ਹਾਂ ਨੂੰ ਤੇਰੀ, ਉਹਨਾਂ ਦੀ ਅੱਖ ਖੁੱਲ ਜਾਂਦੀ ਹੈ। ਲੱਗ ਜੇ ਲਗਨ ਜਿਨ੍ਹਾਂ ਨੂੰ ਤੇਰੀ, ਉਹਨਾਂ ਦੀ ਅੱਖ ਖੁੱਲ ਜਾਂਦੀ ਹੈ। ਲੱਗ ਜੇ ਲਗਨ ਜਿਨ੍ਹਾਂ ਨੂੰ ਤੇਰੀ, ਉਹਨਾਂ ਦੀ ਅੱਖ ਖੁੱਲ ਜਾਂਦੀ ਹੈ। ਲੱਗ ਜੇ ਲਗਨ ਜਿਨ੍ਹਾਂ ਨੂੰ ਤੇਰੀ, ਉਹਨਾਂ ਦੀ ਅੱਖ ਖੁੱਲ ਜਾਂਦੀ ਹੈ। ਲਗਨ ਜਿਨ੍ਹਾਂ ਨੂੰ ਤੇਰੇ, ਉਹਨਾਂ ਦੀ ਅੱਖ ਖੁੱਲ ਜਾਂਦੀ ਹੈ। ਲੱਗ ਜੇ ਲਗਨ ਜਿਨ੍ਹਾਂ ਨੂੰ ਤੇਰੇ, ਉਹਨਾਂ ਦੀ ਅੱਖ ਖੁੱਲ ਜਾਂਦੀ ਹੈ। ਜਿਨ੍ਹਾਂ ਨੇ ਪ੍ਰੀਤ ਗੁਰੂ ਨਾਲ ਪਾਲੀ, ਦੁਨੀਆ ਸਭ ਭੁੱਲ ਜਾਂਦੀ ਹੈ। ਜਿਨ੍ਹਾਂ ਨੇ ਪ੍ਰੀਤ ਗੁਰੂ ਨਾਲ ਪਾਲੀ, ਦੁਨੀਆ ਸਭ ਭੁੱਲ ਜਾਂਦੀ ਹੈ। ਜਿਨ੍ਹਾਂ ਨੇ ਪ੍ਰੀਤ ਗੁਰੂ ਨਾਲ ਪਾਲੀ, ਸਭ ਭੁੱਲ ਜਾਂਦੀ ਹੈ। ਜਿਨ੍ਹਾਂ ਨੇ ਪ੍ਰੀਤ ਗੁਰੂ ਨਾਲ ਪਾਲੀ, ਦੁਨੀਆ ਸਭ ਭੁੱਲ ਜਾਂਦੀ ਹੈ। ਪ੍ਰੀਤ ਗੁਰਾਂ ਨਾਲ ਪਾਏ, ਉਹਨਾਂ ਦੀ ਅੱਖ ਖੁੱਲ ਜਾਂਦੀ ਹੈ। ਜਿਨ੍ਹਾਂ ਨੇ ਪ੍ਰੀਤ ਗੁਰਾਂ ਨਾਲ ਪਾਲੀ, ਦੁਨੀਆ ਸਭ ਭੁੱਲ ਜਾਂਦੀ ਹੈ। ਸਭ ਦੁਨੀਆ ਦੀਆਂ ਸੂਰਤਾਂ ਪਰੇ ਹੋ ਜਾਣਗੀਆਂ ਜਦ ਉਹਦੀ ਸੂਰਤ ਸਾਹਮਣੇ ਆਉਂਦੀ। ਉਹਨੂੰ ਅਕਾਲ ਮੂਰਤ ਕਹਿੰਦੇ ਆ। ਤਾਂ ਕਾਲ ਦੀਆਂ ਮੂਰਤਾਂ ਨੇ, ਬਾਕੀ ਤਾਂ ਜਿਹੜੇ ਆਪਾਂ ਦੇਖਦੇ ਆ ਤਾਂ ਕਾਲ ਨੇ ਖਾ ਲਏ। ਸਾਡੇ ਵਰਗੀਆਂ ਸ਼ਕਲਾਂ ਤੁਸੀਂ ਦੇਖੋ ਕਿੰਨੀਆਂ ਜੱਗ ਤੇ ਆਈਆਂ, ਸਭ ਦਾ ਰੇਤਾ ਬਣਾ ਕੇ ਮਿੱਟੀ ਚ ਰੋਲਤੇ ਸਾਰੇ। ਇੱਕ ਅਕਾਲ ਮੂਰਤ ਹੈ, ਅਕਾਲ। ਇੱਕ ਤਾਂ ਕਾਲ ਹੈ ਨਾ, ਇੱਕ ਅਕਾਲ ਜਿਹੜੀ ਅਬਨਾਸ਼ੀ ਹੈ। ਉਹ ਜਿਹੜੀ ਅਕਾਲ ਮੂਰਤ ਹੈ ਨਾ, ਜਿਹੜੀ ਉਹ ਨਹੀਂ ਨਾਸ਼ ਹੁੰਦੀ, ਉਹ ਉਵੇਂ ਹੀ ਰਹਿੰਦੀ ਹੈ। ਉਹਦਾ ਜਿਹੜਾ ਧਿਆਨ ਧਰ ਕੇ ਬੈਠਦੇ ਆ ਨਾ ਜਿੱਥੇ, ਉਹਨਾਂ ਨੂੰ ਪਤਾ ਹੈ ਵੀ ਇਹਨੇ ਮੇਰੇ ਸਾਹਮਣੇ ਪਰੇ ਨਹੀਂ ਹੋਣਾ, ਮੌਤ ਆਉਂਦੀ ਆ ਜੀ।
ਅਕਾਲ ਮੂਰਤ ਹੈ ਸਾਧ ਸੰਤਨ ਕੀ ਠਾਹਰਨ ਨੀਤੀ ਧਿਆਨ ਕੋ। ਕਿਤੇ ਮਤੀਦਾਸ ਕਮਲਾ ਸੀਗਾ ਜਿਹਦੇ ਸਿਰ ਤੇ ਆਰਾ ਰੱਖ ਲੈ, ਕਹਿੰਦੇ ਮੇਰਾ ਮੂੰਹ ਉਧਰ ਕਰਦੇ ਆ ਉਸ ਮੂਰਤ ਵੱਲ, ਉਸ ਮੂਰਤ ਵੱਲ ਨਾ, ਮੇਰੇ ਗੁਰੂ ਦੀ ਮੂਰਤ ਹੈ ਜਿਹੜੀ, ਕਹਿੰਦੇ ਹਾਂ, ਕਹਿੰਦੇ ਮੇਰਾ ਮੂੰਹ ਇੱਧਰ ਨੂੰ ਕਰ ਦਿਓ ਫਿਰ ਚੀਰ ਦਿਓ। ਇਹ ਬੜੇ ਰਾਜ ਨੇ ਇਹਨਾਂ ਗੱਲਾਂ ਵਿੱਚ। ਬਾਬਾ ਬੁੱਢਾ ਜੀ ਨੇ 113 ਸਾਲ ਸੇਵਾ ਕੀਤੀ ਹੈ। ਬ੍ਰਹਮ ਗਿਆਨੀ ਸਨ। ਬ੍ਰਹਮ ਗਿਆਨੀ ਉਹ ਹੁੰਦਾ ਜਿਹਨੂੰ ਰੱਬ ਸਾਹਮਣੇ ਦਿਸੇ। ਤੇ ਗੁਰੂ ਨਾਨਕ ਨੇ ਬਚਨ ਵੀ ਕੀਤੇ ਸੀਗੇ, ਕਹਿੰਦੇ ਬੁੱਢਿਆ ਤੈਥੋਂ ਓਲੇ ਨਾ ਹੋਸਾਂ। ਮਹਾਰਾਜ ਨੇ ਬਚਨ ਕੀਤੇ ਸੀ, ਤੈਨੂੰ ਪਤਾ ਹੋਊਗਾ ਵੀ ਗੁਰੂ ਨਾਨਕ ਦੀ ਜੋਤ ਕਿਹੜੇ ਹਿਰਦੇ 'ਚ ਜਗਦੀ ਹੈ, ਕਿੱਥੇ ਹੈ। ਤੇ ਬਾਬਾ ਬੁੱਢਾ ਜੀ ਜਦੋਂ ਸਰੀਰ ਛੱਡਣ ਲੱਗੇ ਨਾ, ਸਰੀਰ ਦਾ ਅੰਤ ਵੀ ਹੋਣਾ ਹੀ ਹੈ ਨਾ, ਇੱਕ ਦਿਨ ਸਾਰੇ ਸਰੀਰਾਂ ਦਾ ਅੰਤ ਹੋਣਾ, ਇਹਨੂੰ ਯਾਦ ਰੱਖਿਆ ਵੀ ਇਹਦਾ ਹੋਣਾ ਹੈ ਅੰਤ। ਹਰ ਇੱਕ ਦਾ ਅੰਤ ਹੋਣਾ ਹੈ। ਜੋ ਉਪਜਿਓ ਸੋ ਬਿਨਸੈ ਪਰੋ ਆਜ ਕਾ। ਬਾਬਾ ਬੁੱਢਾ ਜੀ ਕਹਿਣ ਲੱਗੇ, ਕਹਿੰਦੇ ਮਹਾਰਾਜ ਹੁਣ 12 ਸਾਲ ਦੀ ਉਮਰ ਤੋਂ ਲਾ ਕੇ 125 ਸਾਲ ਦੀ ਜਿਹੜੀ ਬਾਬਾ ਬੁੱਢਾ ਜੀ ਦੀ ਉਮਰ ਸੀ, 125 ਸਾਲ, ਤੇ ਹੁਣ ਜਿਹੜਾ ਹੈਗਾ ਸਰੀਰ ਦਾ ਜਿਹੜਾ ਇਹ ਤਿਆਗ ਕਰਨਾ ਹੈ। ਬੜੀ ਇਹਦੇ ਕੋਲੋਂ ਸੇਵਾ ਲਈ ਹੈ, ਰੱਜ ਰੱਜ ਕੇ ਮੌਜਾਂ ਮਾਣੀਆਂ, ਸਤਿਗੁਰਾਂ ਦਾ ਪਿਆਰ ਮਾਣਿਆ, ਤੇ ਹੁਣ ਅੰਤ ਸਮਾਂ ਜਿਹੜਾ ਉਹ ਨੇੜੇ ਹੈ। ਤੇ ਬਾਬਾ ਜੀ ਤੁਸੀਂ ਇੰਨੀ ਸੇਵਾ ਕੀਤੀ ਹੈ, ਵੇਖੋ 6 ਪਾਤਸ਼ਾਹੀਆਂ ਤੱਕ ਸੇਵਾ ਕੀਤੀ ਹੈ, ਕਦੇ ਇਹ ਨਹੀਂ ਕਿਹਾ ਮੈਨੂੰ ਗੁਰਗੱਦੀ ਤੇ ਬਿਠਾਓ, ਮੇਰੀ ਵੀ ਬੜੀ ਸੇਵਾ ਹੈ, ਮੈਨੂੰ ਬੜਾ ਚਿਰ ਹੋ ਗਿਆ ਨਾ। ਇੱਛਾ ਹੀ ਹੈ ਨਹੀਂ ਅੰਦਰ ਇਹਨਾਂ ਚੀਜ਼ਾਂ ਦੀ। 6 ਪਾਤਸ਼ਾਹੀਆਂ ਤੱਕ ਸੇਵਾ ਕਰਕੇ ਮੰਗਿਆ ਕੁਛ ਵੀ ਨਹੀਂ ਹੈ, ਕੁਛ ਨਹੀਂ ਮੰਗਿਆ। ਇੱਕ ਮੇਰੀ ਬੇਨਤੀ ਹੈ, ਗੁਰੂ ਤੇ ਯਕੀਨ ਕਰਕੇ ਰੱਖਿਓ, ਤੁਸੀਂ ਮੰਗੋ ਹੀ ਨਾ ਕੁਛ ਆਪੇ ਦਿਓਗੇ। ਇੱਕ ਤੇ ਥੋੜੀ ਵੀ ਜਾਣਦੇ ਹੀ ਨਹੀਂ, ਤੇਰੇ ਦੱਸੇ ਤੇ ਪਤਾ ਲੱਗੂਗਾ ਵੀ ਜਦੋਂ ਗੋਲ ਕਿਤੇ ਪਰਚੀ ਰੱਖੇਗਾ ਲਿਆ ਕੇ ਤਾਂ ਕਿਤੇ ਇਹਨੂੰ ਪਤਾ ਲੱਗੂਗਾ। ਤੇਰੇ ਯਕੀਨ ਦੇ ਵਿੱਚ ਕੱਚ ਆ ਜੇ ਕਿ ਤੇਰੇ ਅੰਦਰ ਹੀ ਨਹੀਂ ਜਾਣਦਾ, ਤੂੰ ਬੋਲ ਕੇ ਹੀ ਦੱਸੇਂਗਾ ਕਿ ਸਪੀਕਰ 'ਚ ਬੋਲ ਕੇ ਹੋਰ ਜ਼ਿਆਦੇ ਹੋਊਗਾ। ਤੂੰ ਭਰੋਸਾ ਦਾ ਕਾਇਮ ਕਰ ਆਪਦਾ। ਇਹ ਜਿਹੜੀ ਅਰਦਾਸ ਵਿਸ਼ਵਾਸ ਤੇ ਖੜੀ ਹੈ, ਅਰਦਾਸ ਆਸ ਵਿਸ਼ਵਾਸ। ਜਿਹਨੇ ਅਰਦਾਸ ਸੁਣਨੀ ਹੈ ਨਾ, ਉਹ ਤੇਰੇ ਅੰਦਰ ਹੀ ਹੈ, ਤੇਰੇ ਅੰਦਰ ਹੀ ਬੈਠਾ ਦੇਖਦਾ ਵੀ ਇਹ ਕੀ ਮੰਗਦਾ, ਕੀ ਕਰਦਾ। ਤੂੰ ਭਰੋਸਾ ਬਿਨ ਬੋਲਿਆ ਸਭ ਕੁਛ ਜਾਣਦਾ ਕਿਸ ਅੱਗੇ ਕੀਚੈ। ਇਹ ਨਹੀਂ ਵੀ ਅਸੀਂ ਅਰਦਾਸ ਕਰਨੀ ਨਹੀਂ, ਕਰਨੀ ਹੈ, ਪਰ ਗੱਲ ਯਕੀਨ ਦੀ ਕਰਦੇ ਆ ਵੀ ਕੱਲੇ ਇੱਥੇ ਪਰਚੀ ਤੇ ਕਿਨਾਰੇ ਜੀ ਵੀ ਬੋਲ ਜਾਂਦੀ, ਉਹ ਤੇਰੇ ਅੰਦਰ ਦੀਆਂ ਵੀ ਜਾਣਦਾ, ਸੁਣਦਾ ਹੈ। ਉਹਨੂੰ ਨੇੜੇ ਕਰਕੇ ਦੇਖ। ਮਰਜ਼ਾਦਾ, ਚਲੋ ਮਰਜ਼ਾਦਾ ਹੈ, ਗੁਰੂ ਦਾ ਦਰਬਾਰ ਹੈ, ਗੁਰੂ ਦੇ ਚਰਨਾਂ 'ਚ ਬੋਲ ਕੇ ਵੀ ਅਰਦਾਸ ਕਰਨੀ ਹੈ, ਕਰਦੇ ਆ, ਕਰਨੀ ਚਾਹੀਦੀ ਹੈ, ਪਰ ਤੇਰੇ ਯਕੀਨ ਤੇ ਗੱਲ ਕੱਲੀ ਪਰਚੀ ਤੇ ਨਾ ਖੜ ਜੀ ਬਸ। ਬਿਨ ਬੋਲਿਆ ਸਭ ਕੁਝ ਜਾਣਦਾ ਕਿਸ ਅੱਗੇ। ਬਾਬਾ ਜੀ ਕੋਈ ਤੁਹਾਡੀ ਇੱਛਾ, ਕੋਈ ਤੁਹਾਡੀ ਮੰਗ ਹੋਵੇ। ਬਾਬਾ ਜੀ ਕਹਿਣ ਲੱਗੇ, ਬਾਬਾ ਬੁੱਢਾ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ ਮੇਰੀ ਇੱਕ ਮੰਗਿਆ ਤਾਂ ਕੁਛ ਹੈ ਨਹੀਂ, ਪਰ ਇੱਕ ਮਨ ਦੀ ਇੱਛਾ ਹੈ। ਦੱਸੋ ਬਾਬਾ ਜੀ, ਕਿਉਂਕਿ ਇਹੋ ਜਿਹੇ ਸੇਵਾਦਾਰਾਂ ਨੂੰ ਤਾਂ ਮਹਾਰਾਜ ਮੂੰਹ ਦੇ ਵਿੱਚੋਂ ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇਵੇ। ਉਹ ਬੜੇ ਸੰਤੋਖੀ ਮਨ ਹੁੰਦੇ ਨੇ, ਸੰਤੋਖੀ ਰੱਜੇ ਹੋਏ। ਬਿਨ ਸੰਤੋਖ ਨਹੀਂ ਕੂ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ। ਉਹ ਸੰਤੋਖੀ ਮਨ ਹੁੰਦੇ ਆ। ਉਹ ਰੁੱਖੀਆਂ ਵੀ ਖਾਈ ਜਾਣ ਨਾ ਤਾਂ ਵੀ ਉਹ ਮੰਗਦੇ ਨਹੀਂ, ਕਹਿੰਦੇ ਮਹਾਰਾਜ ਤੇਰਾ ਜਿਹੜਾ ਪਿਆਰ ਹੈ ਨਾ, ਇਹਦੇ ਨਾਲ ਮਨ ਰੱਜਿਆ ਰਹਿੰਦਾ। ਨਾਨਕ ਭਗਤਾਂ ਭੁੱਖ ਸਲਾਹਨ ਸੱਚ ਨਾਮ ਆਧਾਰ। ਮੈਨੂੰ ਪਦਾਰਥਾਂ ਦੀ ਭੁੱਖ ਨਹੀਂ ਹੈ, ਮੈਨੂੰ ਆ ਗਹਿਣਿਆਂ ਮਾਇਆ ਦੀ ਭੁੱਖ ਨਹੀਂ ਆ ਮੈਂ ਆਇਆ ਹੋਵਾਂ। ਨਹੀਂ ਮਹਾਰਾਜ, ਮੈਂ ਤਾਂ ਬਸ ਤੇਰੇ ਚਰਨਾਂ ਨਾਲ ਜੁੜਿਆ ਹੋਵਾਂ। ਇਹ ਮਨ ਮੇਰਿਆ ਤੂੰ ਸਦਾ ਰਹੋ। ਮੈਂ ਆ ਮੇਰੇ ਮਨ 'ਚ ਭੁੱਖ ਹੈ, ਆ ਨਾ ਦੂਰ ਕਰਦੀ ਚਰਨਾਂ ਤੋਂ। ਦੂਜਾ ਜਿਹੜਾ ਕੁਛ ਹੈ ਜਿਹੋ ਜਿਹਾ ਤੂੰ ਦਿੰਨਾ ਮੇਰੇ ਵਾਸਤੇ ਉਹੀ ਅੰਮ੍ਰਿਤ, ਭਾਵੇਂ ਚਟਣੀ ਨਾਲ ਹੀ ਖਾ ਲਾਂ, ਭਾਵੇਂ ਪਾਟੀਆਂ ਟੁੱਟੀਆਂ ਚੱਪਲਾਂ ਹੀ ਪੈਰਾਂ 'ਚ ਪਾਈ ਫਿਰਾਂ, ਮੈਨੂੰ ਇਹਦਾ ਦੁੱਖ ਨਹੀਂ। ਮੈਨੂੰ ਕਿਤੇ ਆਪਦੇ ਚਰਨਾਂ ਤੋਂ ਦੂਰ ਨਾ ਕਰ ਦੇ। ਬੜੇ ਗੁਰਸਿੱਖ ਪਏ ਐਸੇ ਅੱਜ ਵੀ, ਜਿਹੜੇ ਸਿੱਖੀ ਵੀ ਨਿਭਾ ਰਹੇ ਨੇ। ਇਹ ਤਾਂ ਪਿਆਰ ਦੀ ਗੱਲ ਹੈ। ਇੱਥੇ ਦੇਖਿਆ ਨਾ ਤੁਸੀਂ, ਭਗਤਾਂ ਦੀ ਬਾਣੀ ਪੜ੍ਹ ਕੇ ਦੇਖਿਓ, ਜਿਹੜੇ ਭਗਤ ਨੇ ਨਾ, ਗਰੀਬ ਤੋਂ ਗਰੀਬ
ਅਸੀਂ ਤਾਂ ਕਹਿੰਦੇ ਮਾੜਾ ਜਿਹਾ ਲੋਟ ਹੋ ਜਾਈਏ ਕਿ ਨਾ ਕਰਜ਼ੇ ਕੁਰਜ਼ੇ ਇੱਧਰ ਉੱਧਰ ਕਰਕੇ ਪੈਸਾ ਦੇਣਾ ਲੈਣਾ ਫੇਰ ਛਕਾਂਗੇ ਅੰਮ੍ਰਿਤ, ਫੇਰ ਦੇਖਿਓ ਤੜਕੀ ਉੱਠ ਕੇ ਬਹਿ ਜਾ ਕਰਨਾ ਮੈਂ। ਇਹ ਤਾਂ ਮੈਂ ਭੁਲੇਖੇ ਨੇ, ਮੈਂ ਗੱਲਾਂ ਨੇ, ਮਨ ਦੇ ਲਾਰੇ ਨੇ। ਲਾਰੇ ਹੁੰਦੇ ਆ ਨਾ, ਲਾਰੇ, ਇਹ ਲਾਰੇ ਨੇ ਮਨ ਦੇ ਵੀ ਕੋਈ ਨਹੀਂ ਤੇਰੇ ਕੋਲੋਂ ਭਗਤੀ ਕਰਾਉਂਗਾ ਕਿ ਐਂ ਜੇ ਕਰ ਲਾ, ਆ ਬੁੜਾ ਹੋ ਕੇ ਕਰ ਲਈ, ਅਜੇ ਕੀ ਅਜੇ ਦੁਨੀਆ ਤਾਂ ਦੇਖ ਲੈ, ਭੱਜ ਨੱਠ ਕੇ ਕਿਰਾਂ ਫੇਰ ਕਰ ਲਈ, ਬੁੜਾ ਹੋਇਆ ਨਾਮ ਜਪ ਲਈ, ਬੁੜਾ ਹੋਇਆ ਅੰਮ੍ਰਿਤ ਛਕ ਲਈ, ਬੁੜਾ ਹੋਇਆ ਏਦਾਂ ਕਰ ਲਈ। ਇਹ ਮਨ ਦੇ ਲਾਰੇ ਨੇ ਸਾਰੇ, ਤੇ ਇਹਨੇ ਏਦਾਂ ਹੀ ਲੰਘਾ ਦੇਣੀ ਆ, ਸਾਰੀ ਲੰਘ ਜਾਣੀ ਆ, ਕੁਛ ਨਹੀਂ ਕਰਨ ਦੇਣਾ ਇਹਨੇ। ਜਦੋਂ ਇਹਦੀ ਵਾਰੀ ਆਉਣੀ ਹੈ ਬੁੜੇ ਹੋਏ ਦੀ, ਉਦੋਂ ਗੋਡੇ ਦੁਖਣ ਲੱਗ ਜਾਣਗੇ, ਹੋਰ 20 ਜੱਬ ਖਾਨੇ ਸ਼ੁਰੂ ਹੋ ਜਾਣਗੇ, ਤੂੰ ਬੰਦਗੀ ਕਿੱਥੇ ਕਰ ਲਏਗਾ। ਇਹ ਤਾਂ ਮਨ ਨੇ ਏਦਾਂ ਹੀ ਟਪਾ ਦੇਣਾ। ਮਨ ਦੇ ਮਤੇ ਨਾ ਚੱਲੀਏ, ਮਨ ਦੇ ਮਤੇ ਅਨੇਕ, ਮਨ ਦੇ ਮਾਰੇ ਮਰ ਗਏ ਕਾਜੀ ਮੁੱਲਾ ਸ਼ੇਖ। ਮਨ ਦੇ ਨਹੀਂ, ਗੁਰੂ ਦੇ ਆਖੇ ਲੱਗਣਾ ਜੋ ਗੁਰੂ ਜੀ ਕਹਿੰਦੇ ਨੇ। ਰਵਿਦਾਸ ਜੀ ਕਿੰਨੇ ਗਰੀਬ ਸੀਗੇ, ਤੜਕੇ ਰੋਟੀ ਪੱਕ ਗਈ ਨਾ, ਹੱਥ ਨੇ ਆਟਾ ਹੈ ਨਹੀਂ, ਹੱਥ ਨੇ ਪਕਾ ਲਈ, ਤੜਕੇ ਨੂੰ ਹੈ ਨਹੀਂ, ਇੰਨੀ ਗਰੀਬੀ ਦੇ ਵਿੱਚ। ਕਬੀਰ ਜੀ, ਇਹ ਨਹੀਂ ਵੀ ਗਰੀਬ ਹੋ ਗਈ ਤਾਂ ਹੀ ਰੱਬ ਯਾਦ ਆਉਂਦਾ ਹੈ। ਰਾਜਾ ਜਨਕ, ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਤੋ ਇਸ ਕਰਕੇ ਗਰੀਬੀ ਅਮੀਰੀ ਦੀਆਂ ਗੱਲਾਂ ਨਹੀਂ ਹਨ, ਇਹ ਤਾਂ ਲਗਨ ਦੀ ਗੱਲ ਹੈ। ਲੱਗ ਜੇ ਲਗਨ ਜਿਨ੍ਹਾਂ ਨੂੰ ਤੇਰੀ, ਉਹਨਾਂ ਦੀ ਅੱਖ ਖੁੱਲ ਜਾਂਦੀ ਹੈ। ਜਿਨ੍ਹਾਂ ਨੇ ਪ੍ਰੀਤ ਗੁਰਾਂ ਨਾਲ ਪਾ ਲਈ, ਦੁਨੀਆ ਸਭ ਭੁੱਲ ਜਾਂਦੀ ਹੈ। ਇੱਥੋਂ ਵਿਚਾਰ ਕਰਦੇ ਸੀ ਕਿ ਇੱਕ ਅਕਾਲ ਮੂਰਤ ਸਾਹਮਣੇ ਰਹਿ ਜਾਂਦੀ ਹੈ। ਬਾਬਾ ਬੁੱਢਾ ਜੀ ਕਹਿਣ ਲੱਗੇ, ਮਹਾਰਾਜ ਇੱਕ ਮੇਰੇ ਮਨ ਦੀ ਇੱਛਾ ਹੈ ਕਿ ਹੁਣ 125 ਸਾਲ ਦੀ ਉਮਰ ਹੋ ਗਈ, ਸਰੀਰ ਬਿਰਧ ਹੋ ਗਿਆ, ਕਿ ਜਦ ਮੈਂ ਸਰੀਰ ਛੱਡਾਂ ਨਾ, ਦੇਖੋ ਆਪਾਂ ਵੀ ਛੱਡਣਾ ਸਾਰਿਆਂ ਨੇ, ਸਾਡਾ ਪਤਾ ਨਹੀਂ ਕਿੱਥੇ ਧਿਆਨ ਰਹਿਣਾਗਾ। ਜੇ ਤਾਂ ਰਹਿ ਗਿਆ ਪੁੱਤਾਂ 'ਚ ਤਾਂ ਸੂਰੀ ਦਾ ਜਨਮ ਪੱਕਾ। ਇਹ ਲਿਖਿਆ ਪਿਆ, ਮੈਂ ਆਪਦੇ ਕੋਲੋਂ ਕੁਛ ਨਹੀਂ ਕਹਿਣਾ, ਬਾਣੀ ਕਹਿੰਦੀ ਹੈ, ਜੇ ਅੰਤ ਕਾਲ ਜੋ ਲੜਕੇ ਸਿਮਰੈ, ਐਸੀ ਚਿੰਤਾ ਮੇ ਜੇ ਮਰੈ, ਸੂਕਰ ਜੋਨ ਬਲ ਬਲ ਉਤਰੈ। ਇਹ ਸਜ਼ਾਵਾਂ ਨੇ ਲਿਖੀਆਂ ਹੋਈਆਂ। ਜਿੱਥੇ ਕਿਸੇ ਦਾ ਧਿਆਨ ਰਹਿ ਗਿਆ ਉਹਨੂੰ ਇਹ ਜਾਂ ਜੇ ਘਰ 'ਚ ਰਹਿ ਗਿਆ ਵੀ ਬੱਲੇ ਬੱਲੇ ਬੜੀ ਕੋਠੀ ਪਾਈ ਸੀ ਮਣਾ, ਤੂੰ ਤਾਂ ਛੱਡ ਵੀ ਚੱਲਿਆ ਓਏ, ਬਸ ਪ੍ਰੇਤ ਦਾ ਜਨਮ ਮਿਲਣਾ ਹੈ, ਇਸ ਨੂੰ ਜੂਨ ਮਿਲਣੀ ਹੈ ਪ੍ਰੇਤ ਦੀ ਜੂਨ ਵਿੱਚ ਜਾਏਗਾ। ਪ੍ਰੇਤ ਜੋਨ ਬਲ ਬਲ ਉਤਰੈ, ਅੰਤ ਕਾਲ ਜੋ ਮੰਦਰ ਸਿਮਰੈ। ਮੰਦਰ ਕਹਿੰਦੇ ਆ ਘਰਾਂ ਨੂੰ। ਜੇ ਘਰ ਦੇ ਵਿੱਚ ਹੀ ਰਹਿ ਗਿਆ ਵੀ ਆ ਬਥੇਰੇ, ਇੱਥੇ ਨੌਵੇਂ ਪਾਤਸ਼ਾਹ ਜਦੋਂ ਗਏ ਆ ਨਾ, ਇੱਥੇ ਜਿੰਨ ਬਣਿਆ ਹੋਇਆ ਸੀ, ਭੂਤਾਂ ਵਾਲੀ ਹਵੇਲੀ ਕਹਿੰਦੇ ਸੀ ਉਹਨੂੰ, ਭੂਤਾਂ ਵਾਲੀ। ਜਦ ਮਹਾਰਾਜ ਗਏ ਆ ਨਾ, ਔਰੰਗਜ਼ੇਬ ਨੇ ਸਭ ਤੋਂ ਪਹਿਲਾਂ ਭੂਤਾਂ ਵਾਲੀ ਹਵੇਲੀ 'ਚ ਹੀ ਬੰਦ ਕੀਤਾ ਸੀਗਾ, ਤੇ ਉੱਥੇ ਜਿੰਨ ਸੀ ਜਿਹੜਾ ਆਇਆ। ਨੌਵੇਂ ਪਾਤਸ਼ਾਹ ਤਾਂ ਚਲੋ ਮਾਲਕ ਸੀਗੇ, ਮਹਾਰਾਜ ਨੇ ਬਥੇਰੇ ਥਾਵਾਂ ਦੇ ਉੱਤੋਂ, ਆ ਜਿੱਥੇ ਆਨੰਦਪੁਰ ਸਾਹਿਬ ਵਸਿਆ ਨਾ, ਪਹਿਲਾਂ ਇੱਥੇ ਦਿਓ ਰਹਿੰਦਾ ਸੀ, ਪਹਿਲਾਂ ਉਹ ਕੱਢਿਆ, ਮਾਖੋਵਾਲ ਦੀ ਧਰਤੀ ਵੱਜਦੀ ਸੀ। ਇਹਨਾਂ ਚੀਜ਼ਾਂ ਨੂੰ ਆਪਾਂ ਪਾਸੇ ਨਾ ਕਰੋ ਵੀ ਸਾਡੇ ਲੋਕ ਪਤਾ ਨਹੀਂ ਪੁੱਛਿਆ ਵਾਲਿਆ ਕਿੰਨੀ ਚਲੇ ਜਾਣਗੇ, ਜਾਂਦਾ ਕੋਈ ਜਾਵੇ, ਅਸੀਂ ਸੱਚ ਦੱਸਣਾ, ਉੱਥੋਂ ਵੀ ਕੀ ਲੈ ਲੂਗਾ ਜਾ ਕੇ। ਗੁਰੂ ਪਾਤਸ਼ਾਹ ਮਹਾਰਾਜ ਨੇ ਕਿੱਡੇ ਦਾ ਆਧਾਰ ਕੀਤਾ, ਬਠਿੰਡੇ ਦੇ ਕਿਲੇ ਦੇ ਵਿੱਚੋਂ ਦਿਓ ਨੂੰ ਕੱਢਿਆ। ਗੋਇੰਦਵਾਲ ਦੀ ਧਰਤੀ ਦੇ ਉੱਤੇ ਸਾਰੇ ਜਿੰਨੇ ਭੂਤ ਪ੍ਰੇਤ ਉੱਥੇ ਨਖੇਦੂ ਜਿੰਨਾ ਸੀ, ਉਹ ਮਹਾਰਾਜ ਤੀਜੇ ਪਾਤਸ਼ਾਹ ਨੇ ਕੱਢੀਆਂ। ਇਹ ਕਿਤੇ ਝੂਠ ਥੋੜੀ ਹੈ ਗੱਲ, ਕਿਵੇਂ ਲੁਕੋ ਲਾਂਗੇ ਇਸ ਨੂੰ ਅਸੀਂ। ਇਹ ਚੜ੍ਹਦੇ ਸੂਰਜ ਨੂੰ ਕੋਈ ਉੱਤੇ ਕੱਪੜਾ ਪਾ ਕੇ ਲੁਕੋ ਨਹੀਂ ਸਕਦਾ। ਸਾਡਾ ਇਤਿਹਾਸ ਸੂਰਜ ਵਾਂਗ ਹੈ, ਸੂਰਜ ਨੂੰ ਕਿਹੜਾ ਫੜ ਲੂਗਾ, ਉਹ ਆਉਂਦਾ ਚੜ੍ਹਦਾ, ਲਾਲੇ ਜੀ ਨੇ ਜ਼ੋਰ ਲਾਉਣਾ, ਜਿਹੜਾ ਸਰਕਾਰਾਂ ਨੇ ਲਾਉਣਾ, ਉਹ ਚੜ੍ਹ ਕੇ ਹਟੂਗਾ। ਇਸੇ ਤਰ੍ਹਾਂ ਸਾਡਾ ਜਿਹੜਾ ਇਤਿਹਾਸ ਹੈ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਜਿਹੜੀ ਬਾਣੀ ਹੈ, ਇਹਨੂੰ ਕੋਈ ਲੁਕੋ ਨਹੀਂ ਸਕਦਾ। ਨਾ ਗੁਰੂ ਦੇ ਪਿਆਰਿਆਂ ਨੂੰ, ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ। ਤੋ ਉਹ ਵਿਚਾਰ ਕਰਦੇ ਸੀ ਕਿ ਆਪਾਂ ਕਿ ਉਹ ਜਿੱਥੇ ਕਿਸੇ ਦੀ ਸੁਰਤ ਰਹੇਗੀ, ਅੰਤ ਸਭ ਦਾ ਹੋਣਾ ਆਪਣਾ ਵੀ। ਗੁਰਸਿੱਖ ਧਿਆਨ ਕਿਉਂ ਲਾ ਕੇ ਰੱਖਦੇ, ਕਿ ਯਾਦ ਰੱਖੀ, ਗੁਰਸਿੱਖ ਰੋਜ਼ ਮਰਦਾ, ਉਹਨੂੰ ਪਤਾ ਹੈ, ਤੜਕੇ ਬੈਠਦਾ ਹੈ, ਆਹ ਅਕਾਲ ਮੂਰਤ ਅਬਨਾਸ਼ੀ ਹੈ, ਮੈਂ ਇਹਦੇ ਨਾਲ ਜੁੜਨਾ, ਤੇ ਇਹਨੂੰ ਛੱਡ ਪਰੇ ਬਣਾ। ਉਹਦੇ ਪੱਕਿਆ ਮਨ ਦੇ ਵਿੱਚ, ਉਹਦੇ ਪਕਾ ਲਿਆ ਉਸਨੇ, ਜਿਵੇਂ ਸਭ ਕੋਈ ਪਕਾ ਲਿਆ ਹੁੰਦਾ ਨਾ, ਵੀ ਆ ਅੰਤ ਵੇਲੇ ਜਿਹੜਾ ਅੰਤ ਕਾਲ ਜੋ ਨਰੈਣ ਸਿਮਰੈ, ਐਸੀ ਚਿੰਤਾ ਮੇਜੇ ਮਰੈ, ਬੱਤ ਲੋਚਨ ਤੇ ਨਰ ਮੁਕਤਾ, ਪੀਤੰਬਰ ਬਾਕੇ ਹਿਰਦੇ ਵਸੈ। ਉਹ ਰੋਜ਼ ਅਭਿਆਸ ਕਰਦਾ ਵੀ ਮੈਂ ਸਰੀਰ ਛੱਡਣਾ ਨਾ, ਜਦੋਂ ਸਾਰੀ ਦੁਨੀਆ ਛੱਡਣੀ ਹੈ, ਆ ਰਹੂਗਾ। ਨਾਮ ਰਹਿਓ, ਸਾਧੂ ਰਹਿਓ,
ਗੁਰ ਗੋਬਿੰਦ ਕਹੋ ਨਾਨਕੇ ਜਗਤ ਮੈਂ ਕਿਨ ਜਪਿਓ ਗੁਰਮੰਤ। ਉਹਦਾ ਬੇੜਾ ਪਾਰ ਜਾਊਗਾ, ਭਾਵੇਂ ਉਹ ਦਿਹਾੜੀ ਕਰਦਾ ਹੈ, ਭਾਵੇਂ ਉਹ ਬਾਦਸ਼ਾਹ ਹੈ, ਭਾਵੇਂ ਉਹ ਕਿਤੇ ਵੀ ਜਿੱਥੇ ਉਹ ਆਪਣੀ ਜ਼ਿੰਦਗੀ ਗੁਜ਼ਾਰ ਰਿਹਾ ਹੈ, ਪਰ ਉਹਦੇ ਕੋਲੇ ਬਹੁਤ ਵੱਡੀ ਦਾਤ ਲੈ ਗਿਆ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਗੁਰਸਿੱਖ ਜਿਹੜਾ ਹੈ। ਆ ਵੇਖੋ ਬਾਬਾ ਬੁੱਢਾ ਜੀ, ਮੈਂ ਸਰੀਰ ਛੱਡਣਾ ਮਹਾਰਾਜ, ਜਦੋਂ ਸਰੀਰ ਦਾ ਅੰਤ ਹੋਣਾ, ਨਿਕਲਣਾ ਨਾ ਸਰੀਰ ਦੇ ਵਿੱਚੋਂ, ਛੱਡਣਾ ਇਸ ਨੂੰ, ਤੇ ਮਹਾਰਾਜ ਉਦੋਂ ਤੁਸੀਂ ਮੇਰੇ ਸਾਹਮਣੇ ਬੈਠੇ ਹੋਏ, ਮੇਰੇ ਸਾਹਮਣੇ ਬੈਠੇ ਹੋਏ ਹੋ, ਤੇ ਮੈਂ ਤੁਹਾਨੂੰ ਦੇਖ ਕੇ ਜਿਹੜਾ ਹੈ ਨਾ ਦਰਸ਼ਨ ਕਰਦਾ ਕਰਦਾ, ਦਰਸ਼ਨ ਗੁਰੂ ਦੇ ਦਰਸ਼ਨ, ਸਤਿਗੁਰ ਦਰਸ਼ਨ ਧੰਨ ਹੈ। ਭਾਈ ਗੁਰਦਾਸ ਜੀ ਕਹਿੰਦੇ ਸਤਿਗੁਰ ਦੇ ਦਰਸ਼ਨ ਧੰਨ ਹੈ, ਇਹ ਮੁਕਤ ਕਰ ਦੇਣਗੇ ਤੈਨੂੰ, ਇਹ ਦਰਸ਼ਨਾਂ ਨੇ ਤੇਰਾ ਜਨਮਾਂ ਜਨਮਾਂ ਦੀ ਮੈਲ ਲਾ ਦੇਣੀ ਹੈ। ਸਤਿਗੁਰ ਦਰਸ਼ਨ ਧੰਨ ਹੈ। ਪਰ ਉਦੋਂ ਵੱਡੀ ਗੱਲ ਕਹਿ ਗਏ, ਕਹਿੰਦੇ ਧੰਨ ਧੰਨ ਸਿੱਖ ਪਰਸਨ ਆਇਆ। ਕਹਿੰਦੇ ਜੇ ਗੁਰੂ ਦੇ ਦਰਸ਼ਨ ਧੰਨ ਹੈ ਨਾ, ਜਿਹੜਾ ਉਹ ਦਰਸ਼ਨ ਕਰੀ ਜਾਂਦਾ ਉਹ ਧੰਨ ਧੰਨ ਹੈ, ਧੰਨ ਧੰਨ ਹੋ ਗਿਆ। ਜੇ ਗੁਰੂ ਦੇ ਚਰਨ ਧੰਨ ਆ ਨਾ, ਵੀ ਇੱਥੇ ਤਾਤੀ ਵਾਉ ਨਾ ਲੱਗੇ ਪਾਰ ਬ੍ਰਹਮ ਸ਼ਰਨਾਈ, ਕਹਿੰਦੇ ਧੰਨ ਉਹ ਵੀ ਹੈ ਜਿਹੜਾ ਚਰਨਾਂ ਨਾਲ ਜੁੜ ਗਿਆ, ਜਿਹੜਾ ਚਰਨਾਂ 'ਚ ਚੱਲ ਕੇ ਆ ਗਿਆ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਗੁਰਚਰਨੀ ਜਾਏ ਪੜਤੇ ਆ। ਐਦੂ ਵੱਡੇ ਭਾਗ ਕਿਹਦੇ ਹੁਣ, ਜਿਹੜਾ ਗੁਰੂ ਦੇ ਚਰਨਾਂ 'ਚ ਆ ਗਿਆ। ਨਹੀਂ ਇੱਥੇ ਮਟੀਆਂ ਮਸਾਣੀਆਂ 'ਚ ਦਰਖਤਾਂ 'ਚ ਉਲਝੀ ਪਈ ਹੈ ਦੁਨੀਆ, ਉਲਝੇ ਪਏ ਐ, ਲੱਭ ਨਹੀਂ ਰਿਹਾ ਵੀ ਕਿੱਥੇ ਮਨ ਨੂੰ ਜੋੜ ਗਏ। ਦਰਖਤ ਅੱਖਾਂ ਨਾਲ ਦਿਸਦਾ, ਇਹਦੇ 'ਚ ਹੀ ਲੱਗ ਗਏ। ਆ ਹੋਰ ਚੀਜ਼ਾਂ 'ਚ ਭਟਕੀ ਫਿਰਦੀ ਹੈ ਦੁਨੀਆ, ਭਟਕੀ ਕੋਈ ਵਿਰਲਾ ਜਿਹੜਾ ਗੁਰੂ ਦੇ ਚਰਨਾਂ ਨਾਲ ਜੁੜਦਾ। ਬਾਬਾ ਬੁੱਢਾ ਜੀ ਕਹਿਣ ਲੱਗੇ, ਕਹਿੰਦੇ ਸੱਚੇ ਪਾਤਸ਼ਾਹ ਸਾਰੀ ਜ਼ਿੰਦਗੀ ਦੀ ਸੇਵਾ, ਗੁਰੂ ਨਾਨਕ ਦੀਆਂ ਖੁਸ਼ੀਆਂ ਲਈਆਂ, ਗੁਰੂ ਅੰਗਦ ਦੇਵ ਜੀ ਮਹਾਰਾਜ ਦੀਆਂ ਖੁਸ਼ੀਆਂ ਲਈਆਂ, ਤੀਜੇ ਪਾਤਸ਼ਾਹ ਮਹਾਰਾਜ ਦੀਆਂ ਖੁਸ਼ੀਆਂ ਲਈਆਂ, ਗੁਰੂ ਰਾਮਦਾਸ ਮਹਾਰਾਜ ਦੀਆਂ ਖੁਸ਼ੀਆਂ ਲਈਆਂ, ਪੰਜਵੇਂ ਪਾਤਸ਼ਾਹ ਮਹਾਰਾਜ ਦੀਆਂ ਤਤੀਆਂ ਤੇ ਤਵੀਆਂ ਤੇ ਬਹਿਣ ਵਾਲੇ ਸਤਿਗੁਰੂ ਉਹਨਾਂ ਦੀਆਂ ਖੁਸ਼ੀਆਂ ਲਈਆਂ, ਛੇਵੇਂ ਪਾਤਸ਼ਾਹ ਜਿਨ੍ਹਾਂ ਦਾ ਉਹਨਾਂ ਦੇ ਬਚਨਾਂ ਨਾਲ ਹੀ ਜਿਹੜਾ ਅਵਤਾਰ ਹੋਇਆ, ਬਚਨਾਂ ਨਾਲ ਬਾਬਾ ਬੁੱਢਾ ਜੀ ਦੇ ਬਚਨ ਹੋਏ ਤੇ ਛੇਵੇਂ ਪਾਤਸ਼ਾਹ ਮਹਾਰਾਜ ਦਾ ਅਵਤਾਰ ਹੋਇਆ। ਤੇ ਜਦੋਂ ਅਵਤਾਰ ਹੋ ਗਿਆ ਤੇ ਜਦੋਂ ਨਾਂ ਰੱਖਣਾ ਸੀ ਤੇ ਗੁਰੂ ਪਾਤਸ਼ਾਹ ਮਹਾਰਾਜ ਗੁਰੂ ਅਰਜਨ ਦੇਵ ਜੀ ਕਹਿੰਦੇ ਉਹ ਬ੍ਰਹਮ ਗਿਆਨੀ ਮਹਾਂਪੁਰਖਾਂ ਕੋਲੇ ਲੈ ਜਾਓ, ਆਪੇ ਰੱਖ ਦੇਣਗੇ। ਉਹਨਾਂ ਦੀ ਦਾਤ ਹੈ ਇਹ ਉਹਨਾਂ ਨੇ ਬਖਸ਼ਿਆ ਨੇ, ਉਹਨਾਂ ਦੀਆਂ ਬ੍ਰਹਮ ਗਿਆਨੀਆਂ ਦੀਆਂ। ਤੇ ਉਹ ਜਦੋਂ ਲੈ ਕੇ ਗਏ ਤੇ ਜਾ ਕੇ ਮੂਹਰੇ ਝੋਲੀ ਚ ਪਾਤਾ, ਬਾਬਾ ਜੀ ਆ ਤੁਹਾਡੇ ਬਚਨਾਂ ਦੀ ਦਾਤ ਹੈ ਤੁਹਾਡੀ। ਗੁਰੂ ਪਾਤਸ਼ਾਹ ਮਹਾਰਾਜ ਨੂੰ ਸਾਹਿਬਜ਼ਾਦੇ ਜੀ ਦਾਤ ਬਖਸ਼ਿਸ਼ ਕੀਤੀ ਹੈ। ਜਦੋਂ ਐਂ ਕਰਕੇ ਝੋਲੀ ਚ ਪਾਇਆ, ਕਹਿੰਦੇ ਇਹਦਾ ਨਾਮ ਰੱਖਣਾ ਹੈ। ਤੇ ਬਾਬਾ ਬੁੱਢਾ ਜੀ ਦੇਖ ਕੇ ਕਰਕੇ ਦਰਸ਼ਨ, ਕਹਿੰਦੇ ਇਹ ਤਾਂ ਮੇਰਾ ਹਰਗੋਬਿੰਦ ਹੈ, ਇਹ ਤਾਂ ਮੇਰਾ ਹਰਗੋਬਿੰਦ ਹੈ। ਅੱਜ ਛੇਵੇਂ ਪਾਤਸ਼ਾਹ ਮਹਾਰਾਜ ਜਵਾਨ ਹੋ ਗਏ ਤੇ ਅੱਜ ਉਹੀ ਬਾਬਾ ਬੁੱਢਾ ਜੀ ਜਿਹਦਾ ਨਾਮ ਵੀ ਆਪ ਰੱਖਿਆ, ਜਿਹਦੇ ਬਚਨਾਂ ਨਾਲ ਵੀ ਗੁਰਗੱਦੀ ਤੇ ਵੀ ਕਰੋੜਾਂ ਬ੍ਰਹਮੰਡਲਾਂ ਦੇ ਮਾਲਕ ਬਣੇ ਬੈਠੇ ਨੇ। ਤੇ ਅੱਜ ਇੱਕ ਦਾਸ ਬਣ ਕੇ ਕਹਿੰਦੇ ਤੁਹਾਡੇ ਦਰਸ਼ਨ ਕਰਕੇ ਜਿਹੜਾ ਮੇਰੇ ਸਰੀਰ ਦਾ ਅੰਤ ਹੋ ਜੇ, ਗੁਰੂ ਦੇ ਦਰਸ਼ਨ। ਤੇ ਬਾਬਾ ਬੁੱਢਾ ਜੀ ਦੇ ਦੇਖਦਿਆਂ ਤੇ ਬਾਬਾ ਬੁੱਢਾ ਜੀ ਨੇ ਫਿਰ ਉੱਥੇ ਸਰੀਰ ਛੱਡਿਆ। ਜਦੋਂ ਬਾਬਾ ਬੁੱਢਾ ਜੀ ਨੇ ਸਰੀਰ ਛੱਡਿਆ ਨਾ, ਦਰਸ਼ਨ ਕਰਦੇ ਕਰਦੇ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਣੀ। ਐ ਜਿਹੜੀ ਰੂਹ ਸੀ ਪ੍ਰਮਾਤਮਾ ਦੇ ਵਿੱਚ, ਜਿਵੇਂ ਪਾਣੀ 'ਚ ਪਾਣੀ ਮਿਲ ਜਾਂਦਾ ਹੈ, ਇਦਾਂ ਜਿਹੜੀ ਉਹ ਲੈ ਹੋ ਗਈ। ਤੇ ਉਸ ਤੋਂ ਬਾਅਦ ਛੇਵੇਂ ਪਾਤਸ਼ਾਹ ਮਹਾਰਾਜ ਨੇ ਬਾਬਾ ਬੁੱਢਾ ਜੀ ਦੇ ਸਰੀਰ ਨੂੰ ਸੰਭਾਲਿਆ। ਤੇ ਇੱਥੋਂ ਤਿੱਕਰ ਵੀ ਕਾਨੀ ਵੀ ਆਪ ਲੱਗੇ ਛੇਵੇਂ ਪਾਤਸ਼ਾਹ, ਅੱਖਾਂ 'ਚੋਂ ਜਲ ਛਲਕਿਆ ਮਹਾਰਾਜ ਦੇ ਉਸ ਵੇਲੇ। ਇਹ ਗੱਲ ਯਾਦ ਰੱਖਿਓ, ਜਦੋਂ ਗੁਰੂ ਪਾਤਸ਼ਾਹ ਮਹਾਰਾਜ ਦੇ ਕਿਤੇ ਬਿੰਦੀ ਪੁੱਤਰਾਂ ਦੀ ਗੱਲ ਆਈ ਨਾ, ਭਾਵੇਂ ਸਾਹਿਬਜ਼ਾਦੇ ਸਾਹਮਣੇ ਟੁਕੜੇ ਟੁਕੜੇ ਹੋ ਗਏ, ਅੱਖਾਂ 'ਚੋਂ ਜਲ ਨਹੀਂ ਆਇਆ, ਅੱਖਾਂ 'ਚ ਜਲ ਨਹੀਂ ਆਇਆ। ਜਦ ਗੁਰੂ ਪਾਤਸ਼ਾਹ ਮਹਾਰਾਜ ਦੀ ਜਿਹੜੀ ਬਿੰਦੀ ਅੰਸ਼ ਹੁੰਦੀ ਹੈ, ਜਦ ਉਹਨਾਂ ਦੇ ਸਾਹਮਣੇ ਟੁਕੜੇ ਹੋਏ, ਨੀਹਾਂ 'ਚ ਚਿਣੇ ਗਏ, ਹੋਰ ਵੀ ਬੜਾ ਕੁਝ ਹੋਇਆ, ਇਤਿਹਾਸ ਪੜ੍ਹ ਲਓ। ਤੇ ਜਦੋਂ ਨਾਦੀ ਪੁੱਤਰ ਆਪਾਂ ਗੁਰੂ ਸਾਹਿਬ ਦੇ ਨਾਦੀ ਪੁੱਤਰ, ਆਪਣੇ ਬਿੰਦੀ ਪੁੱਤਰਾਂ ਤੋਂ ਨਾਦੀ ਪੁੱਤਰ ਇੰਨੇ ਪਿਆਰੇ ਨੇ ਨਾ, ਇੰਨੇ ਪਿਆਰੇ ਨੇ। ਮਹਾਰਾਜ ਕਹਿੰਦੇ ਇਨ ਪੁੱਤਰਨ ਕੇ ਸੀਸ ਪੈ, ਨਾਦੀ ਪੁੱਤਰ ਹੈ ਮੇਰਾ ਖਾਲਸਾ, ਵਾਰ ਦੀਏ ਸਤਚਾਰ, ਚਾਰ ਮੂਏ ਤੋਂ ਕਿਆ ਭਇਆ ਜੀਵਤ ਕਈ। ਆ ਨਾਦੀ ਪੁੱਤਰ ਹੈ ਮੇਰਾ ਖਾਲਸਾ, ਆ ਮੇਰੇ। ਜਦੋਂ ਕਿਤੇ ਨਾਦੀ ਪੁੱਤਰ ਨੂੰ ਕਿਤੇ ਇਹੋ ਜਿਹੀ ਗੱਲ ਵਰਤੀ ਨਾ, ਭਾਵੇਂ ਉਹ ਮਹਾ ਸਿੰਘ ਕਿਉਂ ਨਾ ਹੋਵੇ,
ਮਹਾਰਾਜ ਦੇ ਅੱਖਾਂ 'ਚੋਂ ਜਲ ਆ ਗਿਆ। 10ਵੇਂ ਪਾਤਸ਼ਾਹ ਮਹਾਰਾਜ ਦੇ ਜਿੱਥੇ ਕਿਤੇ ਨਾਦੀ ਪੁੱਤਰ ਦੀ ਗੱਲ ਆਈ, ਅੱਜ ਬਾਬਾ ਬੁੱਢਾ ਜੀ ਦੀ ਗੱਲ ਆਈ, ਤੇ ਬਾਬਾ ਬੁੱਢਾ ਜੀ ਨੂੰ ਜਦੋਂ 6ਵੇਂ ਪਾਤਸ਼ਾਹ ਨੇ ਦਿੱਤਾ ਨਾ ਮੋਢਾ, ਉਸ ਵੇਲੇ ਮਹਾਰਾਜ ਦੇ ਨੈਣ ਛਲਕੇ, ਜਲ ਛਲਕੇ। ਕਹਿੰਦੇ ਅੱਜ ਇੱਕ ਸਿੱਖ ਕੌਮ ਦਾ ਥੰਮ ਹਿੱਲ ਗਿਆ। ਇਹ ਏਦਾਂ ਦੇ ਮਹਾਰਾਜ ਬਚਨ ਕਰਦੇ ਆ, ਵਿਰਾਗ ਦੇ ਬਚਨ ਕਰਦੇ ਸਤਿਗੁਰੂ ਪਾਤਸ਼ਾਹ ਮਹਾਰਾਜ ਆਪ ਜਾ ਕੇ ਸਾਰਾ ਅੱਗੇ ਜਾ ਕੇ ਉਹਨਾਂ ਦਾ ਜਿਹੜਾ ਸੰਸਕਾਰ ਸੀ ਗੁਰਮਤਿ ਅਨੁਸਾਰ ਆਪ ਗੁਰੂ 6ਵੇਂ ਪਾਤਸ਼ਾਹ ਮਹਾਰਾਜ ਨੇ ਸਾਰਾ ਕੁਛ ਕੀਤਾ। ਇਹ ਤਾਂ ਪਿਆਰ ਦੀਆਂ ਗੱਲਾਂ ਨੇ। ਐਸੀ ਜੇ ਸਿੱਖ ਦੀ ਇਹੋ ਜਿਹੀ ਪ੍ਰੀਤੀ ਹੈ ਜਿਹੜਾ ਉਹਦਾ ਧਿਆਨ ਧਰਦਾ ਹੈ। ਇਹ ਹੈ ਜਿਹੜਾ ਆਪਾਂ ਜੀ ਦੇ ਬਚਨ ਜਿਹੜੇ ਕੀਤੇ ਨੇ, ਇਹ ਸਾਰੇ ਜਿਹੜੇ ਭਗਤ ਲੋਚਨ ਦੇ ਬਚਨ ਨੇ ਗੁਰਬਾਣੀ ਦੇ ਵਿੱਚ, ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਵਿੱਚ, ਇਹ ਜਿਹੜੇ ਸਾਰੇ ਸਾਨੂੰ ਜੀਵਨ ਅਤੇ ਸਾਡਾ ਜਿਹੜਾ ਅੰਤ ਸਮਾਂ ਉਹ ਆਉਣਾ ਸਭ ਦਾ, ਉਹਨੂੰ ਸਿਖਾਉਂਦੇ ਨੇ। ਉਹਦੀ ਤਿਆਰੀ ਕਰਨੀ ਹੈ, ਉਹਦੇ ਨਾਲ ਜੁੜਿਆ ਰਹਿਣਾ ਹੈ, ਹਰ ਵੇਲੇ ਜਿਹੜਾ ਆਪਣਾ ਧਿਆਨ ਜੋੜ ਕੇ ਰੱਖਣਾ ਹੈ। ਹਰ ਵੇਲੇ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ, ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ, ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ, ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਭਾਵ ਕਿ ਇਹਦਾ ਜੀਵਨ ਹੀ ਸਫਲਾ ਕਰਤਾ। ਸੁੱਤੇ ਪਏ ਨੂੰ ਵੀ ਜਗਾ ਲਿਆ, ਧਿਆਨ ਵੀ ਦੱਸਦਾ ਤੂੰ ਕਿੱਥੇ ਲਾ ਕੇ ਰੱਖਣਾ ਹੈ। ਅਕਾਲ ਮੂਰਤ ਦੇ ਨਾਲ ਧਿਆਨ ਜੋੜਨਾ ਹੈ। ਇਹ ਅਕਾਲ ਦਾ ਪੁਜਾਰੀ ਹੈ। ਆ ਸਾਡੇ ਤਾਂ ਪਿੱਛੇ ਜੇ ਪੁਜਾਰੀ ਪੁਜਾਰੀ ਪੁਜਾਰੀ, ਹਾਂ ਹੈਗੇ ਆ ਪੁਜਾਰੀ ਆ, ਅਕਾਲ ਪੁਰਖ ਦੇ ਪੁਜਾਰੀ ਰਹਾਂਗੇ, ਉਹਦੇ ਬਣ ਕੇ ਰਹਾਂਗੇ, ਉਹਦੇ ਪੁਜਾਰੀ ਰਹਾਂਗੇ। ਹਰ ਕਾ ਸੇਵਕ ਸਦਾ ਪੁਜਾਰੀ। ਅਸੀਂ ਤਾਂ ਸਦਾ ਹੀ ਪੁਜਾਰੀ ਆ, ਪਰ ਪੂਜਦੇ ਕਿਹਨੂੰ ਆ? ਪੂਜੋ ਖਾਲਸਾ ਜੀ ਤੁਸੀਂ ਜਾਗਦੀ ਜੋਤ। ਆ ਬੜਾ ਕੁਛ ਹੋਇਆ। ਆ ਕੁਦਰਤ ਨੂੰ ਰੱਬ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸਾਡੇ। ਆ ਜੀ ਕੁਦਰਤੀ ਰੱਬ ਹੈ, ਇਹ ਤਾਂ ਉਹੀ ਗੁਰਮਤਿ ਤੋਂ ਉਲਟ ਹੈ। ਕੁਦਰਤ ਰੱਬ ਕਿਵੇਂ ਹੈ? ਕੁਦਰਤ ਉਹਦੀ ਸਾਜੀ ਹੋਈ ਮਾਇਆ ਹੈ। ਦੂਈ ਕੁਦਰਤ ਸਾਜੀ ਹੈ, ਦੂਈ ਆਪ ਤੋਂ ਦੂਜਾ ਸਾਜ ਦੇਣਾ। ਇਹਦੇ ਨਾਲੋਂ ਤਾਂ ਟੁੱਟਣਾ ਹੈ। ਗੁਰਮਿਲ ਤਿਆਗਿਓ ਦੂਜਾ ਪਾਓ। ਇਹ ਦੂਜਾ ਤਾਂ ਕੱਟਣਾ ਅਸੀਂ, ਇੱਕ ਰੱਖਣਾ। ਇੱਕੋ ਕਹੀਆ ਨਾਨਕਾ ਦੂਜਾ। ਇਹ ਜਮਾ ਗੁਰਮਤਿ ਤੋਂ ਉਲਟ ਬਚਨ ਕੀਤੇ ਗਏ, ਉਲਟ ਪ੍ਰਚਾਰ ਕਰਾਇਆ ਗਿਆ। ਲੋਕਾਂ ਨੇ ਲੱਖਾਂ ਦੀ ਗਿਣਤੀ ਸੁਣ ਕੇ ਸਮਝਿਆ ਵੀ ਸਾਨੂੰ ਨਵਾਂ ਉਪਦੇਸ਼ ਮਿਲਿਆ, ਉਹ ਹੁਣ ਹਟ ਗਿਆ। ਪਤਾ ਨਹੀਂ ਰੱਬ ਬਦਲ ਗਿਆ। ਰੱਬ ਤਾਂ ਬਦਲਦਾ ਨਹੀਂ ਹੁੰਦਾ। ਜ਼ਮਾਨੇ ਬਦਲਦੇ ਆਏ ਨੇ, ਕਲਯੁਗ ਯੁੱਗ ਬਦਲਦੇ ਆਏ ਨੇ, ਰੱਬ ਨਹੀਂ ਬਦਲ। ਰੱਬ ਅੱਜ ਵੀ ਉਹੀ ਹੈ ਜਿਹੜਾ ਸਤਯੁਗ ਦੇ ਵਿੱਚ ਸੀ, ਅੱਜ ਵੀ ਉਹੀ। ਰੱਬ ਕਦੇ ਨਹੀਂ ਬਦਲੂਗਾ। ਉਹ ਜਿਉ ਜਾਏ ਤਾਂ ਹੀ ਤੇ ਕਿਹਾ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ। ਉਹਦੇ ਚ ਕਦੇ ਬਦਲਾਅ ਨਹੀਂ ਆਏਗਾ। ਇਹ ਜਿਹੜੇ ਸਾਡੇ ਜਿਹੜੇ ਪ੍ਰਚਾਰਕਾਂ ਨੂੰ ਖਰੀਦ ਕੇ ਲੋਕਾਂ ਨੂੰ ਖੂਹ ਚ ਸਿੱਟਿਆ ਗਿਆ, ਇਹ ਜਾਣ ਕੇ ਵੀ ਇਹਨਾਂ ਸਿੱਖਾਂ ਦੀ ਤਬਾਹੀ ਕੀਤੀ ਜਾਵੇ। ਇਹ ਜਿਹੜੇ ਇਕੱਠੇ ਹੋ ਕੇ ਅਕਾਲ ਦੇ ਪੁਜਾਰੀ, ਇਹਨਾਂ ਨੂੰ ਪੁਜਾਰੀ ਪੁਜਾਰੀ ਕਹਿ ਕੇ ਭੰਡਿਆ ਜਾਵੇ। ਬੜਾ ਕੁਛ ਕਰਾਇਆ ਗਿਆ। ਤੇ ਜਿਹੜੇ ਨਵੇਂ ਨੇ ਵਿਚਾਰੇ, ਤੁਹਾਨੂੰ ਪਤਾ ਨਹੀਂ, ਉਹ ਕਹਿੰਦੇ ਆ ਵੀ ਅਸੀਂ ਤਾਂ ਪਤਾ ਨਹੀਂ ਨਵੀਂ ਚੀਜ਼ ਹੀ ਸੁਣੀ ਆ, ਪਤਾ ਨਹੀਂ ਸਾਨੂੰ ਪਿੱਛੇ ਸੰਤਾਂ ਨੇ ਦੱਸੀ ਹੋਈ ਕੋਈ ਨਹੀਂ। ਦੱਸਣ ਨੂੰ ਸੰਤਾਂ ਨੇ ਤਾਂ ਉਹ ਦੱਸਿਆ ਅਜੇ ਤੱਕ ਜਿਹੜਾ ਕੁਛ ਸੰਤ ਮਹਾਰਾਜ ਜੀ ਰਾੜਾ ਸਾਹਿਬ ਦੇ ਅੱਜ ਵੀ ਬਚਨ ਉਵੇਂ ਨੇ। ਪੜੋ, ਸਾਰੇ ਬਾਣੀ ਨਾਲ ਮਿਲਣਗੇ। ਇੱਕ ਬਚਨ ਤੇ ਵੀ ਕੋਈ ਉਂਗਲ ਕਰਕੇ ਦਿਖਾਵੇ। ਮਸਤੂਆਣਾ ਸਾਹਿਬ ਵਾਲੇ ਸੰਤ ਬਾਬਾ ਆਨੰਦ ਸਿੰਘ ਜੀ ਨਾਨਕਸਰ ਵਾਲੇ, ਤੇ ਇੱਥੇ ਅੱਜ ਕੁਛ ਹੋਰ ਬੋਲਦੇ ਆ, ਕੱਲ ਕੁਛ ਹੋਰ ਬੋਲਦੇ ਸੀ, ਪਹਿਲਾਂ ਕਦੇ ਸਾਨੂੰ ਪਤਾ ਨਹੀਂ ਸੀ। ਇਹੋ ਜਿਹੀਆਂ ਗੱਲਾਂ ਵੀ ਇਸ ਕਰਕੇ ਜਿਹੜਾ ਸਿੱਖ ਦਾ ਜਿਹੜਾ ਸੱਚ ਪੁਰਾਣਾ ਨਾ ਥੀਆ ਨਾਮ ਨਾ ਮੈਲਾ ਹੋਏ, ਇਹ ਉਪਦੇਸ਼ ਕਦੇ ਪੁਰਾਣਾ ਨਹੀਂ ਹੁੰਦਾ। ਇਹ ਹਰ ਵੇਲੇ ਤਾਜ਼ਾ ਰਹਿੰਦਾ। ਰਹਿੰਦੀ ਦੁਨੀਆ ਤੱਕ ਭਲਾ ਕਰਦੇ ਰਹਿਣਗੇ। ਸਤਿਗੁਰੂ ਪਾਤਸ਼ਾਹ ਦੀ ਬਾਣੀ ਦਾ ਇੱਕ ਅੱਖਰ ਵੀ ਨਹੀਂ ਬਦਲਣਾ। ਇਸੇ ਗੁਰੂ ਪਾਤਸ਼ਾਹ ਨੇ ਸਾਡੇ ਬਜ਼ੁਰਗਾਂ ਨੂੰ ਉਤਾਰਿਆ। ਸਾਡੇ ਦਾਦੇ ਪੜਦਾਦਿਆਂ ਦੀ ਅਰਦਾਸ ਕਿੱਥੇ ਹੋਈ? ਇੱਥੇ। ਮਹਾਰਾਜ ਜੇ ਕੋਈ ਫਿਰ ਵੀ ਸਾਥੇ ਕੋਲ ਭੁੱਲ ਰਹਿ ਗਈ ਹੋਵੇ, ਬਖਸ਼ ਲੈਣਾ। ਦਾਦੇ ਦੀ ਅਰਦਾਸ ਕਿੱਥੇ ਹੋਈ? ਇਸੇ ਗੁਰੂ ਅੱਗੇ। ਪਿਓ ਦੀ ਅਰਦਾਸ ਕਿੱਥੇ ਹੋਈ? ਇਸੇ ਗੁਰੂ ਅੱਗੇ। ਸਾਡੀ ਕਿੱਥੇ ਹੋਣੀ ਹੈ? ਇਸੇ ਅੱਗੇ। ਇਹ ਤੋਂ ਦੂਰ ਕਿਉਂ ਜਾਈਏ? ਇਹਨੇ ਤਾਂ ਸਾਨੂੰ ਬਖਸ਼ਣਾ ਹੈ। ਸਾਰੇ ਗੁਨਾਹ ਸਾਡੇ ਬਖਸ਼ਣੇ ਕਿਹਨੇ ਹੈ? ਬਖਸ਼ਣਹਾਰ ਨੇ। ਲੇਖੇ ਕਤੇ ਨਾ ਛੁੱਟੀ ਹੈ ਖਿਨ ਖਿਨ ਭੁੱਲਣਹਾਰ, ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਤੈਂ ਪਾਰ ਉਤਾਰ ਕਰਨਾ ਸਤਿਗੁਰੂ ਜੀ। ਚੰਗੇ ਮੰਦੇ ਤੇਰੇ ਬੰਦੇ, ਬੁਰੇ ਭਲੇ ਹਮ ਥਾਰੇ। ਜਿਉ ਜੇ ਹਾਂ, ਜਿਉ ਜੇ ਹਾਂ, ਚੰਗੇ ਆ ਮਾੜੇ ਆ, ਪਰ ਹਾਂ ਤਾਂ ਤੇਰੇ ਨਾ, ਤੇਰੇ। ਆਪਦਿਆਂ ਦੀ ਲਾਜ ਰੱਖਦਾ, ਆਪਦਿਆਂ ਦੀ ਲਾਜ ਰੱਖਦਾ। ਤੋ ਇਸ ਕਰਕੇ ਆਓ ਸਮਾਂ ਇਜਾਜ਼ਤ ਨਹੀਂ ਦਿੰਦਾ। ਸਾਰਿਆਂ ਨੇ ਆਪਾਂ ਬਹੁਤ ਅਸੀਂ ਪਿਆਰ ਦੇ ਵਿੱਚ, ਭਾਵੇਂ ਇੱਕ ਗੁਪਤ ਆਪਾਂ ਜਿਹੜਾ ਹੈ ਇਹ
ਸਮਾਗਮ ਕੀਤਾ ਹੈ। ਇਹਦੀ ਪਬਲਿਸਿਟੀ ਨਹੀਂ ਹੋਈ ਬਿਲਕੁਲ ਜਮਾ। ਅਸੀਂ ਕਿਸੇ ਸੰਗਤ ਨੂੰ ਵੀ ਜ਼ੋਰ ਪਾ ਕੇ ਨਹੀਂ ਕਿਹਾ, ਵੈਸੇ ਸੁਨੇਹਾ ਜ਼ਰੂਰ ਲਾਇਆ ਸੀ ਵੀ ਇਹ ਦਿਹਾੜਾ ਇੱਕ ਤਾਂ ਆਪਾਂ ਗੁਰੂ ਨਾਨਕ ਪਾਤਸ਼ਾਹ ਦਾ, ਇੱਕ ਬਾਬਾ ਜੀ ਵੀ ਇਹ ਦਿਨਾਂ ਵਿੱਚ ਜਿਹੜੇ ਸੀ ਘਰ-ਬਾਰ ਤਿਆਗ ਕੇ ਸਾਰੀਆਂ ਜ਼ਿੰਮੇਵਾਰੀਆਂ 82 ਵਿੱਚ 1982 ਵਿੱਚ ਤੇ ਉਦੋਂ ਤੋਂ ਲਾ ਕੇ ਮਹਾਂਪੁਰਖਾਂ ਨੇ ਜਿਹੜਾ ਵੀ ਇੱਥੇ ਸਥਾਨ ਬਣਿਆ, ਸੰਗਰੂਰ ਬਣਿਆ, ਸਕੂਲ ਬਣਿਆ, ਅੱਗੇ ਆਪਣੇ ਰਾਜਸਥਾਨ ਦੇ ਵਿੱਚ ਸਥਾਨ ਬਣਿਆ ਤੇ ਥਾਂ ਥਾਂ ਤੇ ਜਾ ਕੇ ਮਹਾਂਪੁਰਖਾਂ ਨੇ ਸਾਨੂੰ ਇੱਕ ਵੀ ਕਦੇ ਕਿਸੇ ਨੂੰ ਗਲਤ ਬਚਨ ਨਹੀਂ ਕਿਹਾ, ਮਾੜੀ ਮੱਤ ਨਹੀਂ ਦਿੱਤੀ, ਗੁਰਮਤ ਦਾ ਦ੍ਰਿੜ ਕਰਾਈ ਹੈ ਜਿੰਨੀ ਵੀ ਕਰਾਈ ਹੈ। ਤੇ ਉਹ ਮਹਾਂਪੁਰਖਾਂ ਨੇ ਇਹਨਾਂ ਦਿਨਾਂ ਵਿੱਚ ਜਿਹੜਾ ਅਸੀਂ ਘਰ-ਬਾਰ ਨੂੰ ਛੱਡ ਕੇ, ਨੌਕਰੀ ਛੱਡ ਕੇ ਤੇ ਛਪਰੀ ਵਿੱਚ ਬੈਠ ਕੇ ਆਪਣੇ ਸੰਗਰੂਰ ਇੱਟਾਂ ਤੇ ਇਸ਼ਨਾਨ ਕਰਦੇ ਰਹੇ ਨੇ। ਬਾਥਰੂਮ ਵੀ ਕੋਈ ਨਹੀਂ ਸੀ, ਸਾਰੀਆਂ ਸਹੂਲਤਾਂ ਛੱਡ ਕੇ ਤੇ ਸੰਤ ਮਹਾਰਾਜ ਜੀ ਰਾੜਾ ਸਾਹਿਬ ਵਾਲੇ ਜਿਹੜੇ ਗੁਰੂ ਨਾਨਕ ਦਾ ਹੀ ਰੂਪ ਸਨ, ਉਹ ਮਹਾਂਪੁਰਖਾਂ ਦੇ ਕੋਲੋਂ ਉਪਦੇਸ਼ ਮਿਲਿਆ ਸੀ, ਉਪਦੇਸ਼ ਦਿੱਤਾ ਸੀ ਉਹਨਾਂ ਨੇ। ਉਹ ਉਪਦੇਸ਼ ਨੂੰ ਕਮਾਉਣ ਵਾਸਤੇ, ਕਿਉਂਕਿ ਬੰਦਗੀ ਕਰਨੀ ਪੈਂਦੀ ਹੈ, ਗੁਰੂਆਂ ਨੇ ਵੀ ਬੰਦਗੀਆਂ ਕੀਤੀਆਂ। 9ਵੇਂ ਪਾਤਸ਼ਾਹ ਮਹਾਰਾਜ ਨੇ ਕਿੰਨਾ ਭਜਨ ਕੀਤਾ ਉੱਥੇ, 26 ਸਾਲ 9 ਮਹੀਨੇ 13 ਦਿਨ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਜਿਹੜਾ ਵਾਹਿਗੁਰੂ ਮੰਤਰ ਹੈ ਨਾ, 36 ਯੁੱਗ ਮਹਾਰਾਜ ਨੇ 36 ਯੁੱਗ ਬੰਦਗੀ ਕਰਕੇ ਇੱਕ ਵਾਹਿਗੁਰੂ ਦਾ ਨਾਮ ਤਿਆਰ ਕੀਤਾ ਹੈ ਜਿਹੜਾ ਸਾਰੀ ਦੁਨੀਆ ਨੂੰ ਉਤਾਰੂਗਾ। ਇੰਨੀ ਪਾਵਰ ਭਰੀ ਆ ਉਹਦੇ ਵਿੱਚ, ਇੰਨੀ ਬੰਦਗੀ ਹੋਈ ਹੈ ਇਹਦੇ ਪਿੱਛੇ। ਅਸੀਂ ਕਹਿੰਦੇ ਆ ਵਾਹਿਗੁਰੂ ਜਪ ਲਓ, ਥੋੜੇ ਜਿਹੇ ਨਾਲ ਹੀ ਤਰ ਜਾਗੇ। ਕਿਉਂ ਤਰ ਜਾਗੇ? ਕਿਉਂਕਿ ਇਹਦੇ ਵਿੱਚ ਪਾਵਰ ਵਾਲੀ ਭਰੀ ਹੋਈ ਹੈ ਗੁਰੂ ਨਾਨਕ ਪਾਤਸ਼ਾਹ ਨੇ। ਉਹ ਨਾਮ ਲੈ ਕੇ ਆਏ ਮਹਾਰਾਜ, ਕਲਯੁੱਗ ਦੇ ਕਿੱਡੇ ਕਿੱਡੇ ਗੁਨਾਹਾਂ ਨੂੰ ਇਹ ਜਿਹੜੇ ਬਖਸ਼ੇ ਜਾਣਗੇ, ਐਡੇ ਐਡੇ ਪਾਪੀ ਕਿਵੇਂ ਤਰਨਗੇ, ਉਹ ਨਾਮ ਦੇ ਨਾਲ ਤਰਨਗੇ ਜਿਹੜੇ ਗੁਰੂ ਨਾਨਕ ਨਾਮ ਲੈ ਕੇ ਆਏ। ਉਹ ਸਾਨੂੰ ਦਿੱਤਾ ਹੈ ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਕੋਈ, ਆਪ ਗਵਾਏ ਆਪ ਹੈ ਗੁਣ ਗੁਣੀ ਪਰੋਈ। ਉਹ ਮਹਾਰਾਜ ਜਾਪ ਸਾਨੂੰ ਦਿੱਤਾ ਹੈ, ਵਾਹਿਗੁਰੂ ਵਾਹਿਗੁਰੂ ਜਪਿਆ ਕਰੋ। ਜਾਪ ਤਾਂ ਹੋਰ ਵੀ ਬਥੇਰੇ ਆ ਰੱਬ ਦੇ ਨਾਂ ਤਾਂ, ਪਰ ਜਿਹੜਾ ਗੁਰੂ ਨਾਨਕ ਵਾਲਾ ਜਾਪ ਹੈ ਇਹਨੇ ਭਲਾ ਕਰਨਾ ਹੈ। ਇਹਦਾ ਜ਼ਿਆਦੇ ਲਾਭ ਹੈ ਕਿ ਇਹਦੀ ਬੰਦਗੀ ਬਹੁਤ ਜ਼ਿਆਦੇ ਮਹਾਰਾਜ ਨੇ 36 ਯੁੱਗ ਜਪਿਆ ਹੈ, 36 ਯੁੱਗ। ਇਸ ਕਰਕੇ ਇਹਨੂੰ ਜਪਿਆ ਕਰੋ। ਇਹੀ 5 ਪਿਆਰੇ ਗੁਰਮੰਤਰ ਦਿੰਦੇ ਨੇ। ਇਹ ਸਾਡਾ ਗੁਰਮੰਤਰ ਹੈ, ਗੁਰੂ ਦਾ ਦਿੱਤਾ ਹੋਇਆ। ਗੁਰ ਕੀ ਮੂਰਤ ਮਨ ਮੈਂ ਧਿਆਨ, ਮਨ ਦੇ ਵਿੱਚ ਧਿਆਨ ਧਰ ਕੇ। ਤੋ ਇਸ ਕਰਕੇ ਇਹਨੂੰ ਗੁਰੂ ਦੀ ਮੂਰਤ ਅਕਾਲ ਮੂਰਤ ਹੈ, ਸਾਧ ਸੰਤਨ ਕੀ ਠਾਹਰਨ ਨੀਕੀ ਧਿਆਨ। ਤੇ ਇਹਨੂੰ ਜਾਪ ਇਹਦਾ ਜਿਹੜਾ ਕਰਨਾ ਹੈ, ਇਹਦਾ ਸਿਮਰਨ ਕਰਿਆ ਕਰੋ। ਸਾਰਿਆਂ ਦੁੱਖਾਂ ਨੂੰ, ਜਿਵੇਂ ਆਰੀ ਲੱਕੜ ਨੂੰ ਵੱਢਦੀ ਹੈ ਨਾ, ਐ ਦੁੱਖਾਂ ਨੂੰ ਵੱਢਦਾ ਹੈ ਜਿਹੜਾ ਸਿਮਰਨ। ਸੁਖੀ ਦੁਖੀ ਨਰ ਜਗਤ ਮੈਂ, ਧਰਮ ਕਰੇ ਜੇ ਕੋਏ, ਸੁਖੀ ਕਰੇ ਤਾਂ ਸੁਖ ਵਧੇ, ਦੁਖੀ ਕਰੇ ਦੁੱਖ ਕੋਏ। ਕੋਈ ਦੁਖੀ ਬੰਦਾ ਜਾਪ ਕਰਨ ਲੱਗ ਜੇ ਨਾ, ਉਹਦੇ ਦੁੱਖ ਕੱਟੇ ਜਾਣਗੇ, ਕੱਟਦੇ 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 ਕੱਟੇ ਜਾਣਗੇ, ਛੱਡਦਾ ਨਹੀਂ। ਇਹ ਗੁਰ ਕਾ ਸ਼ਬਦ ਕਾਟੇ ਕੋਟ ਕਰਮ, ਕਰੋੜਾਂ ਕਰਮਾਂ ਨੂੰ ਕੱਟਦਾ। ਕਰਮ ਕੱਟੇ ਨਹੀਂ ਜਾਂਦੇ, ਉਹਦੇ ਭੋਗਣੇ ਪੈਂਦੇ ਨੇ, ਪਰ ਗੁਰੂ ਦਾ ਸ਼ਬਦ ਕਰਮਾਂ ਨੂੰ ਕੱਟਦਾ, ਕੱਟ ਦਿੰਦਾ। ਉਹ ਆਉਣ ਹੀ ਨਹੀਂ ਦਿੰਦਾ ਉਹ ਜਿਹੜਾ ਬੋਝ ਹੁੰਦਾ ਕਰਮਾਂ ਦਾ। ਤੇ ਨਹੀਂ ਤਾਂ ਬਾਣੀ ਕਹਿੰਦੀ ਹੈ, ਕਬੀਰ ਝੰਖ ਨਾ ਝੰਖੀਐ, ਤੁਮਰੋ ਕਿਹੋ ਨਾ ਹੋਏ, ਕਰਮ ਕਰੀਮ ਜੋ ਕਰ ਰਹੇ ਮੇਟ ਨਾ ਸਕੈ ਕੋਈ। ਕੋਈ ਮੇਟ ਨਹੀਂ ਸਕਦਾ ਆਪਦੇ ਕਰਮਾਂ ਨੂੰ। ਇੱਕ ਗੁਰੂ ਦਾ ਸ਼ਬਦ ਹੈ ਜਿਹੜਾ ਕਰਮਾਂ ਨੂੰ ਮੇਟ ਦਿੰਦਾ ਤੇ ਕੱਟ ਦਿੰਦਾ, ਖਤਮ ਕਰ ਦਿੰਦਾ। ਇਹ ਗੁਰੂ ਦੇ ਜਾਪ ਵਿੱਚ ਕੌਣ ਕੋ ਕਲੰਕ ਰਹਿਓ ਰਾਮ ਨਾਮ ਲੇਤ ਹੀ, ਕੋਈ ਕਲੰਕ ਨਹੀਂ ਛੱਡਦਾ। ਇਹ ਜੀ ਤਾਂ ਸੋਭਾ ਸਾਰੀ ਬਾਣੀ ਵਿੱਚ ਨਾਮ ਦੀ ਸੋਭਾ ਹੀ ਹੈ। ਤੇ ਸਾਰੇ ਸਾਧੂ ਸੰਤ ਭਗਤ ਜਿੰਨੇ ਬਾਣੀ ਸਭ ਨਾਮ ਦੀ ਸੋਭਾ ਹੀ ਕਰਦੇ ਰਹੇ ਨੇ ਵੀ ਇਹ ਜਿਹੜਾ ਨਾਮ ਹੈ ਨਾ, ਜਿਹੜਾ ਬਸ ਇਹਨੂੰ ਹਿਰਦੇ 'ਚ ਵਸਾ ਲਓ। ਇਸੇ ਨੇ ਵਾਹਿਗੁਰੂ ਨਾਮ ਜਹਾਜ਼ ਹੈ, ਇਹ ਜਹਾਜ਼ ਹੈ, ਇਹਨੇ ਤੈਨੂੰ ਪਾਰ ਤਾਰ ਦੇਣਾ। ਇਹਨੂੰ ਐਵੇਂ ਨਾ ਸਮਝੀ ਵੀ ਬੜਾ ਕੁਝ ਜਿਹਾ ਕਹੀ ਜਾਂਦੇ ਆ, ਇਹਨੂੰ ਪੱਲੇ ਬੰਨ। ਇਸ ਨੂੰ ਇਧਰੋਂ ਸੁਣ ਕੇ ਇੱਧਰ ਕੱਢਣ ਵਾਲਾ ਨਹੀਂ ਹੈ। ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋਤਰੇ ਪਾਰ, ਜੋ ਸ਼ਰਧਾ ਕਰ ਸੇਮਦੇ, ਗੁਰ ਪਾਰ ਉਤਾਰਨ। ਆਓ ਸਮਾਂ ਇਜਾਜ਼ਤ ਨਹੀਂ ਜਾਂਦਾ। ਇੱਕ ਇਹ ਮਹਾਂਪੁਰਖਾਂ ਦਾ ਦਿਹਾੜਾ, ਉਹ ਵੀ ਆਪਾਂ ਸਾਰੀ ਸੰਗਤ ਨੇ ਉਹਨਾਂ ਦੀ ਚੜ੍ਹਦੀ ਕਲਾ ਲਈ ਜਿਹੜੀ ਅਰਦਾਸ ਕਰਨੀ ਹੈ। ਮਹਾਰਾਜ ਕਿਰਪਾ ਕਰਨ, ਉਹਨਾਂ ਨੂੰ ਲੰਮੀਆਂ ਆਰਜੂ ਅਤੇ ਤੰਦਰੁਸਤੀ। ਅਸੀਂ ਉਹਨਾਂ ਦੇ ਕੋਲੋਂ ਇਦਾਂ ਹੀ ਦਰਸ਼ਨ ਦਿਦਾਰੇ ਅਤੇ ਪਿਆਰ ਮਾਣਦੇ ਰਹੀਏ। ਦੂਸਰਾ ਜਿਹੜਾ ਹੈਗਾ ਅਰਦਾਸ ਆਪਾਂ ਉਹ ਵੀ ਕਰਨੀ ਹੈ ਕਿ ਕੱਲ ਵੀ ਅਰਦਾਸ ਕੀਤੀ ਸੀ, ਥੋੜਾ ਜਿਹਾ ਉਹ ਇਦਾਂ ਕਹਿ ਕੇ ਵੀ ਕਿਸਾਨਾਂ ਵੱਲੋਂ, ਕਿਸਾਨਾਂ ਵੱਲੋਂ ਠੀਕ ਆ, ਉਹ ਗਏ ਨੇ, ਸਾਡੇ ਵੱਲੋਂ ਆ, ਸੰਗਤ ਵੱਲੋਂ। ਅਸੀਂ ਆਪਣੇ ਵੱਲੋਂ
ਅਸੀਂ ਆਪਣੇ ਸਤਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਜਿਹੜੇ ਸਾਡੇ ਭਰਾ ਜਿਹੜੇ, ਕਿਉਂਕਿ ਮਹਾਰਾਜ ਜਾਣਦੇ, ਗੁਰੂ ਸਾਹਿਬ ਆਪ ਇਹੋ ਜਿਹੇ ਰਾਜਿਆਂ ਕੋਲੇ ਉਦੋਂ ਗਏ, ਜਾ ਕੇ ਉਹਨਾਂ ਦੀ ਹਵਾ ਕੱਢੀ। ਕਹਿਣ ਜਿਹੜਾ ਸੀਗਾ ਕਾਰੂ ਸਾਰੀ ਦੁਨੀਆ ਦੀ ਮਾਇਆ ਇਕੱਠੀ ਕਰੀ ਬੈਠਾ ਸੀਗਾ, ਕਿਸੇ ਕੋਲੇ ਪੰਜੀ ਨਹੀਂ ਸੀ। ਦੁਨੀਆ ਜਿਹੜਾ ਬੁਰਾ ਹਾਲ ਸੀ ਦੁਨੀਆ ਦਾ, ਕੋਈ ਪੈਸੇ ਬਿਨਾਂ ਕਿਹੜਾ ਕੰਮ ਹੁੰਦਾ ਹੈਗਾ। ਪੈਸੇ ਸਾਰੇ ਖੋਹ ਲਏ, ਖਾਲੀ ਕਰਤੇ ਸੀ ਲੋਕ ਕਾਰੂ ਬਾਦਸ਼ਾਹ ਨੇ। ਗੁਰੂ ਨਾਨਕ ਪਾਤਸ਼ਾਹ ਨੇ ਜਾ ਕੇ ਫਿਰ ਉਹਦੇ ਕੋਲੇ ਜਾ ਕੇ ਫਿਰ ਉਹਦਾ ਪਰਦਾ ਚੱਕਿਆ ਸੀਗਾ। ਫਿਰ ਉਹੀ ਕਾਰੂ ਸੀ ਜਿਹੜਾ ਕਹਿੰਦਾ ਸੀਗਾ ਜਦੋਂ ਮੈਂ ਮਰਿਆ ਨਾ ਤੇ ਮੇਰੇ ਹੱਥ ਨਾ ਖੱਫਣ ਚੋਂ ਬਾਹਰ ਰੱਖਿਓ। ਕਹਿੰਦੇ ਕਿਉਂ? ਕਹਿੰਦੇ ਅਜੇ ਲੋਕਾਂ ਨੂੰ ਬਹੁਤ ਭੁਲੇਖਾ ਵੀ ਕਾਰੂ ਪਤਾ ਨਹੀਂ ਕੀ ਖੱਟ ਗਿਆ, ਆ ਮੈਂ ਖਾਲੀ ਹੱਥ ਜਾਣਾ। ਉਹ ਲੋਕੋ ਮੇਰੇ ਕੋਲੇ ਕੁਛ ਨਹੀਂ, ਮੈਂ ਪਾਪਾਂ ਦੀਆਂ ਗਠੜੀਆਂ ਤਾਂ ਬੰਨ ਲੀਆਂ ਸਿਰ ਤੇ, ਗੁਣਾ ਗਵਾਈ ਗਠੜੀ ਔਗਣ ਚੱਲੀ ਬੰਨ। ਇਹ ਤਾਂ ਬੰਨ ਲੀਆਂ, ਪਰ ਮੈਂ ਮੇਰੇ ਹੱਥ ਖੱਫਣ ਚੋਂ ਬਾਹਰ ਰੱਖ ਦਿਓ ਤਾਂ ਕਿ ਪਤਾ ਲੱਗ ਜੇ ਵੀ ਇੰਨੀ ਮਾਇਆ ਵਾਲਾ ਕਾਰੂ ਵੀ ਖਾਲੀ ਹੱਥ ਚੱਲਿਆ। ਓਏ ਨੰਗੇ ਪੈਰ ਨੇ, ਨਾਂਗੇ ਪਾਉਂ ਤੇ ਗਏ ਜਿਨ ਕੇ ਲੱਖ ਕਰੋੜ। ਕਬੀਰ ਕੌਡੀ ਕੌਡੀ ਜੋਰ ਕੈ ਜੋਰੈ ਲਾਖ ਕਰੋੜ। ਚਲਤੀ ਵਾਰ ਨਾ ਕਛ ਮਿਲਿਓ ਲਈ ਲਗੋਟੀ ਤੋਂ। ਜਿਹੜਾ ਕਦੇ ਧੋਤੀ ਦੇ ਲੜ ਬੰਨਿਆ ਹੁੰਦਾ ਸੀ ਨਾ ਰੁਪਈਆ, ਉਹ ਵੀ ਖੋਲ ਲੈਂਦੇ ਨੇ। ਕਦੇ ਬੰਨੀ ਤਾਂ ਨਹੀਂ ਫਿਰਦਾ ਕਿਤੇ ਧੋਤੀ ਨਾਲ, ਧੋਤੀ ਨਾਲ ਵੀ ਜਿਹੜਾ ਰੁਪਈਆ ਬੰਨਿਆ ਹੁੰਦਾ ਉਹ ਵੀ ਲਾਲ ਖੋਲ ਲੈਂਦੇ ਨੇ। ਵੀ ਖੋਲੋ ਐ ਵਿੱਚ ਮੱਚ ਜੂਗਾ, ਦਾ ਕੀ ਫਾਇਦਾ। ਆ ਦੇਖਿਆ ਨਹੀਂ ਕੱਪੜੇ ਪਾਉਣੇ ਆ ਕਿੱਡੇ ਕਿੱਡੇ ਪਿਆਰ ਦੇ ਵਿੱਚ ਸੀ, ਮਹਿੰਗੇ ਕੱਪੜੇ ਵੀ ਜਾ ਕੇ ਪਾ ਦਿੰਦੇ ਆ। ਫਿਰ ਦੇਖ ਕੇ ਜੇ ਕਹਿੰਦੇ ਚਲੋ ਆ ਤਾਂ ਲਾ ਲਓ, ਇੱਕ ਅੱਧਾ ਰੱਖ ਲਓ ਬਸ। ਉਹ ਕੋਈ ਜਿਹੜਾ ਹੁੰਦਾ ਉਹ ਵੀ ਬਸ ਮਚਾਉਣ ਵਾਲਾ ਹੀ ਹੁੰਦਾ, ਇਹ ਰੱਖ ਲਓ ਬਸ ਕੱਲਾ, ਆ ਲਾ ਲਓ ਬਾਕੀ। ਤੇ ਨੰਗੇ ਪੈਰੀ ਜਾਂਦੇ ਦੇਖੇ ਨੇ ਉਹ ਇੱਥੇ ਲੱਖਾਂ ਤੇ ਕਰੋੜਾਂ ਵਾਲੇ, ਨੰਗੇ ਪੈਰੀ ਜਾਂਦੇ ਦੇਖੇ ਨੇ, ਕੁਛ ਨਹੀਂ ਹੁੰਦਾ। ਕਹਿੰਦੇ ਹੁੰਦੇ ਖੱਫਣ ਜਿਹਦਾ ਜੇਬ ਵੀ ਨਹੀਂ ਹੁੰਦੀ। ਜਦੋਂ ਖੱਫਣ ਸਮਾਉਣੇ ਆ ਨਾ, ਆ ਤੁਸੀਂ ਊਂ ਕੁੜਤੇ ਪਜਾਮੇ ਸਮਾ ਕੇ ਦੇਖਿਓ, ਤਿੰਨ ਤਿੰਨ ਜੇਬਾਂ ਲਾ ਦੂਗਾ। ਇੱਥੇ ਮੋਬਾਈਲ ਪਾ ਲੂਗਾ, ਇੱਥੇ ਪੈਨ ਟੰਗ ਲੂਗਾ, ਇੱਥੇ ਦਾ ਗੋਲਾ ਚਾਰਿਆ ਹੋਇਆ ਇਹਨੂੰ। ਅਮਲ ਗਲੋਲਾ ਕੂੜ ਦਾ, ਇੰਨਾ ਕੂੜ ਦਾ ਨਸ਼ਾ ਝੂਠ ਨੂੰ ਹੀ ਮੰਨੀ ਬੈਠਾ ਸਭ ਕੁਛ। ਅਮਲ ਗਲੋਲਾ ਕੂੜ ਦਾ ਦਿੱਤਾ ਦੇਵਨਹਾਰ, ਸੱਚ ਮਿਲਿਆ ਤੈਨਾਂ ਸੋਫੀਆਂ। ਸੱਚ ਨੂੰ ਲੈਂਦੇ ਆ ਸੋਫੀ। ਸੋਫੀ ਕਿਹੜਾ ਹੁੰਦਾ? ਜਿਹੜਾ ਜਿਹਨੂੰ ਨਸ਼ਾ ਨਾ ਹੋਵੇ, ਕੋਈ ਬਿਲਕੁਲ ਕੋਈ ਨਸ਼ਾ ਨਾ ਹੋਵੇ ਜਿਹਨੂੰ, ਉਹ ਸੱਚ ਦਾ ਵਣਜ ਕਰਦਾ। ਸੱਚ ਮਿਲਦਾ ਸੋਫੀਆਂ ਨੂੰ, ਇਹ ਨਸ਼ਾ ਲੈਂਦਾ ਇੱਥੇ ਆ ਕੇ। ਆਪਾਂ ਕਹਿੰਦੇ ਨਾ ਤਾਰਿਆ ਜਹਾਨ ਲਹਿਆ ਅਭਿਮਾਨ, ਇਹ ਨਸ਼ੇ ਲੈ ਗਏ ਸਾਰੇ ਗੁਰੂ ਦੇ ਦਰਸ਼ਨ ਕਰਕੇ। ਆ ਜਿਹੜੇ ਚਾੜੀ ਫਿਰਦਾ ਸੀ ਮੈਂ ਪਤਾ ਨਹੀਂ ਕੀ ਆ, ਇਹ ਸਾਰੇ ਨਸ਼ੇ ਲੈ ਗਏ। ਤਾਰਿਆ ਜਹਾਨ ਲਹਿਆ ਅਭਿਮਾਨ, ਜਿਨੀ ਦਰਸ਼ਨ ਪਾਇਆ। ਜਿਨੀ ਤੁਧਨੋਂ ਧਨ ਕਹਿਆ ਤਿੰਨ ਜਮ ਨੇੜਨਾ। ਗੁਰੂ ਦੇ ਦਰਸ਼ਨ ਜਿਹੜਾ ਪੜ੍ਹਦੇ ਆ ਨਾ, ਮਲ ਜਨਮ ਜਨਮ ਦੀ ਕੱਟੀ ਐ ਤੁਧ ਡਿੱਠੇ ਸੱਚੇ ਪਾਤਸ਼ਾਹ। ਇਹਨੂੰ ਸਮਝਿਆ ਕਰੋ। ਕਿਵੇਂ ਮਹਾਰਾਜ ਦੇ ਜਦੋਂ ਸਾਹਮਣੇ ਹੋ ਕੇ ਸ਼ੀਸ਼ਾ ਦੇਖਦੇ ਆ ਤੇ ਫਿਰ ਸਾਰਾ ਜਿਹੜਾ ਅਭਿਮਾਨ ਹੁੰਦਾ, ਸਭ ਜਿਹੜਾ ਕੂੜ ਦਾ ਜਿਹੜਾ ਉੱਪਰ ਮਾੜਾ ਮੋਟਾ ਜਿਵੇਂ ਆਪਾਂ ਇਸ਼ਨਾਨ ਕਰ ਦਿੰਦੇ ਆ, ਮਾੜੀ ਮੋਟੀ ਮੈਲ ਲੱਗੀ ਹੁੰਦੀ ਹੈ, ਇਹ ਸਾਰੀ ਉਤਰ ਜਾਂਦੀ ਹੈ ਗੁਰੂ ਜੀ ਦੇ ਦਰਸ਼ਨ ਕਰਕੇ। ਜਦੋਂ ਸਾਹਮਣੇ ਕਹਿੰਦਾ ਨਾ ਮੈਂ ਕੁਛ ਨਹੀਂ ਕਰ ਸਕਦਾ, ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋਂ ਕਰੀ ਨਾ ਹੋਈ, ਫਿਰ ਸਾਰੇ ਇਹਦੇ ਉੱਤੋਂ ਕੂੜ ਦਾ ਰੰਗ ਉਤਰ ਜਾਂਦਾ। ਸਵਾਓ ਗੁਰੂ ਪਾਤਸ਼ਾਹ ਮਹਾਰਾਜ ਨੇ ਸਾਨੂੰ ਨਾਮ ਜਪਣ ਵਾਸਤੇ, ਸਿਮਰਨ ਕਰਨ ਵਾਸਤੇ ਹਰ ਬਿਨ ਜੀਓ ਜਲ ਬਲ ਜਾਓ। ਮਹਾਰਾਜ ਨੇ ਸੁੱਤੇ ਨੂੰ ਸਾਨੂੰ ਜਗਾ ਲੈਣਾ, ਇਹਦੇ ਨਾਲ ਵੀ ਸਾਰਾ ਕੁਛ ਹੀ ਉਤਰ ਜੂਗਾ। ਅੱਖ ਹੀ ਖੁੱਲ ਗਈ, ਸਾਰਾ ਸੁਪਨਾ ਹੀ ਉੱਡ ਜੂ ਕਿਸੇ ਪਾਸੇ, ਸਾਰੇ ਦੁੱਖ ਉਤਰ ਜਾਣਗੇ। ਇੱਕ ਬਚਨ ਪੜ੍ਹਦੇ ਆ ਆਪਾਂ, ਦਰਸ਼ਨ ਦੇਖ ਭਈ ਨਹਿ ਕੇਵਲ, ਜਨਮ ਮਰਨ ਦੁੱਖ ਨਾਸਾ। ਵੀ ਹੇ ਪ੍ਰਮਾਤਮਾ ਤੇਰੇ ਦਰਸ਼ਨ, ਅਜੇ ਸਾਡੇ ਮਨ ਨੂੰ ਦਰਸ਼ਨ ਹੋਏ ਨਹੀਂ ਨਾ। ਮਨ ਤਾਂ ਅਜੇ ਇੱਧਰ ਉੱਧਰ ਹੀ ਤੁਰਿਆ ਫਿਰਦਾ, ਇੱਧਰ ਅਜੇ ਉਸ ਟਿਕਾਣੇ ਤੇ ਨਹੀਂ ਲੱਗਿਆ ਗਿਆ। ਉੱਥੇ ਅਜੇ ਮਨ ਨੂੰ ਦਰਸ਼ਨ ਨਹੀਂ ਹੋਏ। ਜਦੋਂ ਮਨ ਨੂੰ ਦਰਸ਼ਨ ਹੋ ਗਏ ਨਾ, ਜਿੱਦਾਂ ਉਹਦੇ ਇੱਕ ਭੋਰੀ, ਜੇ ਤੂੰ ਮਿੱਤਰ ਅਸਾਡੜਾ ਇੱਕ ਭੋਰੀ ਦਰਸ਼ਨ ਦੀਜੈ। ਜੇ ਇੱਕ ਭੋਰੀ ਦਰਸ਼ਨ ਹੀ ਦੇ ਦੇ ਨਾ, ਇੱਕ ਭੋਰਾ ਹੀ ਬਸ, ਜੇ ਬੱਦਲਾਂ ਚੋਂ ਬਿਜਲੀ ਲਿਸ਼ਕਦੀ ਹੁੰਦੀ ਹੈ ਉਹ ਤਾਂ ਗੁਪਤ ਹੁੰਦੀ ਹੈ। ਜੇ ਕਿਤੇ ਉਹ ਝਮਕਾ ਜਾ ਮਾਰ ਜੇ ਨਾ ਇੱਕ, ਤੇ ਧਰਤੀ ਤੇ ਚਾਨਣ ਕਰ ਦਿੰਦੀ ਹੈ। ਜੇ ਇੰਨਾ ਕੁ ਵੀ ਅੰਦਰੋਂ ਚਾਨਣ ਮਿਲ ਜੇ ਨਾ, ਪ੍ਰਕਾਸ਼ ਇੰਨਾ ਕੁ ਵੀ,
ਤੇ ਮਹਾਰਾਜ ਕਹਿੰਦੇ ਦਰਸ਼ਨ ਦੇਖ ਭਈ ਨਹਿ ਕੇਵਲ ਜਨਮ ਤੇ ਮਰਨ, ਇਹ ਦੁੱਖ ਨਸ ਜੂਗਾ। ਇਹ ਉਹਦੇ ਗੁਣ ਆ, ਏਡਾ ਗੁਣ ਹੈ, ਐਵੇਂ ਨਹੀਂ ਉਹਦੇ ਦਰਸ਼ਨਾਂ ਨੂੰ ਲੋਚਦੇ। ਇੱਕ ਤੇਰੇ ਦਰਸ਼ ਦੀ ਖਾਤਰ ਛੱਡ ਦੇ ਦੁਨੀਆ ਸਾਰੀ। ਆ ਵੇਖਿਆ ਨਾ ਸਾਧੂਆਂ ਫਕੀਰਾਂ ਬਰਾਗੀਆਂ ਦੇ ਜੀਵਨ, ਆ ਸਾਰੀ ਦੁਨੀਆ ਨੂੰ ਹੀ ਤਿਆਗ ਦਿੰਦੇ। ਛੱਡ ਪਰੇ, ਕੁਛ ਨਹੀਂ ਦੇਖਣਾ ਮੇਰੀਆਂ ਅੱਖਾਂ ਨੇ, ਮੈਂ ਇੱਕ ਬਸ ਤੈਨੂੰ ਦੇਖਣਾ, ਬਸ ਤੈਨੂੰ ਦੇਖਣਾ। ਇੱਕ ਤੇਰੇ ਦਰਸ਼ਨ ਚਾਹੀਦੇ ਆ, ਹੋਰ ਕੁਛ ਨਹੀਂ। ਮੇਰੀਆਂ ਅੱਖਾਂ ਨੂੰ ਭੁੱਖ ਨਹੀਂ ਹੈ ਕੁਛ ਦੇਖਣ ਦੀ, ਮੈਂ ਕੁਛ ਨਹੀਂ ਦੇਖਣਾ, ਬਸ ਕੀ ਹੈ ਮਿੱਟੀ ਦਾ ਦੇਖਣਾ, ਇੱਥੇ ਤੈਨੂੰ ਦੇਖਣਾ। ਇੱਕ ਤੇ ਲਗਨ ਲੱਗ ਜੇ, ਇੱਕ ਤੇ ਬਖਸ਼ਿਸ਼ ਹੋ ਜੇ। ਇਹ ਜਿਹੜਾ ਇਹ ਚੀਜ਼ ਖਿੱਚ ਦੀ ਗੱਲ ਹੈ, ਕਿਸੇ ਦੇ ਅੰਦਰ ਵੀ ਪੈ ਸਕਦੀ ਹੈ ਖਿੱਚ। ਜਿਹਦੇ ਅੰਦਰ ਪੈ ਗਈ, ਲੱਗ ਜੇ ਲਗਨ ਜਿਨ੍ਹਾਂ ਨੂੰ ਤੇਰੀ, ਬਸ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਲਗਨ ਲੱਗ ਜੇ ਨਾ, ਲੱਗ ਜੇ ਲਗਨ ਜਿਨ੍ਹਾਂ ਨੂੰ ਤੇਰੀ, ਉਹਨਾਂ ਦੀ ਅੱਖ ਖੁੱਲ ਜਾਂਦੀ ਹੈ। ਲੱਗ ਜੇ ਲਗਨ ਜਿਨ੍ਹਾਂ ਨੂੰ ਤੇਰੀ, ਉਹਨਾਂ ਦੀ ਅੱਖ ਖੁੱਲ ਜਾਂਦੀ ਹੈ। ਲੱਗ ਜੇ ਲਗਨ ਜਿਨ੍ਹਾਂ ਨੂੰ ਤੇਰੇ, ਉਹਨਾਂ ਦੀ ਅੱਖ ਖੁੱਲ ਜਾਂਦੀ ਹੈ। ਲੱਗ ਜੇ ਲਗਨ ਜਿਨ੍ਹਾਂ ਨੂੰ ਤੇਰੀ, ਉਹਨਾਂ ਦੀ ਅੱਖ ਖੁੱਲ ਜਾਂਦੀ ਹੈ। ਤੇਰੇ ਉਹਨਾਂ ਦੀ ਅੱਖ ਖੁੱਲ ਜਾਂਦੀ ਹੈ। ਲੱਗ ਜੇ ਲਗਨ ਜਿਨ੍ਹਾਂ ਨੂੰ ਤੇਰੇ, ਉਹਨਾਂ ਦੀ ਅੱਖ ਖੁੱਲ ਜਾਂਦੀ ਹੈ। ਲੱਗ ਜੇ ਲਗਨ ਜਿਨ੍ਹਾਂ ਨੂੰ ਤੇਰੀ, ਉਹਨਾਂ ਦੀ ਅੱਖ ਖੁੱਲ ਜਾਂਦੀ ਹੈ। ਲੱਗ ਜੇ ਲਗਨ ਜਿਨ੍ਹਾਂ ਨੂੰ ਤੇਰੀ, ਉਹਨਾਂ ਦੀ ਅੱਖ ਖੁੱਲ ਜਾਂਦੀ ਹੈ। ਲੱਗ ਜੇ ਲਗਨ ਜਿਨ੍ਹਾਂ ਨੂੰ ਤੇਰੀ, ਉਹਨਾਂ ਦੀ ਅੱਖ ਖੁੱਲ ਜਾਂਦੀ ਹੈ। ਲੱਗ ਜੇ ਲਗਨ ਜਿਨ੍ਹਾਂ ਨੂੰ ਤੇਰੀ, ਉਹਨਾਂ ਦੀ ਅੱਖ ਖੁੱਲ ਜਾਂਦੀ ਹੈ। ਲਗਨ ਜਿਨ੍ਹਾਂ ਨੂੰ ਤੇਰੇ, ਉਹਨਾਂ ਦੀ ਅੱਖ ਖੁੱਲ ਜਾਂਦੀ ਹੈ। ਲੱਗ ਜੇ ਲਗਨ ਜਿਨ੍ਹਾਂ ਨੂੰ ਤੇਰੇ, ਉਹਨਾਂ ਦੀ ਅੱਖ ਖੁੱਲ ਜਾਂਦੀ ਹੈ। ਜਿਨ੍ਹਾਂ ਨੇ ਪ੍ਰੀਤ ਗੁਰੂ ਨਾਲ ਪਾ ਲਈ, ਦੁਨੀਆ ਸਭ ਭੁੱਲ ਜਾਂਦੀ ਹੈ। ਜਿਨ੍ਹਾਂ ਨੇ ਪ੍ਰੀਤ ਗੁਰੂ ਨਾਲ ਪਾ ਲਈ, ਦੁਨੀਆ ਸਭ ਭੁੱਲ ਜਾਂਦੀ ਹੈ। ਜਿਨ੍ਹਾਂ ਨੇ ਪ੍ਰੀਤ ਗੁਰੂ ਨਾਲ ਪਾ ਲਈ, ਸਭ ਭੁੱਲ ਜਾਂਦੀ ਹੈ। ਜਿਨ੍ਹਾਂ ਨੇ ਪ੍ਰੀਤ ਗੁਰੂ ਨਾਲ ਪਾ ਲਈ, ਦੁਨੀਆ ਸਭ ਭੁੱਲ ਜਾਂਦੀ ਹੈ। ਪ੍ਰੀਤ ਗੁਰਾਂ ਨਾਲ ਪਾਏ, ਉਹਨਾਂ ਦੀ ਅੱਖ ਖੁੱਲ ਜਾਂਦੀ ਹੈ। ਜਿਨ੍ਹਾਂ ਨੇ ਪ੍ਰੀਤ ਗੁਰਾਂ ਨਾਲ ਪਾ ਲਈ, ਦੁਨੀਆ ਸਭ ਭੁੱਲ ਜਾਂਦੀ ਹੈ। ਸਭ ਦੁਨੀਆ ਦੀਆਂ ਸੂਰਤਾਂ ਪਰੇ ਹੋ ਜਾਣਗੀਆਂ ਜਦ ਉਹਦੀ ਸੂਰਤ ਸਾਹਮਣੇ ਆਉਂਦੀ। ਉਹਨੂੰ ਅਕਾਲ ਮੂਰਤ ਕਹਿੰਦੇ ਆ। ਤਾਂ ਕਾਲ ਦੀਆਂ ਮੂਰਤਾਂ ਨੇ, ਬਾਕੀ ਤਾਂ ਜਿਹੜੇ ਆਪਾਂ ਦੇਖਦੇ ਆ ਤਾਂ ਕਾਲ ਨੇ ਖਾ ਲਏ। ਸਾਡੇ ਵਰਗੀਆਂ ਸ਼ਕਲਾਂ ਤੁਸੀਂ ਦੇਖੋ ਕਿੰਨੀਆਂ ਜੱਗ ਤੇ ਆਈਆਂ, ਸਭ ਦਾ ਰੇਤਾ ਬਣਾ ਕੇ ਮਿੱਟੀ ਚ ਰੋਲਤੇ ਸਾਰੇ। ਇੱਕ ਅਕਾਲ ਮੂਰਤ ਹੈ, ਅਕਾਲ। ਇੱਕ ਤਾਂ ਕਾਲ ਹੈ ਨਾ, ਇੱਕ ਅਕਾਲ ਜਿਹੜੀ ਅਬਨਾਸ਼ੀ ਹੈ। ਉਹ ਜਿਹੜੀ ਅਕਾਲ ਮੂਰਤ ਹੈ ਨਾ, ਜਿਹੜੀ ਉਹ ਨਹੀਂ ਨਾਸ਼ ਹੁੰਦੀ, ਉਹ ਉਵੇਂ ਹੀ ਰਹਿੰਦੀ ਹੈ। ਉਹਦਾ ਜਿਹੜਾ ਧਿਆਨ ਧਰ ਕੇ ਬੈਠਦੇ ਆ ਨਾ ਜਿੱਥੇ, ਉਹਨਾਂ ਨੂੰ ਪਤਾ ਹੈ ਵੀ ਇਹਨੇ ਮੇਰੇ ਸਾਹਮਣੇ ਪਰੇ ਨਹੀਂ ਹੋਣਾ, ਮੌਤ ਆਉਂਦੀ ਆ ਜੀ। ਅਕਾਲ ਮੂਰਤ ਹੈ ਸਾਧ ਸੰਤਨ ਕੀ ਠਾਹਰਨ ਨੀਤੀ ਧਿਆਨ ਕੋ। ਕਿਤੇ ਮਤੀਦਾਸ ਕਮਲਾ ਸੀਗਾ ਜਿਹਦੇ ਸਿਰ ਤੇ ਆਰਾ ਰੱਖ ਲਿਆ, ਕਹਿੰਦੇ ਮੇਰਾ ਮੂੰਹ ਉਧਰ ਕਰਦੇ ਆ ਉਸ ਮੂਰਤ ਵੱਲ। ਉਸ ਮੂਰਤ ਵੱਲ ਨਾ, ਮੇਰੇ ਗੁਰੂ ਦੀ ਮੂਰਤ ਹੈ ਜਿਹੜੀ, ਕਹਿੰਦੇ ਹਾਂ, ਕਦੇ ਮੇਰਾ ਮੂੰਹ ਇੱਧਰ ਨੂੰ ਕਰ ਦਿਓ ਫਿਰ ਚੀਰ ਦਿਓ। ਇਹ ਬੜੇ ਰਾਜ ਨੇ ਇਹਨਾਂ ਗੱਲਾਂ ਵਿੱਚ। ਬਾਬਾ ਬੁੱਢਾ ਜੀ ਨੇ 113 ਸਾਲ ਸੇਵਾ ਕੀਤੀ ਹੈ। ਬ੍ਰਹਮ ਗਿਆਨੀ ਸਨ। ਬ੍ਰਹਮ ਗਿਆਨੀ ਉਹ ਹੁੰਦਾ ਜਿਹਨੂੰ ਰੱਬ ਸਾਹਮਣੇ ਦਿਸੇ। ਤੇ ਗੁਰੂ ਨਾਨਕ ਨੇ ਬਚਨ ਵੀ ਕੀਤੇ ਸੀਗੇ, ਕਹਿੰਦੇ ਬੁੱਢਿਆ ਤੈਥੋਂ ਓਲੇ ਨਾ ਹੋਸਾਂ। ਮਹਾਰਾਜ ਨੇ ਬਚਨ ਕੀਤੇ ਸੀ, ਤੈਨੂੰ ਪਤਾ ਹੋਊਗਾ ਵੀ ਗੁਰੂ ਨਾਨਕ ਦੀ ਜੋਤ ਕਿਹੜੇ ਹਿਰਦੇ 'ਚ ਜਗਦੀ ਹੈ, ਕਿੱਥੇ ਹੈ। ਤੇ ਬਾਬਾ ਬੁੱਢਾ ਜੀ ਜਦੋਂ ਸਰੀਰ ਛੱਡਣ ਲੱਗੇ ਨਾ, ਸਰੀਰ ਦਾ ਅੰਤ ਵੀ ਹੋਣਾ ਹੀ ਹੈ ਨਾ, ਇੱਕ ਦਿਨ ਸਾਰੇ ਸਰੀਰਾਂ ਦਾ ਅੰਤ ਹੋਣਾ। ਇਹਨੂੰ ਯਾਦ ਰੱਖਿਆ ਵੀ ਇਹਦਾ ਹੋਣਾ ਹੈ ਅੰਤ। ਹਰ ਇੱਕ ਦਾ ਅੰਤ ਹੋਣਾ ਹੈ। ਜੋ ਉਪਜਿਓ ਸੋ ਬਿਨਸੈ ਪਰਵਾਜ ਕਾ। ਬਾਬਾ ਬੁੱਢਾ ਜੀ ਕਹਿਣ ਲੱਗੇ, ਕਹਿੰਦੇ ਮਹਾਰਾਜ ਹੁਣ 12 ਸਾਲ ਦੀ ਉਮਰ ਤੋਂ ਲਾ ਕੇ 125 ਸਾਲ ਦੀ ਜਿਹੜੀ ਬਾਬਾ ਬੁੱਢਾ ਜੀ ਦੀ ਉਮਰ ਸੀ, 125 ਸਾਲ। ਤੇ
ਹੁਣ ਜਿਹੜਾ ਹੈਗਾ ਸਰੀਰ ਦਾ ਜਿਹੜਾ ਇਹ ਤਿਆਗ ਕਰਨਾ ਹੈ। ਬੜੀ ਇਹਦੇ ਕੋਲੋਂ ਸੇਵਾ ਲਈ ਹੈ, ਰੱਜ ਰੱਜ ਕੇ ਮੌਜਾਂ ਮਾਣੀਆਂ, ਸਤਿਗੁਰਾਂ ਦਾ ਪਿਆਰ ਮਾਣਿਆ, ਤੇ ਹੁਣ ਅੰਤ ਸਮਾਂ ਜਿਹੜਾ ਉਹ ਨੇੜੇ ਹੈ। ਤੇ ਬਾਬਾ ਜੀ ਤੁਸੀਂ ਇੰਨੀ ਸੇਵਾ ਕੀਤੀ ਹੈ, ਵੇਖੋ 6 ਪਾਤਸ਼ਾਹੀਆਂ ਤੱਕ ਸੇਵਾ ਕੀਤੀ ਹੈ, ਕਦੇ ਇਹ ਨਹੀਂ ਕਿਹਾ ਮੈਨੂੰ ਗੁਰਗੱਦੀ ਤੇ ਬਿਠਾਓ, ਮੇਰੀ ਵੀ ਬੜੀ ਸੇਵਾ ਹੈ, ਮੈਨੂੰ ਬੜਾ ਚਿਰ ਹੋ ਗਿਆ ਨਾ। ਇੱਛਾ ਹੀ ਹੈ ਨਹੀਂ ਅੰਦਰ ਇਹਨਾਂ ਚੀਜ਼ਾਂ ਦੀ। 6 ਪਾਤਸ਼ਾਹੀਆਂ ਤੱਕ ਸੇਵਾ ਕਰਕੇ ਮੰਗਿਆ ਕੁਛ ਵੀ ਨਹੀਂ ਹੈ, ਕੁਛ ਨਹੀਂ ਮੰਗਿਆ। ਇੱਕ ਮੇਰੀ ਬੇਨਤੀ ਹੈ, ਗੁਰੂ ਤੇ ਯਕੀਨ ਕਰਕੇ ਰੱਖਿਓ, ਤੁਸੀਂ ਮੰਗੋ ਹੀ ਨਾ ਕੁਛ ਆਪੇ ਦੇਊਗਾ। ਇੱਕ ਤੇ ਥੋੜੀ ਵੀ ਜਾਣਦੇ ਹੀ ਨਹੀਂ, ਤੇਰੇ ਦੱਸੇ ਤੇ ਪਤਾ ਲੱਗੂਗਾ ਵੀ ਇਹ ਗੋਲ ਕਿਤੇ ਪਰਚੀ ਰੱਖੇਗਾ ਲਿਆ ਕੇ ਤਾਂ ਕਿਤੇ ਇਹਨੂੰ ਪਤਾ ਲੱਗੂਗਾ। ਤੇਰੇ ਯਕੀਨ ਦੇ ਵਿੱਚ ਕੱਚ ਆ ਜੇ ਕਿ ਤੇਰੇ ਅੰਦਰ ਹੀ ਨਹੀਂ ਜਾਣਦਾ, ਤੂੰ ਬੋਲ ਕੇ ਹੀ ਦੱਸੇਂਗਾ ਕਿ ਸਪੀਕਰ 'ਚ ਬੋਲ ਕੇ ਹੋਰ ਜ਼ਿਆਦੇ ਹੋਊਗਾ। ਤੂੰ ਭਰੋਸਾ ਦਾ ਕਾਇਮ ਕਰ ਆਪਦਾ। ਇਹ ਜਿਹੜੀ ਅਰਦਾਸ ਵਿਸ਼ਵਾਸ ਤੇ ਖੜੀ ਹੈ, ਅਰਦਾਸ ਆਸ ਵਿਸ਼ਵਾਸ। ਜਿਹਨੇ ਅਰਦਾਸ ਸੁਣਨੀ ਹੈ ਨਾ ਉਹ ਤੇਰੇ ਅੰਦਰ ਹੀ ਹੈ, ਤੇਰੇ ਅੰਦਰ ਹੀ ਬੈਠਾ ਦੇਖਦਾ ਵੀ ਇਹ ਕੀ ਮੰਗਦਾ ਹੈ ਕੀ ਕਰਦਾ। ਤੂੰ ਭਰੋਸਾ ਬਿਨ ਬੋਲਿਆ ਸਭ ਕੁਛ ਜਾਣਦਾ ਕਿਸ ਅੱਗੇ ਕੀਚੈ। ਇਹ ਨਹੀਂ ਵੀ ਅਸੀਂ ਅਰਦਾਸ ਕਰਨੀ ਨਹੀਂ, ਕਰਨੀ ਹੈ, ਪਰ ਗੱਲ ਯਕੀਨ ਦੀ ਕਰਦੇ ਆ ਵੀ ਇਕੱਲੇ ਇੱਥੇ ਪਰਚੀ ਤੇ ਕਿਨਾਰੇ ਜੀ ਵੀ ਬੋਲ ਜਾਂਦੀ, ਉਹ ਤੇਰੇ ਅੰਦਰ ਦੀਆਂ ਵੀ ਜਾਣਦਾ ਸੁਣਦਾ ਹੈ। ਉਹਨੂੰ ਨੇੜੇ ਕਰਕੇ ਦੇਖ। ਮਰਜ਼ਾਦਾ ਚਲੋ ਮਰਜ਼ਾਦਾ ਹੈ, ਗੁਰੂ ਦਾ ਦਰਬਾਰ ਹੈ, ਗੁਰੂ ਦੇ ਚਰਨਾਂ 'ਚ ਬੋਲ ਕੇ ਵੀ ਅਰਦਾਸ ਕਰਨੀ ਹੈ, ਕਰਦੇ ਆ, ਕਰਨੀ ਚਾਹੀਦੀ ਹੈ, ਪਰ ਤੇਰੇ ਯਕੀਨ ਤੇ ਗੱਲ ਇਕੱਲੀ ਪਰਚੀ ਤੇ ਨਾ ਖੜ ਜੀ ਬਸ। ਬਿਨ ਬੋਲਿਆ ਸਭ ਕੁਝ ਜਾਣਦਾ ਕਿਸ ਅੱਗੇ। ਬਾਬਾ ਜੀ ਕੋਈ ਤੁਹਾਡੀ ਇੱਛਾ, ਕੋਈ ਤੁਹਾਡੀ ਮੰਗ ਹੋਵੇ। ਬਾਬਾ ਜੀ ਕਹਿਣ ਲੱਗੇ, ਬਾਬਾ ਬੁੱਢਾ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ ਮੇਰੀ ਇੱਕ ਮੰਗਿਆ ਤਾਂ ਕੁਛ ਹੈ ਨਹੀਂ, ਪਰ ਇੱਕ ਮਨ ਦੀ ਇੱਛਾ ਹੈ। ਦੱਸੋ ਬਾਬਾ ਜੀ, ਕਿਉਂਕਿ ਇਹੋ ਜਿਹੇ ਸੇਵਾਦਾਰਾਂ ਨੂੰ ਤਾਂ ਮਹਾਰਾਜ ਮੂੰਹ ਦੇ ਵਿੱਚੋਂ ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇਵੇ। ਉਹ ਬੜੇ ਸੰਤੋਖੀ ਮਨ ਹੁੰਦੇ ਨੇ, ਸੰਤੋਖੀ ਰੱਜੇ ਹੋਏ। ਬਿਨ ਸੰਤੋਖ ਨਹੀਂ ਕੂ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ। ਉਹ ਸੰਤੋਖੀ ਮਨ ਹੁੰਦੇ ਆ। ਉਹ ਰੁੱਖੀਆਂ ਵੀ ਖਾਈ ਜਾਣ ਨਾ ਤਾਂ ਵੀ ਉਹ ਮੰਗਦੇ ਨਹੀਂ, ਕਹਿੰਦੇ ਮਹਾਰਾਜ ਤੇਰਾ ਜਿਹੜਾ ਪਿਆਰ ਹੈ ਨਾ ਇਹਦੇ ਨਾਲ ਮਨ ਰੱਜਿਆ ਰਹਿੰਦਾ। ਨਾਨਕ ਭਗਤਾਂ ਭੁੱਖ ਸਲਾਹਨ ਸੱਚ ਨਾਮ ਆਧਾਰ। ਮੈਨੂੰ ਪਦਾਰਥਾਂ ਦੀ ਭੁੱਖ ਨਹੀਂ ਹੈ, ਮੈਨੂੰ ਆ ਗਹਿਣਿਆਂ ਮਾਇਆ ਦੀ ਭੁੱਖ ਨਹੀਂ ਹੈ ਮੈਂ ਆਇਆ ਹੋਵਾਂ। ਨਹੀਂ ਮਹਾਰਾਜ, ਮੈਂ ਤਾਂ ਬਸ ਤੇਰੇ ਚਰਨਾਂ ਨਾਲ ਜੁੜਿਆ ਹੋਵਾਂ। ਇਹ ਮਨ ਮੇਰਿਆ ਤੂੰ ਸਦਾ ਰਹੋ। ਮੈਂ ਆ ਮੇਰੇ ਮਨ 'ਚ ਭੁੱਖ ਹੈ, ਆ ਨਾ ਦੂਰ ਕਰਦੀ ਚਰਨਾਂ ਤੋਂ। ਦੂਜਾ ਜਿਹੜਾ ਕੁਛ ਹੈ ਜਿਹੋ ਜਿਹਾ ਤੂੰ ਦਿੰਨਾ ਮੇਰੇ ਵਾਸਤੇ ਉਹੀ ਅੰਮ੍ਰਿਤ, ਭਾਵੇਂ ਚਟਣੀ ਨਾਲ ਹੀ ਖਾ ਲਵਾਂ, ਭਾਵੇਂ ਪਾਟੀਆਂ ਟੁੱਟੀਆਂ ਚੱਪਲਾਂ ਹੀ ਪੈਰਾਂ 'ਚ ਪਾਈ ਫਿਰਾਂ, ਮੈਨੂੰ ਇਹਦਾ ਦੁੱਖ ਨਹੀਂ। ਮੈਨੂੰ ਕਿਤੇ ਆਪਦੇ ਚਰਨਾਂ ਤੋਂ ਦੂਰ ਨਾ ਕਰ ਦੇ। ਬੜੇ ਗੁਰਸਿੱਖ ਪਏ ਐਸੇ ਅੱਜ ਵੀ ਜਿਹੜੇ ਸਿੱਖੀ ਵੀ ਨਿਭਾ ਰਹੇ ਨੇ। ਇਹ ਤਾਂ ਪਿਆਰ ਦੀ ਗੱਲ ਹੈ। ਇੱਥੇ ਦੇਖਿਆ ਨਾ ਤੁਸੀਂ, ਭਗਤਾਂ ਦੀ ਬਾਣੀ ਪੜ੍ਹ ਕੇ ਦੇਖਿਓ, ਜਿਹੜੇ ਭਗਤ ਨੇ ਨਾ ਗਰੀਬ ਤੋਂ ਗਰੀਬ। ਅਸੀਂ ਤਾਂ ਕਹਿੰਦੇ ਮਾੜਾ ਜਿਹਾ ਲੋਟ ਹੋ ਜਾਈਏ ਕਿ ਨਾ ਕਰਜ਼ੇ ਕੁਰਜ਼ੇ ਇੱਧਰ ਉੱਧਰ ਕਰਕੇ ਪੈਸਾ ਦੇਣਾ ਲੈ, ਫੇਰ ਛਕਾਂਗੇ ਅੰਮ੍ਰਿਤ, ਫੇਰ ਦੇਖਿਓ ਤੜਕੀ ਉੱਠ ਕੇ ਬਹਿ ਜਾ ਕਰਨਾ ਮੈਂ। ਇਹ ਤਾਂ ਮੈਂ ਭੁਲੇਖੇ ਨੇ, ਮੈਂ ਗੱਲਾਂ ਨੇ, ਮਨ ਦੇ ਲਾਰੇ ਨੇ। ਲਾਰੇ ਲਾਰੇ ਹੁੰਦੇ ਆ ਨਾ, ਲਾਰੇ, ਇਹ ਲਾਰੇ ਨੇ ਮਨ ਦੇ ਵੀ ਕੋਈ ਨਹੀਂ ਤੇਰੇ ਕੋਲੋਂ ਭਗਤੀ ਕਰਾਉਂਗਾ ਕਿ ਐਂ ਜੇ ਕਰ ਲਾ, ਆ ਬੁੜਾ ਹੋ ਕੇ ਕਰ ਲਈ, ਅਜੇ ਕੀ ਅਜੇ ਦੁਨੀਆ ਤਾਂ ਦੇਖ ਲੈ, ਭੱਜ ਨੱਠ ਕੇ ਕਿਰਾਂ ਫੇਰ ਕਰ ਲਈ। ਬੁੜਾ ਹੋਇਆ ਨਾਮ ਜਪ ਲਈ, ਬੁੜਾ ਹੋਇਆ ਅੰਮ੍ਰਿਤ ਛਕ ਲਈ, ਬੁੜਾ ਹੋਇਆ ਏਦਾਂ ਕਰ ਲਈ। ਇਹ ਮਨ ਦੇ ਲਾਰੇ ਨੇ ਸਾਰੇ, ਤੇ ਇਹਨੇ ਏਦਾਂ ਹੀ ਲੰਘਾ ਦੇਣੀ ਆ, ਸਾਰੀ ਲੰਘ ਜਾਣੀ ਹੈ, ਕੁਛ ਨਹੀਂ ਕਰਨ ਦੇਣਾ ਇਹਨੇ। ਜਦੋਂ ਇਹਦੀ ਵਾਰੀ ਆਉਣੀ ਹੈ ਬੁੜੇ ਹੋਏ ਦੀ, ਉਦੋਂ ਗੋਡੇ ਦੁਖਣ ਲੱਗ ਜਾਣਗੇ, ਹੋਰ 20 ਜੱਬ ਖਾਨੇ ਸ਼ੁਰੂ ਹੋ ਜਾਣਗੇ। ਤੂੰ ਬੰਦਗੀ ਕਿੱਥੇ ਕਰ ਲਏਗਾ? ਇਹ ਤਾਂ ਮਨ ਨੇ ਏਦਾਂ ਹੀ ਟਪਾ ਦੇਣਾ। ਮਨ ਦੇ ਮਤੇ ਨਾ ਚੱਲੀਏ, ਮਨ ਦੇ ਮਤੇ ਅਨੇਕ, ਮਨ ਦੇ ਮਾਰੇ ਮਰ ਗਏ ਕਾਜੀ ਮੁੱਲਾ ਸ਼ੇਖ। ਮਨ ਦੇ ਨਹੀਂ, ਗੁਰੂ ਦੇ ਆਖੇ ਲੱਗਣਾ ਜੋ ਗੁਰੂ ਜੀ ਕਹਿੰਦੇ ਨੇ। ਰਵਿਦਾਸ ਜੀ ਕਿੰਨੇ ਗਰੀਬ ਸੀਗੇ। ਤੜਕੇ ਰੋਟੀ ਪੱਕ ਗਈ ਨਾ, ਹੱਥ ਨੇ ਆਟਾ ਹੈ ਨਹੀਂ, ਹੱਥ ਨੇ ਪਕਾ ਲਈ, ਤੜਕੇ ਨੂੰ ਹੈ ਨਹੀਂ, ਇੰਨੀ ਗਰੀਬੀ ਦੇ ਵਿੱਚ। ਕਬੀਰ ਜੀ, ਇਹ ਨਹੀਂ ਵੀ ਗਰੀਬ ਹੋ ਗਈ ਤਾਂ ਹੀ ਰੱਬ ਯਾਦ ਆਉਂਦਾ ਹੈ। ਰਾਜਾ ਜਨਕ
ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਤੋ ਇਸ ਕਰਕੇ ਗਰੀਬੀ ਅਮੀਰੀ ਦੀਆਂ ਗੱਲਾਂ ਨਹੀਂ ਹਨ, ਇਹ ਤਾਂ ਲਗਨ ਦੀ ਗੱਲ ਹੈ। ਲੱਗ ਜੇ ਲਗਨ ਜਿਨ੍ਹਾਂ ਨੂੰ ਤੇਰੀ, ਉਹਨਾਂ ਦੀ ਅੱਖ ਖੁੱਲ ਜਾਂਦੀ ਹੈ। ਜਿਨ੍ਹਾਂ ਨੇ ਪ੍ਰੀਤ ਗੁਰਾਂ ਨਾਲ ਪਾ ਲਈ, ਦੁਨੀਆ ਸਭ ਭੁੱਲ ਜਾਂਦੀ ਹੈ। ਇੱਥੋਂ ਵਿਚਾਰ ਕਰਦੇ ਸੀ ਕਿ ਇੱਕ ਅਕਾਲ ਮੂਰਤ ਸਾਹਮਣੇ ਰਹਿ ਜਾਂਦੀ ਹੈ। ਬਾਬਾ ਬੁੱਢਾ ਜੀ ਕਹਿਣ ਲੱਗੇ, ਮਹਾਰਾਜ ਇੱਕ ਮੇਰੇ ਮਨ ਦੀ ਇੱਛਾ ਹੈ ਕਿ ਹੁਣ 125 ਸਾਲ ਦੀ ਉਮਰ ਹੋ ਗਈ, ਸਰੀਰ ਬਿਰਧ ਹੋ ਗਿਆ, ਕਿ ਜਦ ਮੈਂ ਸਰੀਰ ਛੱਡਾਂ ਨਾ, ਦੇਖੋ ਆਪਾਂ ਵੀ ਛੱਡਣਾ ਸਾਰਿਆਂ ਨੇ, ਸਾਡਾ ਪਤਾ ਨਹੀਂ ਕਿੱਥੇ ਧਿਆਨ ਰਹਿਣਾਗਾ। ਜੇ ਤਾਂ ਰਹਿ ਗਿਆ ਪੁੱਤਾਂ 'ਚ ਤਾਂ ਸੂਰੀ ਦਾ ਜਨਮ ਪੱਕਾ। ਇਹ ਲਿਖਿਆ ਪਿਆ, ਮੈਂ ਆਪਦੇ ਕੋਲੋਂ ਕੁਛ ਨਹੀਂ ਕਹਿਣਾ, ਬਾਣੀ ਕਹਿੰਦੀ ਹੈ, ਜੇ ਅੰਤ ਕਾਲ ਜੋ ਲੜਕੇ ਸਿਮਰੈ, ਐਸੀ ਚਿੰਤਾ ਮੇ ਜੇ ਮਰੈ, ਸੂਕਰ ਜੋਨ ਬਲ ਬਲ ਉਤਰੈ। ਇਹ ਸਜ਼ਾਵਾਂ ਨੇ ਲਿਖੀਆਂ ਹੋਈਆਂ। ਜਿੱਥੇ ਕਿਸੇ ਦਾ ਧਿਆਨ ਰਹਿ ਗਿਆ, ਉਹਨੂੰ ਇਹ ਜਾਂ ਜੇ ਘਰ 'ਚ ਰਹਿ ਗਿਆ ਵੀ ਬੱਲੇ ਬੱਲੇ, ਬੜੀ ਕੋਠੀ ਪਾਈ ਸੀ ਮਣਾ, ਤੂੰ ਤਾਂ ਛੱਡ ਵੀ ਚੱਲਿਆ ਓਏ। ਬਸ ਪ੍ਰੇਤ ਦਾ ਜਨਮ ਮਿਲਣਾ ਹੈ, ਇਸ ਨੂੰ ਜੂਨ ਮਿਲਣੀ ਹੈ ਪ੍ਰੇਤ ਦੀ। ਪ੍ਰੇਤ ਦੀ ਜੂਨ ਵਿੱਚ ਜਾਏਗਾ। ਪ੍ਰੇਤ ਜੋਨ ਬਲ ਬਲ ਉਤਰੈ, ਅੰਤ ਕਾਲ ਜੋ ਮੰਦਰ ਸਿਮਰੈ। ਮੰਦਰ ਕਹਿੰਦੇ ਆ ਘਰਾਂ ਨੂੰ। ਜੇ ਘਰ ਦੇ ਵਿੱਚ ਹੀ ਰਹਿ ਗਿਆ ਵੀ ਆ ਬਥੇਰੇ, ਇੱਥੇ ਨੌਵੇਂ ਪਾਤਸ਼ਾਹ ਜਦੋਂ ਗਏ ਆ ਨਾ, ਇੱਥੇ ਜਿੰਨ ਬਣਿਆ ਹੋਇਆ ਸੀ, ਭੂਤਾਂ ਵਾਲੀ ਹਵੇਲੀ ਕਹਿੰਦੇ ਸੀ ਉਹਨੂੰ, ਭੂਤਾਂ ਵਾਲੀ। ਜਦ ਮਹਾਰਾਜ ਗਏ ਆ ਨਾ, ਔਰੰਗਜ਼ੇਬ ਨੇ ਸਭ ਤੋਂ ਪਹਿਲਾਂ ਭੂਤਾਂ ਵਾਲੀ ਹਵੇਲੀ 'ਚ ਹੀ ਬੰਦ ਕੀਤਾ ਸੀਗਾ, ਤੇ ਉੱਥੇ ਜਿੰਨ ਸੀ ਜਿਹੜਾ ਆਇਆ। ਨੌਵੇਂ ਪਾਤਸ਼ਾਹ ਤਾਂ ਚਲੋ ਮਾਲਕ ਸੀਗੇ, ਮਹਾਰਾਜ ਨੇ ਬਥੇਰੇ ਥਾਵਾਂ ਦੇ ਉੱਤੋਂ ਆ ਜਿੱਥੇ ਆਨੰਦਪੁਰ ਸਾਹਿਬ ਵਸਿਆ ਨਾ, ਪਹਿਲਾਂ ਇੱਥੇ ਦਿਓ ਰਹਿੰਦਾ ਸੀ, ਪਹਿਲਾਂ ਉਹ ਕੱਢਿਆ, ਮਾਖੋਵਾਲ ਦੀ ਧਰਤੀ ਵੱਜਦੀ ਸੀ। ਇਹਨਾਂ ਚੀਜ਼ਾਂ ਨੂੰ ਆਪਾਂ ਪਾਸੇ ਨਾ ਕਰੋ ਵੀ ਸਾਡੇ ਲੋਕ ਪਤਾ ਨਹੀਂ ਪੁੱਛਿਆ ਵਾਲਿਆ ਕਿੰਨੀ ਚਲੇ ਜਾਣਗੇ, ਜਾਂਦਾ ਕੋਈ ਜਾਵੇ, ਅਸੀਂ ਸੱਚ ਦੱਸਣਾ। ਉੱਥੋਂ ਵੀ ਕੀ ਲੈ ਲੂਗਾ ਜਾ ਕੇ। ਗੁਰੂ ਪਾਤਸ਼ਾਹ ਮਹਾਰਾਜ ਨੇ ਕਿੱਡੇ ਦਾ ਆਧਾਰ ਕੀਤਾ, ਬਠਿੰਡੇ ਦੇ ਕਿਲੇ ਦੇ ਵਿੱਚੋਂ ਦਿਓ ਨੂੰ ਕੱਢਿਆ। ਗੋਇੰਦਵਾਲ ਦੀ ਧਰਤੀ ਦੇ ਉੱਤੇ ਸਾਰੇ ਜਿੰਨੇ ਭੂਤ ਪ੍ਰੇਤ ਉੱਥੇ ਨਖੇਦੂ ਜਿੰਨਾ ਸੀ, ਉਹ ਮਹਾਰਾਜ ਤੀਜੇ ਪਾਤਸ਼ਾਹ ਨੇ ਕੱਢੀਆਂ। ਇਹ ਕਿਤੇ ਝੂਠ ਥੋੜੀ ਹੈ ਗੱਲ, ਕਿਵੇਂ ਲੁਕੋ ਲਾਂਗੇ ਇਸ ਨੂੰ ਅਸੀਂ? ਇਹ ਚੜ੍ਹਦੇ ਸੂਰਜ ਨੂੰ ਕੋਈ ਉੱਤੇ ਕੱਪੜਾ ਪਾ ਕੇ ਲੁਕੋ ਨਹੀਂ ਸਕਦਾ। ਸਾਡਾ ਇਤਿਹਾਸ ਸੂਰਜ ਵਾਂਗ ਹੈ। ਸੂਰਜ ਨੂੰ ਕਿਹੜਾ ਫੜ ਲੂਗਾ? ਉਹ ਆਉਂਦਾ ਚੜ੍ਹਦਾ, ਲਾਲੇ ਜੀ ਨੇ ਜ਼ੋਰ ਲਾਉਣਾ, ਜਿਹੜਾ ਸਰਕਾਰਾਂ ਨੇ ਲਾਉਣਾ, ਉਹ ਚੜ੍ਹ ਕੇ ਹਟੂਗਾ। ਇਸੇ ਤਰ੍ਹਾਂ ਸਾਡਾ ਜਿਹੜਾ ਇਤਿਹਾਸ ਹੈ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਜਿਹੜੀ ਬਾਣੀ ਹੈ, ਇਹਨੂੰ ਕੋਈ ਲੁਕੋ ਨਹੀਂ ਸਕਦਾ। ਨਾ ਗੁਰੂ ਦੇ ਪਿਆਰਿਆਂ ਨੂੰ, ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮਿਟਣ ਹਾਰਾ। ਤੋ ਉਹ ਵਿਚਾਰ ਕਰਦੇ ਸੀ ਕਿ ਆਪਾਂ ਕਿ ਉਹ ਜਿੱਥੇ ਕਿਸੇ ਦੀ ਸੁਰਤ ਰਹੇਗੀ, ਅੰਤ ਸਭ ਦਾ ਹੋਣਾ, ਆਪਣਾ ਵੀ। ਗੁਰਸਿੱਖ ਧਿਆਨ ਕਿਉਂ ਲਾ ਕੇ ਰੱਖਦੇ, ਕਿ ਯਾਦ ਰੱਖੇ, ਗੁਰਸਿੱਖ ਰੋਜ਼ ਮਰਦਾ, ਉਹਨੂੰ ਪਤਾ ਹੈ, ਤੜਕੇ ਬੈਠਦਾ ਹੈ, ਆਹ ਅਕਾਲ ਮੂਰਤ ਅਬਨਾਸ਼ੀ ਹੈ, ਮੈਂ ਇਹਦੇ ਨਾਲ ਜੁੜਨਾ, ਤੇ ਇਹਨੂੰ ਛੱਡ ਪਰੇ ਬਣਾ। ਉਹਦੇ ਪੱਕਿਆ ਮਨ ਦੇ ਵਿੱਚ, ਉਹਦੇ ਪਕਾ ਲਿਆ ਉਸਨੇ, ਜਿਵੇਂ ਸਭ ਕੋਈ ਪਕਾ ਲਿਆ ਹੁੰਦਾ ਨਾ, ਵੀ ਆ ਅੰਤ ਵੇਲੇ ਜਿਹੜਾ ਅੰਤ ਕਾਲ ਜੋ ਨਰੈਣ ਸਿਮਰੈ, ਐਸੀ ਚਿੰਤਾ ਮੇਜੇ ਮਰੈ, ਬੱਤ ਲੋਚਨ ਤੇ ਨਰ ਮੁਕਤਾ, ਪੀਤੰਬਰ ਬਾਕੇ ਹਿਰਦੇ ਵਸੈ। ਉਹ ਰੋਜ਼ ਅਭਿਆਸ ਕਰਦਾ ਵੀ ਮੈਂ ਸਰੀਰ ਛੱਡਣਾ ਨਾ, ਜਦੋਂ ਸਾਰੀ ਦੁਨੀਆ ਛੱਡਣੀ ਹੈ, ਆ ਰਹੂਗਾ। ਨਾਮ ਰਹਿਓ ਸਾਧੂ ਰਹਿਓ ਗੁਰ ਗੋਬਿੰਦ, ਕਹੋ ਨਾਨਕੇ ਜਗਤ ਮੈਂ ਕਿਨ ਜਪਿਓ, ਗੁਰਮੰਤ। ਉਹਦਾ ਬੇੜਾ ਪਾਰ ਜਾਊਗਾ, ਭਾਵੇਂ ਉਹ ਦਿਹਾੜੀ ਕਰਦਾ, ਭਾਵੇਂ ਉਹ ਬਾਦਸ਼ਾਹ ਹੈ, ਭਾਵੇਂ ਉਹ ਕਿਤੇ ਵੀ ਜਿੱਥੇ ਉਹ ਆਪਦੀ ਜ਼ਿੰਦਗੀ ਗੁਜ਼ਾਰ ਰਿਹਾ ਹੈ, ਪਰ ਉਹਦੇ ਕੋਲੇ ਬਹੁਤ ਵੱਡੀ ਦਾਤ ਲੈ ਗਿਆ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਗੁਰਸਿੱਖ ਜਿਹੜਾ ਹੈ। ਆ ਵੇਖੋ ਬਾਬਾ ਬੁੱਢਾ ਜੀ, ਮੈਂ ਸਰੀਰ ਛੱਡਣਾ ਮਹਾਰਾਜ, ਜਦੋਂ ਸਰੀਰ ਦਾ ਅੰਤ ਹੋਣਾ, ਨਿਕਲਣਾ ਨਾ ਸਰੀਰ ਦੇ ਵਿੱਚੋਂ, ਛੱਡਣਾ ਇਸ ਨੂੰ, ਤੇ ਮਹਾਰਾਜ ਉਦੋਂ ਤੁਸੀਂ ਮੇਰੇ ਸਾਹਮਣੇ ਬੈਠੇ ਹੋਏ, ਮੇਰੇ ਸਾਹਮਣੇ ਬੈਠੇ ਹੋਏ ਹੋ, ਤੇ ਮੈਂ ਤੁਹਾਨੂੰ ਦੇਖ ਕੇ ਜਿਹੜਾ ਹੈ ਨਾ, ਦਰਸ਼ਨ ਕਰਦਾ ਦਰਸ਼ਨ, ਗੁਰੂ ਦੇ ਦਰਸ਼ਨ, ਸਤਿਗੁਰ ਦਰਸ਼ਨ ਧੰਨ ਹੈ। ਭਾਈ ਗੁਰਦਾਸ ਜੀ ਕਹਿੰਦੇ ਸਤਿਗੁਰ ਦੇ ਦਰਸ਼ਨ ਧੰਨ ਹੈ, ਇਹ ਮੁਕਤ ਕਰ ਦੇਣਗੇ ਤੈਨੂੰ, ਇਹ ਦਰਸ਼ਨਾਂ ਨੇ ਤੇਰਾ ਜਨਮਾਂ ਦੀ ਮੈਲ ਲਾ ਦੇਣੀ ਹੈ। ਸਤਿਗੁਰ ਦਰਸ਼ਨ ਧੰਨ ਹੈ। ਪਰ ਉਦੋਂ ਵੱਡੀ ਗੱਲ ਕਹਿ ਗਏ, ਕਹਿੰਦੇ ਧੰਨ ਧੰਨ ਸਿੱਖ ਪਰਸਣ ਆਇਆ। ਕਹਿੰਦੇ ਜੇ ਗੁਰੂ ਦੇ ਦਰਸ਼ਨ ਧੰਨ ਹੈ ਨਾ, ਜਿਹੜਾ ਉਹ ਦਰਸ਼ਨ ਕਰੀ ਜਾਂਦਾ ਉਹ ਧੰਨ ਧੰਨ ਹੈ, ਧੰਨ ਧੰਨ ਹੋ ਗਿਆ। ਜੇ ਗੁਰੂ ਦੇ ਚਰਨ ਧੰਨ ਆ ਨਾ, ਵੀ ਇੱਥੇ ਤਾਤੀ ਵਾਉ ਨਾ ਲੱਗੀ ਪਾਰ ਬ੍ਰਹਮ ਸ਼ਰਨਾਈ, ਕਹਿੰਦੇ ਧੰਨ ਉਹ ਵੀ ਹੈ ਜਿਹੜਾ ਚਰਨਾਂ ਨਾਲ ਜੁੜ ਗਿਆ, ਜਿਹੜਾ ਚਰਨਾਂ 'ਚ ਚੱਲ ਕੇ ਆ ਗਿਆ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਗੁਰਚਰਨੀ ਜਾਏ ਪੜਤੇ ਆ।
ਐਦੂ ਵੱਡੇ ਭਾਗ ਕੀ ਦੇ ਹੁਣ ਕਿਹੜਾ ਗੁਰੂ ਦੇ ਚਰਨਾਂ 'ਚ ਆ ਗਏ। ਨਹੀਂ ਇੱਥੇ ਮਟੀਆਂ ਮਸਾਣੀਆਂ 'ਚ ਦਰਖਤਾਂ 'ਚ ਉਲਝੀ ਪਈ ਹੈ ਦੁਨੀਆ, ਉਲਝੇ ਪਏ ਐ, ਲੱਭ ਨਹੀਂ ਰਿਹਾ ਵੀ ਕਿੱਥੇ ਮਨ ਨੂੰ ਜੋੜ ਗਏ। ਦਰਖਤ ਅੱਖਾਂ ਨਾਲ ਦਿਸਦਾ, ਇਹਦੇ 'ਚ ਹੀ ਲੱਗ ਗਏ। ਆ ਹੋਰ ਚੀਜ਼ਾਂ 'ਚ ਭੜਕੀ ਫਿਰਦੀ ਹੈ ਦੁਨੀਆ, ਭੜਕੀ ਕੋਈ ਵਿਰਲਾ ਜਿਹੜਾ ਗੁਰੂ ਦੇ ਚਰਨਾਂ ਨਾਲ ਜੁੜਦਾ। ਬਾਬਾ ਬੁੱਢਾ ਜੀ ਕਹਿਣ ਲੱਗੇ, ਕਹਿੰਦੇ ਸੱਚੇ ਪਾਤਸ਼ਾਹ ਸਾਰੀ ਜ਼ਿੰਦਗੀ ਦੀ ਸੇਵਾ, ਗੁਰੂ ਨਾਨਕ ਦੀਆਂ ਖੁਸ਼ੀਆਂ ਲਈਆਂ, ਗੁਰੂ ਅੰਗਦ ਦੇਵ ਜੀ ਮਹਾਰਾਜ ਦੀਆਂ ਖੁਸ਼ੀਆਂ ਲਈਆਂ, ਤੀਜੇ ਪਾਤਸ਼ਾਹ ਮਹਾਰਾਜ ਦੀਆਂ ਖੁਸ਼ੀਆਂ ਲਈਆਂ, ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਖੁਸ਼ੀਆਂ ਲਈਆਂ, ਪੰਜਵੇਂ ਪਾਤਸ਼ਾਹ ਮਹਾਰਾਜ ਦੀਆਂ ਤਤੀਆਂ ਤੇ ਤਵੀਆਂ ਤੇ ਬਹਿਣ ਵਾਲੇ ਸਤਿਗੁਰੂ ਉਹਨਾਂ ਦੀਆਂ ਖੁਸ਼ੀਆਂ ਲਈਆਂ, ਛੇਵੇਂ ਪਾਤਸ਼ਾਹ ਜਿਨ੍ਹਾਂ ਦਾ ਉਹਨਾਂ ਦੇ ਬਚਨਾਂ ਨਾਲ ਹੀ ਜਿਹੜਾ ਅਵਤਾਰ ਹੋਇਆ, ਬਚਨਾਂ ਨਾਲ ਬਾਬਾ ਬੁੱਢਾ ਜੀ ਦੇ ਬਚਨ ਹੋਏ ਤੇ ਛੇਵੇਂ ਪਾਤਸ਼ਾਹ ਮਹਾਰਾਜ ਦਾ ਅਵਤਾਰ ਹੋਇਆ। ਤੇ ਜਦੋਂ ਅਵਤਾਰ ਹੋ ਗਿਆ ਤੇ ਜਦੋਂ ਨਾਂ ਰੱਖਣਾ ਸੀ ਤੇ ਗੁਰੂ ਪਾਤਸ਼ਾਹ ਮਹਾਰਾਜ ਗੁਰੂ ਅਰਜਨ ਦੇਵ ਜੀ ਕਹਿੰਦੇ ਉਹ ਬ੍ਰਹਮ ਗਿਆਨੀ ਮਹਾਂਪੁਰਖਾਂ ਕੋਲੇ ਲੈ ਜਾਓ, ਆਪੇ ਰੱਖ ਦੇਣਗੇ। ਉਹਨਾਂ ਦੀ ਦਾਤ ਹੈ ਇਹ ਉਹਨਾਂ ਨੇ ਬਖਸ਼ਿਆ ਨੇ, ਉਹਨਾਂ ਦੀਆਂ ਬ੍ਰਹਮ ਗਿਆਨੀਆਂ ਦੀਆਂ। ਤੇ ਉਹ ਜਦੋਂ ਲੈ ਕੇ ਗਏ ਤੇ ਜਾ ਕੇ ਮੂਹਰੇ ਝੋਲੀ ਚ ਪਾਤਾ, ਬਾਬਾ ਜੀ ਆ ਤੁਹਾਡੇ ਬਚਨਾਂ ਦੀ ਦਾਤ ਹੈ ਤੁਹਾਡੀ। ਗੁਰੂ ਪਾਤਸ਼ਾਹ ਮਹਾਰਾਜ ਨੂੰ ਸਾਹਿਬਜ਼ਾਦੇ ਜੀ ਦਾਤ ਬਖਸ਼ਿਸ਼ ਕੀਤੀ ਹੈ। ਜਦੋਂ ਐਂ ਕਰਕੇ ਝੋਲੀ ਚ ਪਾਇਆ, ਕਹਿੰਦੇ ਇਹਦਾ ਨਾਮ ਰੱਖਣਾ ਹੈ। ਤੇ ਬਾਬਾ ਬੁੱਢਾ ਜੀ ਦੇਖ ਕੇ ਕਰਕੇ ਦਰਸ਼ਨ, ਕਹਿੰਦੇ ਇਹ ਤਾਂ ਮੇਰਾ ਹਰਗੋਬਿੰਦ ਹੈ, ਇਹ ਤਾਂ ਮੇਰਾ ਹਰਗੋਬਿੰਦ ਹੈ। ਅੱਜ ਛੇਵੇਂ ਪਾਤਸ਼ਾਹ ਮਹਾਰਾਜ ਜਵਾਨ ਹੋ ਗਏ ਤੇ ਅੱਜ ਉਹੀ ਬਾਬਾ ਬੁੱਢਾ ਜੀ ਜਿਹਦਾ ਨਾਮ ਵੀ ਆਪ ਰੱਖਿਆ, ਜਿਹਦੇ ਬਚਨਾਂ ਨਾਲ ਵੀ ਗੁਰਗੱਦੀ ਤੇ ਵੀ ਕਰੋੜਾਂ ਬ੍ਰਹਮੰਡਲਾਂ ਦੇ ਮਾਲਕ ਬਣੇ ਬੈਠੇ ਨੇ। ਤੇ ਅੱਜ ਇੱਕ ਦਾਸ ਬਣ ਕੇ ਕਹਿੰਦੇ ਤੁਹਾਡੇ ਦਰਸ਼ਨ ਕਰਕੇ ਜਿਹੜਾ ਮੇਰੇ ਸਰੀਰ ਦਾ ਅੰਤ ਹੋ ਜੇ, ਗੁਰੂ ਦੇ ਦਰਸ਼ਨ। ਤੇ ਬਾਬਾ ਬੁੱਢਾ ਜੀ ਦੇ ਦੇਖਦਿਆਂ ਤੇ ਬਾਬਾ ਬੁੱਢਾ ਜੀ ਨੇ ਫਿਰ ਉੱਥੇ ਸਰੀਰ ਛੱਡਿਆ। ਜਦੋਂ ਬਾਬਾ ਬੁੱਢਾ ਜੀ ਨੇ ਸਰੀਰ ਛੱਡਿਆ ਨਾ, ਦਰਸ਼ਨ ਕਰਦੇ ਕਰਦੇ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਣੀ। ਐ ਜਿਹੜੀ ਰੂਹ ਸੀ ਪ੍ਰਮਾਤਮਾ ਦੇ ਵਿੱਚ, ਜਿਵੇਂ ਪਾਣੀ 'ਚ ਪਾਣੀ ਮਿਲ ਜਾਂਦਾ ਹੈ, ਇਦਾਂ ਜਿਹੜੀ ਉਹ ਲੈ ਹੋ ਗਈ। ਤੇ ਉਸ ਤੋਂ ਬਾਅਦ ਛੇਵੇਂ ਪਾਤਸ਼ਾਹ ਮਹਾਰਾਜ ਨੇ ਬਾਬਾ ਬੁੱਢਾ ਜੀ ਦੇ ਸਰੀਰ ਨੂੰ ਸੰਭਾਲਿਆ ਤੇ ਇੱਥੋਂ ਤੱਕਰ ਵੀ ਕਾਨੀ ਵੀ ਆਪ ਲੱਗੇ ਛੇਵੇਂ ਪਾਤਸ਼ਾਹ। ਅੱਖਾਂ 'ਚੋਂ ਜਲ ਛਲਕਿਆ ਮਹਾਰਾਜ ਦੇ ਉਸ ਵੇਲੇ। ਇਹ ਗੱਲ ਯਾਦ ਰੱਖਿਓ, ਜਦੋਂ ਗੁਰੂ ਪਾਤਸ਼ਾਹ ਮਹਾਰਾਜ ਦੇ ਕਿਤੇ ਬਿੰਦੀ ਪੁੱਤਰਾਂ ਦੀ ਗੱਲ ਆਈ ਨਾ, ਭਾਵੇਂ ਸਾਹਿਬਜ਼ਾਦੇ ਸਾਹਮਣੇ ਟੁਕੜੇ ਟੁਕੜੇ ਹੋ ਗਏ, ਅੱਖਾਂ 'ਚੋਂ ਜਲ ਨਹੀਂ ਆਇਆ, ਅੱਖਾਂ 'ਚ ਜਲ ਨਹੀਂ ਆਇਆ। ਜਦ ਗੁਰੂ ਪਾਤਸ਼ਾਹ ਮਹਾਰਾਜ ਦੀ ਜਿਹੜੀ ਬਿੰਦੀ ਅੰਸ਼ ਹੁੰਦੀ ਹੈ, ਜਦ ਉਹਨਾਂ ਦੇ ਸਾਹਮਣੇ ਟੁਕੜੇ ਹੋਏ, ਨੀਹਾਂ 'ਚ ਚਿਣੇ ਗਏ, ਹੋਰ ਵੀ ਬੜਾ ਕੁਝ ਹੋਇਆ, ਇਤਿਹਾਸ ਪੜ੍ਹ ਲਓ। ਤੇ ਜਦੋਂ ਨਾਦੀ ਪੁੱਤਰ ਆਪਾਂ ਗੁਰੂ ਸਾਹਿਬ ਦੇ ਨਾਦੀ ਪੁੱਤਰ, ਆਪਣੇ ਬਿੰਦੀ ਪੁੱਤਰਾਂ ਤੋਂ ਨਾਦੀ ਪੁੱਤਰ ਇੰਨੇ ਪਿਆਰੇ ਨੇ ਨਾ, ਇੰਨੇ ਪਿਆਰੇ ਨੇ। ਮਹਾਰਾਜ ਕਹਿੰਦੇ ਇਨ ਪੁੱਤਰਨ ਕੇ ਸੀਸ ਪੈ, ਨਾਦੀ ਪੁੱਤਰ ਹੈ ਮੇਰਾ ਖਾਲਸਾ। ਵਾਰ ਦੀਏ ਸਤਚਾਰ, ਚਾਰ ਮੂਏ ਤੋਂ ਕਿਆ ਭਇਆ ਜੀਵਤ ਕਈ। ਆ ਨਾਦੀ ਪੁੱਤਰ ਹੈ ਮੇਰਾ ਖਾਲਸਾ। ਆ ਮੇਰੇ ਜਦੋਂ ਕਿਤੇ ਨਾਦੀ ਪੁੱਤਰ ਨੂੰ ਕਿਤੇ ਇਹੋ ਜਿਹੀ ਗੱਲ ਵਰਤੀ ਨਾ, ਭਾਵੇਂ ਉਹ ਮਹਾਂ ਸਿੰਘ ਕਿਉਂ ਨਾ ਹੋਵੇ, ਮਹਾਰਾਜ ਦੇ ਅੱਖਾਂ 'ਚੋਂ ਜਲ ਆ ਗਿਆ। 10ਵੇਂ ਪਾਤਸ਼ਾਹ ਮਹਾਰਾਜ ਦੇ ਜਿੱਥੇ ਕਿਤੇ ਨਾਦੀ ਪੁੱਤਰ ਦੀ ਗੱਲ ਆਈ, ਅੱਜ ਬਾਬਾ ਬੁੱਢਾ ਜੀ ਦੀ ਗੱਲ ਆਈ। ਤੇ ਬਾਬਾ ਬੁੱਢਾ ਜੀ ਨੂੰ ਜਦੋਂ ਛੇਵੇਂ ਪਾਤਸ਼ਾਹ ਨੇ ਦਿੱਤਾ ਨਾ ਮੋਢਾ, ਉਸ ਵੇਲੇ ਮਹਾਰਾਜ ਦੇ ਨੈਣ ਛਲਕੇ, ਜਲ ਛਲਕੇ। ਕਹਿੰਦੇ ਅੱਜ ਇੱਕ ਸਿੱਖ ਕੌਮ ਦਾ ਥੰਮ ਹਿੱਲ ਗਿਆ। ਇਹ ਇਦਾਂ ਦੇ ਮਹਾਰਾਜ ਬਚਨ ਕਰਦੇ ਆ, ਵਿਰਾਗ ਦੇ ਬਚਨ ਕਰਦੇ ਸਤਿਗੁਰੂ ਪਾਤਸ਼ਾਹ ਮਹਾਰਾਜ। ਆਪ ਜਾ ਕੇ ਸਾਰਾ ਅੱਗੇ ਜਾ ਕੇ ਉਹਨਾਂ ਦਾ ਜਿਹੜਾ ਸੰਸਕਾਰ ਸੀ ਗੁਰਮਤਿ ਅਨੁਸਾਰ, ਆਪ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਨੇ ਸਾਰਾ ਕੁਝ ਕੀਤਾ। ਇਹ ਤਾਂ ਪਿਆਰ ਦੀਆਂ ਗੱਲਾਂ ਨੇ। ਐਸੀ ਜੇ ਸਿੱਖ ਦੀ ਇਹੋ ਜਿਹੀ ਪ੍ਰੀਤੀ ਹੈ, ਜਿਹੜਾ ਉਹਦਾ ਧਿਆਨ ਧਰਦਾ ਹੈ। ਇਹ ਹੈ ਜਿਹੜਾ ਆਪਾਂ ਜੀ ਦੇ ਬਚਨ ਜਿਹੜੇ ਕੀਤੇ ਨੇ, ਇਹ ਸਾਰੇ ਜਿਹੜੇ ਭਗਤ ਲੋਚਨ ਦੇ ਬਚਨ ਨੇ ਗੁਰਬਾਣੀ ਦੇ ਵਿੱਚ, ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਵਿੱਚ, ਇਹ ਜਿਹੜੇ ਸਾਰੇ ਸਾਨੂੰ ਜੀਵਨ ਅਤੇ ਸਾਡਾ ਜਿਹੜਾ ਅੰਤ ਸਮਾਂ ਉਹ ਆਉਣਾ ਸਭ ਦਾ, ਉਹਨੂੰ ਸਿਖਾਉਂਦੇ ਨੇ। ਉਹਦੀ ਤਿਆਰੀ ਕਰਨੀ ਹੈ, ਉਹਦੇ ਨਾਲ ਜੁੜਿਆ ਰਹਿਣਾ ਹੈ, ਹਰ ਵੇਲੇ ਜਿਹੜਾ ਆਪਣਾ ਧਿਆਨ ਜੋੜ ਕੇ ਰੱਖਣਾ ਹੈ। ਹਰ ਵੇਲੇ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ, ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ, ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ, ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ
ਹਰ ਨਾਲ ਲਈ, ਭਾਵ ਕਿ ਇਹਦਾ ਜੀਵਨ ਹੀ ਸਫਲਾ ਕਰਤਾ। ਸੁੱਤੇ ਪਏ ਨੂੰ ਵੀ ਜਗਾ ਲਿਆ, ਧਿਆਨ ਵੀ ਦੱਸਤਾ ਤੂੰ ਕਿੱਥੇ ਲਾ ਕੇ ਰੱਖਣਾ ਹੈ। ਅਕਾਲ ਮੂਰਤ ਦੇ ਨਾਲ ਧਿਆਨ ਜੋੜਨਾ ਹੈ। ਇਹ ਅਕਾਲ ਦਾ ਪੁਜਾਰੀ ਹੈ। ਆ ਸਾਡੇ ਤਾਂ ਪਿੱਛੇ ਜੇ ਪੁਜਾਰੀ ਪੁਜਾਰੀ ਪੁਜਾਰੀ, ਹਾਂ ਹੈਗੇ ਆ ਪੁਜਾਰੀ ਆ, ਅਕਾਲ ਪੁਰਖ ਦੇ ਪੁਜਾਰੀ ਰਹਾਂਗੇ, ਉਹਦੇ ਬਣ ਕੇ ਰਹਾਂਗੇ, ਉਹਦੇ ਪੁਜਾਰੀ ਰਹਾਂਗੇ। ਹਰ ਕਾ ਸੇਵਕ ਸਦਾ ਪੁਜਾਰੀ। ਅਸੀਂ ਤਾਂ ਸਦਾ ਹੀ ਪੁਜਾਰੀ ਆ, ਪਰ ਪੂਜਦੇ ਕਿਹਨੂੰ ਆ? ਪੂਜੋ ਖਾਲਸਾ ਜੀ ਤੁਸੀਂ ਜਾਗਦੀ ਜੋਤ। ਆ ਬੜਾ ਕੁਛ ਹੋਇਆ। ਆ ਕੁਦਰਤ ਨੂੰ ਰੱਬ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸਾਡੇ। ਆ ਜੀ ਕੁਦਰਤੀ ਰੱਬ ਹੈ, ਇਹ ਤਾਂ ਉਹੀ ਗੁਰਮਤਿ ਤੋਂ ਉਲਟ ਹੈ। ਕੁਦਰਤ ਰੱਬ ਕਿਵੇਂ ਹੈ? ਕੁਦਰਤ ਉਹਦੀ ਸਾਜੀ ਹੋਈ ਮਾਇਆ ਹੈ। ਦੂਈ ਕੁਦਰਤ ਸਾਜੀ ਹੈ, ਦੂਈ ਆਪ ਤੋਂ ਦੂਜਾ ਸਾਜ ਦੇਣਾ। ਇਹਦੇ ਨਾਲੋਂ ਤਾਂ ਟੁੱਟਣਾ ਹੈ। ਗੁਰਮਿਲ ਤਿਆਗਿਓ ਦੂਜਾ ਪਾਓ। ਇਹ ਦੂਜਾ ਤਾਂ ਕੱਟਣਾ ਅਸੀਂ, ਇੱਕ ਰੱਖਣਾ। ਇੱਕੋ ਕਹੀਆ ਨਾਨਕਾ ਦੂਜਾ। ਇਹ ਜਮਾ ਗੁਰਮਤਿ ਤੋਂ ਉਲਟ ਬਚਨ ਕੀਤੇ ਗਏ, ਉਲਟ ਪ੍ਰਚਾਰ ਕਰਾਇਆ ਗਿਆ। ਲੋਕਾਂ ਨੇ ਲੱਖਾਂ ਦੀ ਗਿਣਤੀ ਸੁਣ ਕੇ ਸਮਝਿਆ ਵੀ ਸਾਨੂੰ ਨਵਾਂ ਉਪਦੇਸ਼ ਮਿਲਿਆ, ਉਹ ਹੁਣ ਹਟ ਗਿਆ। ਪਤਾ ਨਹੀਂ ਰੱਬ ਬਦਲ ਗਿਆ। ਰੱਬ ਤਾਂ ਬਦਲਦਾ ਨਹੀਂ ਹੁੰਦਾ। ਜ਼ਮਾਨੇ ਬਦਲਦੇ ਆਏ ਨੇ, ਕਲਯੁਗ ਯੁੱਗ ਬਦਲਦੇ ਆਏ ਨੇ, ਰੱਬ ਨਹੀਂ ਬਦਲ। ਰੱਬ ਅੱਜ ਵੀ ਉਹੀ ਹੈ ਜਿਹੜਾ ਸਤਯੁਗ ਦੇ ਵਿੱਚ ਸੀ, ਅੱਜ ਵੀ ਉਹੀ। ਰੱਬ ਕਦੇ ਨਹੀਂ ਬਦਲੂਗਾ। ਉਹ ਜਿਉ ਜਾਏ ਤਾਂ ਹੀ ਤੇ ਕਿਹਾ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ। ਉਹਦੇ ਚ ਕਦੇ ਬਦਲਾਅ ਨਹੀਂ ਆਏਗਾ। ਇਹ ਜਿਹੜੇ ਸਾਡੇ ਜਿਹੜੇ ਪ੍ਰਚਾਰਕਾਂ ਨੂੰ ਖਰੀਦ ਕੇ ਲੋਕਾਂ ਨੂੰ ਖੂਹ ਚ ਸਿੱਟਿਆ ਗਿਆ, ਇਹ ਜਾਣ ਕੇ ਵੀ ਇਹਨਾਂ ਸਿੱਖਾਂ ਦੀ ਤਬਾਹੀ ਕੀਤੀ ਜਾਵੇ। ਇਹ ਜਿਹੜੇ ਇਕੱਠੇ ਹੋ ਕੇ ਅਕਾਲ ਦੇ ਪੁਜਾਰੀ, ਇਹਨਾਂ ਨੂੰ ਪੁਜਾਰੀ ਪੁਜਾਰੀ ਕਹਿ ਕੇ ਭੰਡਿਆ ਜਾਵੇ। ਬੜਾ ਕੁਛ ਕਰਾਇਆ ਗਿਆ। ਤੇ ਜਿਹੜੇ ਨਵੇਂ ਨੇ ਵਿਚਾਰੇ, ਉਹਨਾਂ ਨੂੰ ਪਤਾ ਨਹੀਂ। ਉਹ ਕਹਿੰਦੇ ਆ ਵੀ ਅਸੀਂ ਤਾਂ ਪਤਾ ਨਹੀਂ ਨਵੀਂ ਚੀਜ਼ ਹੀ ਸੁਣੀ ਆ, ਪਤਾ ਨਹੀਂ ਸਾਨੂੰ ਪਿੱਛੇ ਸੰਤਾਂ ਨੇ ਦੱਸੀ ਹੋਈ ਕੋਈ ਨਹੀਂ। ਦੱਸਣ ਨੂੰ ਸੰਤਾਂ ਨੇ ਤਾਂ ਉਹ ਦੱਸਿਆ ਅਜੇ ਤੱਕ ਜਿਹੜਾ ਕੁਛ ਸੰਤ ਮਹਾਰਾਜ ਜੀ ਰਾੜਾ ਸਾਹਿਬ ਦੇ ਅੱਜ ਵੀ ਬਚਨ ਉਵੇਂ ਨੇ। ਪੜੋ, ਸਾਰੇ ਬਾਣੀ ਨਾਲ ਮਿਲਣਗੇ। ਇੱਕ ਬਚਨ ਤੇ ਵੀ ਕੋਈ ਉਂਗਲ ਕਰਕੇ ਦਿਖਾਵੇ। ਮਸਤੂਆਣਾ ਸਾਹਿਬ ਵਾਲੇ ਸੰਤ ਬਾਬਾ ਆਨੰਦ ਸਿੰਘ ਜੀ ਨਾਨਕਸਰ ਵਾਲੇ ਤੇ ਇੱਥੇ ਅੱਜ ਕੁਛ ਹੋਰ ਬੋਲਦੇ ਆ, ਕੱਲ ਕੁਛ ਹੋਰ ਬੋਲਦੇ ਸੀ, ਪਹਿਲਾਂ ਕਦੇ ਸਾਨੂੰ ਪਤਾ ਨਹੀਂ ਸੀ। ਇਹੋ ਜਿਹੀਆਂ ਗੱਲਾਂ ਵੀ ਇਸ ਕਰਕੇ ਜਿਹੜਾ ਸਿੱਖ ਦਾ ਜਿਹੜਾ ਸੱਚ ਪੁਰਾਣਾ ਨਾ ਥੀਆ ਨਾਮ ਨਾ ਮੈਲਾ ਹੋਏ, ਇਹ ਉਪਦੇਸ਼ ਕਦੇ ਪੁਰਾਣਾ ਨਹੀਂ ਹੁੰਦਾ। ਇਹ ਹਰ ਵੇਲੇ ਤਾਜ਼ਾ ਰਹਿੰਦਾ। ਰਹਿੰਦੀ ਦੁਨੀਆ ਤੱਕ ਭਲਾ ਕਰਦੇ ਰਹਿਣਗੇ। ਸਤਿਗੁਰੂ ਪਾਤਸ਼ਾਹ ਦੀ ਬਾਣੀ ਦਾ ਇੱਕ ਅੱਖਰ ਵੀ ਨਹੀਂ ਬਦਲਣਾ। ਇਸੇ ਗੁਰੂ ਪਾਤਸ਼ਾਹ ਨੇ ਸਾਡੇ ਬਜ਼ੁਰਗਾਂ ਨੂੰ ਉਤਾਰਿਆ। ਸਾਡੇ ਦਾਦੇ ਪੜਦਾਦਿਆਂ ਦੀ ਅਰਦਾਸ ਕਿੱਥੇ ਹੋਈ? ਇੱਥੇ। ਮਹਾਰਾਜ ਜੇ ਕੋਈ ਫਿਰ ਵੀ ਸਾਥੇ ਕੋਲੋਂ ਭੁੱਲ ਰਹਿ ਗਈ ਹੋਵੇ, ਬਖਸ਼ ਲੈਣਾ। ਦਾਦੇ ਦੀ ਅਰਦਾਸ ਕਿੱਥੇ ਹੋਈ? ਇਸੇ ਗੁਰੂ ਅੱਗੇ। ਪਿਓ ਦੀ ਅਰਦਾਸ ਕਿੱਥੇ ਹੋਈ? ਇਸੇ ਗੁਰੂ ਅੱਗੇ। ਸਾਡੀ ਕਿੱਥੇ ਹੋਣੀ ਹੈ? ਇਸੇ ਅੱਗੇ। ਇਹ ਤੋਂ ਦੂਰ ਕਿਉਂ ਜਾਈਏ? ਇਹਨੇ ਤਾਂ ਸਾਨੂੰ ਬਖਸ਼ਣਾ ਹੈ। ਸਾਰੇ ਗੁਨਾਹ ਸਾਡੇ ਬਖਸ਼ਣੇ ਕਿਹਨੇ ਹੈ? ਬਖਸ਼ਣਹਾਰ ਨੇ। ਲੇਖੇ ਕਤੇ ਨਾ ਛੁੱਟੀ ਹੈ ਖਿਨ ਖਿਨ ਭੁੱਲਣਹਾਰ। ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਤੈਂ ਪਾਰ ਉਤਾਰ ਕਰਨਾ ਸਤਿਗੁਰੂ ਜੀ। ਚੰਗੇ ਮੰਦੇ ਤੇਰੇ ਬੰਦੇ, ਬੁਰੇ ਭਲੇ ਹਮ ਥਾਰੇ। ਜਿਉ ਜੇ ਹਾਂ ਜਿਉ ਜੇ ਹਾਂ, ਚੰਗੇ ਆ ਮਾੜੇ ਆ, ਪਰ ਹਾਂ ਤਾਂ ਤੇਰੇ ਨਾ। ਤੇਰੇ ਆਪਦਿਆਂ ਦੀ ਲਾਜ ਰੱਖਦਾ, ਆਪਦਿਆਂ ਦੀ ਲਾਜ ਰੱਖਦਾ। ਤੋ ਇਸ ਕਰਕੇ ਆਓ ਸਮਾਂ ਇਜਾਜ਼ਤ ਨਹੀਂ ਦਿੰਦਾ। ਸਾਰਿਆਂ ਨੇ ਆਪਾਂ ਬਹੁਤ ਕਿਸੇ ਪਿਆਰ ਦੇ ਵਿੱਚ, ਭਾਵੇਂ ਇੱਕ ਗੁਪਤ ਆਪਾਂ ਜਿਹੜਾ ਹੈ ਇਹ ਸਮਾਗਮ ਕੀਤਾ। ਇਹਦੀ ਪਬਲਿਸਿਟੀ ਨਹੀਂ ਹੋਈ ਬਿਲਕੁਲ ਜਮਾ। ਅਸੀਂ ਕਿਸੇ ਸੰਗਤ ਨੂੰ ਵੀ ਜ਼ੋਰ ਪਾ ਕੇ ਨਹੀਂ ਕਿਹਾ। ਵੈਸੇ ਸੁਨੇਹਾ ਜ਼ਰੂਰ ਲਾਇਆ ਸੀ ਵੀ ਇਹ ਦਿਹਾੜਾ ਇੱਕ ਤਾਂ ਆਪਾਂ ਗੁਰੂ ਨਾਨਕ ਪਾਤਸ਼ਾਹ ਦਾ, ਇੱਕ ਬਾਬਾ ਜੀ ਵੀ ਇਹ ਦਿਨਾਂ ਵਿੱਚ ਜਿਹੜੇ ਸੀ ਘਰ-ਬਾਰ ਤਿਆਗ ਕੇ ਸਾਰੀਆਂ ਜ਼ਿੰਮੇਵਾਰੀਆਂ 82 ਵਿੱਚ 1982 ਵਿੱਚ ਤੇ ਉਦੋਂ ਤੋਂ ਲਾ ਕੇ ਮਹਾਂਪੁਰਖਾਂ ਨੇ ਜਿਹੜਾ ਵੀ ਇੱਥੇ ਸਥਾਨ ਬਣਿਆ, ਸੰਗਰੂਰ ਬਣਿਆ, ਸਕੂਲ ਬਣਿਆ, ਅੱਗੇ ਆਪਣੇ ਰਾਜਸਥਾਨ ਦੇ ਵਿੱਚ ਸਥਾਨ ਬਣਿਆ ਤੇ ਥਾਂ ਥਾਂ ਤੇ ਜਾ ਕੇ ਮਹਾਂਪੁਰਖਾਂ ਨੇ ਸਾਨੂੰ ਇੱਕ ਵੀ ਕਦੇ ਕਿਸੇ ਨੂੰ ਗਲਤ ਬਚਨ ਨਹੀਂ ਕਿਹਾ, ਮਾੜੀ ਮੱਤ ਨਹੀਂ ਦਿੱਤੀ। ਗੁਰਮਤ ਦਾ ਦ੍ਰਿੜ ਕਰਾਈ ਹੈ ਜਿੰਨੀ ਵੀ ਕਰਾਈ ਹੈ। ਤੇ ਉਹ ਮਹਾਂਪੁਰਖਾਂ ਨੇ ਇਹਨਾਂ ਦਿਨਾਂ ਵਿੱਚ ਜਿਹੜਾ ਅਸੀਂ ਘਰ-ਬਾਰ ਨੂੰ ਛੱਡ ਕੇ, ਨੌਕਰੀ ਛੱਡ ਕੇ ਤੇ ਛਪਰੀ ਵਿੱਚ ਬੈਠ ਕੇ ਆਪਣੇ ਸੰਗਰੂਰ ਇੱਟਾਂ ਤੇ ਇਸ਼ਨਾਨ ਕਰਦੇ ਰਹੇ ਨੇ। ਬਾਥਰੂਮ ਵੀ ਕੋਈ ਨਹੀਂ ਸੀ। ਸਾਰੀਆਂ ਸਹੂਲਤਾਂ ਛੱਡ ਕੇ ਤੇ ਸੰਤ ਮਹਾਰਾਜ ਜੀ ਰਾੜਾ ਸਾਹਿਬ ਵਾਲੇ ਜਿਹੜੇ ਗੁਰੂ ਨਾਨਕ ਦਾ ਹੀ ਰੂਪ ਸਨ, ਉਹ ਮਹਾਂਪੁਰਖਾਂ ਦੇ ਕੋਲੋਂ ਉਪਦੇਸ਼ ਮਿਲਿਆ ਸੀ, ਉਪਦੇਸ਼ ਦਿੱਤਾ ਸੀ ਉਹਨਾਂ ਨੇ। ਉਹ ਉਪਦੇਸ਼ ਨੂੰ ਕਮਾਉਣ ਵਾਸਤੇ, ਕਿਉਂਕਿ ਬੰਦਗੀ ਕਰਨੀ ਪੈਂਦੀ ਹੈ, ਗੁਰੂਆਂ ਨੇ ਵੀ ਬੰਦਗੀਆਂ ਕੀਤੀਆਂ। ਨੌਵੇਂ ਪਾਤਸ਼ਾਹ ਮਹਾਰਾਜ ਨੇ ਕਿੰਨਾ ਭਜਨ ਕੀਤਾ ਉੱਥੇ, 26 ਸਾਲ 9 ਮਹੀਨੇ 13 ਦਿਨ।
ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਜਿਹੜਾ ਵਾਹਿਗੁਰੂ ਮੰਤਰ ਹੈ ਨਾ, 36 ਯੁੱਗ ਮਹਾਰਾਜ ਨੇ 36 ਯੁੱਗ ਬੰਦਗੀ ਕਰਕੇ ਇੱਕ ਵਾਹਿਗੁਰੂ ਦਾ ਨਾਮ ਤਿਆਰ ਕੀਤਾ ਹੈ, ਜਿਹੜਾ ਸਾਰੀ ਦੁਨੀਆ ਨੂੰ ਉਤਾਰੂਗਾ। ਇੰਨੀ ਪਾਵਰ ਭਰੀ ਆ ਉਹਦੇ ਵਿੱਚ, ਇੰਨੀ ਬੰਦਗੀ ਹੋਈ ਹੈ ਇਹਦੇ ਪਿੱਛੇ। ਅਸੀਂ ਕਹਿੰਦੇ ਆ ਵਾਹਿਗੁਰੂ ਜਪ ਲਓ, ਥੋੜੇ ਜਿਹੇ ਨਾਲ ਹੀ ਤਰ ਜਾਗੇ। ਕਿਉਂ ਤਰ ਜਾਗੇ? ਕਿਉਂਕਿ ਇਹਦੇ ਵਿੱਚ ਪਾਵਰ ਵਾਲੀ ਭਰੀ ਹੋਈ ਹੈ ਗੁਰੂ ਨਾਨਕ ਪਾਤਸ਼ਾਹ ਨੇ। ਉਹ ਨਾਮ ਲੈ ਕੇ ਆਏ ਮਹਾਰਾਜ, ਕਲਯੁੱਗ ਦੇ ਕਿੱਡੇ ਕਿੱਡੇ ਗੁਨਾਹਾਂ ਨੂੰ ਇਹ ਜਿਹੜੇ ਬਖਸ਼ੇ ਜਾਣਗੇ, ਐਡੇ ਐਡੇ ਪਾਪੀ ਕਿਵੇਂ ਤਰਨਗੇ, ਉਹ ਨਾਮ ਦੇ ਨਾਲ ਤਰਨਗੇ, ਜਿਹੜੇ ਗੁਰੂ ਨਾਨਕ ਨਾਮ ਲੈ ਕੇ ਆਏ। ਉਹ ਸਾਨੂੰ ਦਿੱਤਾ ਹੈ ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਕੋਈ, ਆਪ ਗਵਾਏ ਆਪ ਹੈ ਗੁਣ ਗੁਣੀ ਪਰੋਈ। ਉਹ ਮਹਾਰਾਜ ਜਾਪ ਸਾਨੂੰ ਦਿੱਤਾ ਹੈ, ਵਾਹਿਗੁਰੂ ਵਾਹਿਗੁਰੂ ਜਪਿਆ ਕਰੋ। ਜਾਪ ਤਾਂ ਹੋਰ ਵੀ ਬਥੇਰੇ ਆ ਰੱਬ ਦੇ ਨਾਂ ਤਾਂ, ਪਰ ਜਿਹੜਾ ਗੁਰੂ ਨਾਨਕ ਵਾਲਾ ਜਾਪ ਹੈ ਇਹਨੇ ਭਲਾ ਕਰਨਾ ਹੈ। ਇਹਦਾ ਜ਼ਿਆਦੇ ਲਾਭ ਹੈ ਕਿ ਇਹਦੀ ਬੰਦਗੀ ਬਹੁਤ ਜ਼ਿਆਦੇ ਮਹਾਰਾਜ ਨੇ 36 ਯੁੱਗ ਜਪਿਆ ਹੈ, 36 ਯੁੱਗ। ਇਸ ਕਰਕੇ ਇਹਨੂੰ ਜਪਿਆ ਕਰੋ। ਇਹੀ 5 ਪਿਆਰੇ ਗੁਰਮੰਤਰ ਦਿੰਦੇ ਨੇ। ਇਹ ਸਾਡਾ ਗੁਰਮੰਤਰ ਹੈ, ਗੁਰੂ ਦਾ ਦਿੱਤਾ ਹੋਇਆ। ਗੁਰ ਕੀ ਮੂਰਤ ਮਨ ਮੈਂ ਧਿਆਨ, ਮਨ ਦੇ ਵਿੱਚ ਧਿਆਨ ਧਰ ਕੇ। ਤੋ ਇਸ ਕਰਕੇ ਇਹਨੂੰ ਗੁਰੂ ਦੀ ਮੂਰਤ ਅਕਾਲ ਮੂਰਤ ਹੈ, ਸਾਧ ਸੰਤਨ ਕੀ ਠਾਹਰਨ ਨੀਕੀ ਧਿਆਨ। ਤੇ ਇਹਨੂੰ ਜਾਪ ਇਹਦਾ ਜਿਹੜਾ ਕਰਨਾ ਹੈ, ਇਹਦਾ ਸਿਮਰਨ ਕਰਿਆ ਕਰੋ। ਸਾਰਿਆਂ ਦੁੱਖਾਂ ਨੂੰ, ਜਿਵੇਂ ਆਰੀ ਲੱਕੜ ਨੂੰ ਵੱਢਦੀ ਹੈ ਨਾ, ਐ ਦੁੱਖਾਂ ਨੂੰ ਵੱਢਦਾ ਹੈ ਜਿਹੜਾ ਸਿਮਰਨ। ਸੁਖੀ ਦੁਖੀ ਨਰ ਜਗਤ ਮੈਂ, ਧਰਮ ਕਰੇ ਜੇ ਕੋਏ, ਸੁਖੀ ਕਰੇ ਤਾਂ ਸੁਖ ਵਧੇ, ਦੁਖੀ ਕਰੇ ਦੁੱਖ ਖੋਏ। ਕੋਈ ਦੁਖੀ ਬੰਦਾ ਜਾਪ ਕਰਨ ਲੱਗ ਜੇ ਨਾ, ਉਹਦੇ ਦੁੱਖ ਕੱਟੇ ਜਾਣਗੇ, ਕੱਟਦੇ 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 ਕੱਟੇ ਜਾਣਗੇ, ਛੱਡਦਾ ਨਹੀਂ। ਇਹ ਗੁਰ ਕਾ ਸ਼ਬਦ ਕਾਟੇ ਕੋਟ ਕਰਮ, ਕਰੋੜਾਂ ਕਰਮਾਂ ਨੂੰ ਕੱਟਦਾ। ਕਰਮ ਕੱਟੇ ਨਹੀਂ ਜਾਂਦੇ, ਉਹਦੇ ਭੋਗਣੇ ਪੈਂਦੇ ਨੇ, ਪਰ ਗੁਰੂ ਦਾ ਸ਼ਬਦ ਕਰਮਾਂ ਨੂੰ ਕੱਟਦਾ, ਕੱਟ ਦਿੰਦਾ। ਉਹ ਆਉਣ ਹੀ ਨਹੀਂ ਦਿੰਦਾ ਉਹ ਜਿਹੜਾ ਬੋਝ ਹੁੰਦਾ ਕਰਮਾਂ ਦਾ। ਤੇ ਨਹੀਂ ਤਾਂ ਬਾਣੀ ਕਹਿੰਦੀ ਹੈ, ਕਬੀਰ ਝੰਖ ਨਾ ਝੰਖੀਐ, ਤੁਮਰੋ ਕਿਹੋ ਨਾ ਹੋਏ, ਕਰਮ ਕਰੀਮ ਜੋ ਕਰ ਰਹੇ ਮੇਟ ਨਾ ਸਕੈ ਕੋਈ। ਕੋਈ ਮੇਟ ਨਹੀਂ ਸਕਦਾ ਆਪਦੇ ਕਰਮਾਂ ਨੂੰ। ਇੱਕ ਗੁਰੂ ਦਾ ਸ਼ਬਦ ਹੈ ਜਿਹੜਾ ਕਰਮਾਂ ਨੂੰ ਮੇਟ ਦਿੰਦਾ ਤੇ ਕੱਟ ਦਿੰਦਾ, ਖਤਮ ਕਰ ਦਿੰਦਾ। ਇਹ ਗੁਰੂ ਦੇ ਜਾਪ ਵਿੱਚ ਕੌਣ ਕੋ ਕਲੰਕ ਰਹਿਓ ਰਾਮ ਨਾਮ ਲੇਤ ਹੀ, ਕੋਈ ਕਲੰਕ ਨਹੀਂ ਛੱਡਦਾ। ਇਹ ਜੀ ਤਾਂ ਸੋਭਾ ਸਾਰੀ ਬਾਣੀ ਵਿੱਚ ਨਾਮ ਦੀ ਸੋਭਾ ਹੀ ਹੈ। ਤੇ ਸਾਰੇ ਸਾਧੂ ਸੰਤ ਭਗਤ ਜਿੰਨੇ ਬਾਣੀ ਸਭ ਨਾਮ ਦੀ ਸੋਭਾ ਹੀ ਕਰਦੇ ਰਹੇ ਨੇ। ਵੀ ਇਹ ਜਿਹੜਾ ਨਾਮ ਹੈ ਨਾ, ਜਿਹੜਾ ਬਸ ਇਹਨੂੰ ਹਿਰਦੇ 'ਚ ਵਸਾ ਲਓ। ਇਸੇ ਨੇ ਵਾਹਿਗੁਰੂ ਨਾਮ ਜਹਾਜ਼ ਹੈ, ਇਹ ਜਹਾਜ਼ ਹੈ, ਇਹਨੇ ਤੈਨੂੰ ਪਾਰ ਤਾਰ ਦੇਣਾ। ਇਹਨੂੰ ਐਵੇਂ ਨਾ ਸਮਝੀ ਵੀ ਬੜਾ ਕੁਝ ਜਿਹਾ ਕਹੀ ਜਾਂਦੇ ਆ, ਇਹਨੂੰ ਪੱਲੇ ਬੰਨ। ਇਸ ਨੂੰ ਇਧਰੋਂ ਸੁਣ ਕੇ ਇੱਧਰ ਕੱਢਣ ਵਾਲਾ ਨਹੀਂ ਹੈ। ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੂਤਰੇ ਪਾਰ, ਜੋ ਸ਼ਰਧਾ ਕਰ ਸੇਮਦੇ, ਗੁਰ ਪਾਰ ਉਤਾਰਨ। ਆਓ ਸਮਾਂ ਇਜਾਜ਼ਤ ਨਹੀਂ ਜਾਂਦਾ। ਇੱਕ ਇਹ ਮਹਾਂਪੁਰਖਾਂ ਦਾ ਦਿਹਾੜਾ, ਉਹ ਵੀ ਆਪਾਂ ਸਾਰੀ ਸੰਗਤ ਨੇ ਉਹਨਾਂ ਦੀ ਚੜ੍ਹਦੀ ਕਲਾ ਲਈ ਜਿਹੜੀ ਅਰਦਾਸ ਕਰਨੀ ਹੈ। ਮਹਾਰਾਜ ਕਿਰਪਾ ਕਰਨ ਉਹਨਾਂ ਨੂੰ ਲੰਮੀਆਂ ਆਰਜੂ ਅਤੇ ਤੰਦਰੁਸਤੀ, ਅਸੀਂ ਉਹਨਾਂ ਦੇ ਕੋਲੋਂ ਇਦਾਂ ਹੀ ਦਰਸ਼ਨ ਦਿਦਾਰੇ ਅਤੇ ਪਿਆਰ ਮਾਣਦੇ ਰਹੀਏ। ਦੂਸਰਾ ਜਿਹੜਾ ਹੈਗਾ ਅਰਦਾਸ ਆਪਾਂ ਉਹ ਵੀ ਕਰਨੀ ਹੈ ਕਿ ਕੱਲ ਵੀ ਅਰਦਾਸ ਕੀਤੀ ਸੀ, ਥੋੜਾ ਜਿਹਾ ਉਹ ਇਦਾਂ ਕਹੇ ਕਿ ਵੀ ਕਿਸਾਨਾਂ ਵੱਲੋਂ, ਕਿਸਾਨਾਂ ਵੱਲੋਂ ਠੀਕ ਆ, ਉਹ ਗਏ ਨੇ, ਸਾਡੇ ਵੱਲੋਂ ਆ, ਸੰਗਤ ਵੱਲੋਂ। ਅਸੀਂ ਆਪਣੇ ਵੱਲੋਂ, ਅਸੀਂ ਆਪਣੇ ਸਤਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਜਿਹੜੇ ਸਾਡੇ ਭਰਾ ਜਿਹੜੇ, ਕਿਉਂਕਿ ਮਹਾਰਾਜ ਜਾਣਦੇ, ਗੁਰੂ ਸਾਹਿਬ ਆਪ ਇਹੋ ਜਿਹੇ ਰਾਜਿਆਂ ਕੋਲੇ ਉਦੋਂ ਗਏ, ਜਾ ਕੇ ਉਹਨਾਂ ਦੀ ਹਵਾ ਕੱਢੀ। ਕਹਿਣ ਜਿਹੜਾ ਸੀਗਾ ਕਾਰੂ ਸਾਰੀ ਦੁਨੀਆ ਦੀ ਮਾਇਆ ਇਕੱਠੀ ਕਰੀ ਬੈਠਾ ਸੀਗਾ, ਕਿਸੇ ਕੋਲੇ ਪੰਜੀ ਨਹੀਂ ਸੀ। ਦੁਨੀਆ ਜਿਹੜਾ ਬੁਰਾ ਹਾਲ ਸੀ ਦੁਨੀਆ ਦਾ, ਕੋਈ ਪੈਸੇ ਬਿਨਾਂ ਕਿਹੜਾ ਕੰਮ ਹੁੰਦਾ ਹੈਗਾ। ਪੈਸੇ ਸਾਰੇ ਖੋਹ ਲਏ, ਖਾਲੀ ਕਰਤੇ ਸੀ ਲੋਕ ਕਾਰੂ ਬਾਦਸ਼ਾਹ ਨੇ। ਗੁਰੂ ਨਾਨਕ ਪਾਤਸ਼ਾਹ ਨੇ ਜਾ ਕੇ ਫਿਰ ਉਹਦੇ ਕੋਲੇ ਜਾ ਕੇ ਫਿਰ ਉਹਦਾ ਪਰਦਾ ਚੱਕਿਆ ਸੀਗਾ। ਫਿਰ ਉਹੀ ਕਾਰੂ ਸੀ ਜਿਹੜਾ ਕਹਿੰਦਾ ਸੀਗਾ, ਜਦੋਂ ਮੈਂ ਮਰਿਆ ਨਾ ਤੇ ਮੇਰੇ ਹੱਥ ਨਾ ਖੱਫਣ ਚੋਂ ਬਾਹਰ ਰੱਖਿਓ। ਕਹਿੰਦੇ ਕਿਉਂ? ਕਹਿੰਦੇ ਅਜੇ ਲੋਕਾਂ ਨੂੰ ਬਹੁਤ ਭੁਲੇਖਾ ਵੀ ਕਾਰੂ ਪਤਾ ਨਹੀਂ ਕੀ ਖੱਟ ਗਿਆ, ਆ ਮੈਂ ਖਾਲੀ ਹੱਥ ਜਾਣਾ। ਉਹ ਲੋਕੋ ਮੇਰੇ ਕੋਲੇ ਕੁਛ ਨਹੀਂ, ਮੈਂ ਪਾਪਾਂ ਦੀਆਂ ਗਠੜੀਆਂ ਤਾਂ ਬੰਨ ਲਈਆਂ ਸਿਰ ਤੇ, ਗੁਣਾ ਗਵਾਈ ਗਠੜੀ ਔਗਣ ਚੱਲੀ ਬੰਨ। ਇਹ ਤਾਂ ਬੰਨ ਲਈਆਂ, ਪਰ ਮੈਂ ਮੇਰੇ ਹੱਥ ਖੱਫਣ ਚੋਂ ਬਾਹਰ ਰੱਖ ਦਿਓ ਤਾਂ ਕਿ ਪਤਾ ਲੱਗ ਜੇ ਵੀ ਇੰਨੀ ਮਾਇਆ ਵਾਲਾ ਕਾਰੂ ਵੀ ਖਾਲੀ ਹੱਥ ਚੱਲਿਆ। ਓਏ ਨੰਗੇ ਪੈਰ ਨੇ, ਨਾਂਗੇ ਪਾਉਂ ਤੇ ਗਏ ਜਿਨ ਕੇ ਲੱਖ ਕਰੋੜ। ਕਬੀਰ ਕੌਡੀ ਕੌਡੀ ਜੋਰ ਕੈ ਜੋਰੈ ਲਾਖ ਕਰੋੜ। ਚਲਤੀ ਵਾਰ ਨਾ ਕਛ ਮਿਲਿਓ ਲਈ ਲਗੋਟੀ ਤੋੜ।
ਜਿਹੜਾ ਕਿਤੇ ਧੋਤੀ ਦੇ ਲੜ ਬੰਨਿਆ ਹੁੰਦਾ ਸੀ ਨਾ ਰੁਪਈਆ, ਉਹ ਵੀ ਖੋਲ ਲੈਂਦੇ ਨੇ, ਕਦੇ ਬੰਨੀ ਤਾਂ ਨਹੀਂ ਫਿਰਦਾ ਕਿਤੇ ਧੋਤੀ ਨਾਲ। ਧੋਤੀ ਨਾਲ ਵੀ ਜਿਹੜਾ ਰੁਪਈਆ ਬੰਨਿਆ ਹੁੰਦਾ ਉਹ ਵੀ ਲਾਲ ਖੋਲ ਲੈਂਦੇ ਨੇ, ਵੀ ਖੋਲੋ ਐ ਵਿੱਚ ਮੱਚ ਜੂਗਾ, ਦਾ ਕੀ ਫਾਇਦਾ। ਆ ਦੇਖਿਆ ਨਹੀਂ ਕੱਪੜੇ ਪਾਉਣੇ ਆ ਕਿੱਡੇ ਕਿੱਡੇ ਪਿਆਰ ਦੇ ਵਿੱਚ ਸੀ, ਮਹਿੰਗੇ ਕੱਪੜੇ ਵੀ ਜਾ ਕੇ ਪਾ ਦਿੰਦੇ ਆ, ਫਿਰ ਦੇਖ ਕੇ ਜੇ ਕਹਿੰਦੇ ਚਲੋ ਆ ਤਾਂ ਲਾ ਲਓ, ਇੱਕ ਅੱਧਾ ਰੱਖ ਲਓ ਬਸ। ਉਹ ਕੋਈ ਜਿਹੜਾ ਹੁੰਦਾ ਉਹ ਵੀ ਬਸ ਮਚਾਉਣ ਵਾਲਾ ਹੀ ਹੁੰਦਾ, ਇਹ ਰੱਖ ਲਓ ਬਸ ਕੱਲਾ, ਆ ਲਾ ਲਓ ਬਾਕੀ। ਤੇ ਨੰਗੇ ਪੈਰੀ ਜਾਂਦੇ ਦੇਖੇ ਨੇ ਉਹ ਇੱਥੇ ਲੱਖਾਂ ਤੇ ਕਰੋੜਾਂ ਵਾਲੇ, ਨੰਗੇ ਪੈਰੀ ਜਾਂਦੇ ਦੇਖੇ ਨੇ, ਕੁਛ ਨਹੀਂ ਹੁੰਦਾ। ਕਹਿੰਦੇ ਹੁੰਦੇ ਆ ਖੱਫਣ ਜਿਹਦਾ ਜੇਬ ਵੀ ਨਹੀਂ ਹੁੰਦੀ। ਜਦੋਂ ਖੱਫਣ ਸਮਾਉਣੇ ਆ ਨਾ, ਆ ਤੁਸੀਂ ਊਂ ਕੁੜਤੇ ਪਜਾਮੇ ਸਮਾ ਕੇ ਦੇਖਿਓ, ਤਿੰਨ ਤਿੰਨ ਜੇਬਾਂ ਲਾ ਦੂਗਾ, ਇੱਥੇ ਮੋਬਾਈਲ ਪਾ ਲੂਗਾ, ਇੱਥੇ ਪੈਨ ਟੰਗ ਲੂਗਾ, ਇੱਥੇ ਆਹ ਕਰ ਦੂਗਾ, ਇੱਧਰ ਅੰਦਰਲੀ ਜੇਬ ਲਾ ਦੇ ਇੱਕ, ਕਿਤੇ ਜ਼ਿਆਦਾ ਮਾਇਆ ਹੁੰਦੀ ਹੈ ਕੋਈ ਕੱਟ ਹੀ ਨਾ ਲਵੇ। ਕਿੰਨੀਆਂ ਜੇਬਾਂ ਲਾਉਂਦਾ ਦਰਜੀ, ਤੇ ਕਦੇ ਖੱਫਣ ਦੇ ਜੇਬ ਦੇਖੀ ਹੈ ਕਿਸੇ ਨੇ? ਕਹਦੇ ਖੱਫਣ ਸਿਆਉਣਾ ਹੈ ਤੇ ਉਹਦੇ ਜੇਬ ਨਹੀਂ ਲਾਉਂਦਾ ਹੁੰਦਾ, ਪਤਾ ਵੀ ਨਹੀਂ ਇੱਥੇ ਹੀ ਛੱਡ ਜਾਣਾ ਸਭ ਕੁਛ। ਇਸੇ ਕਰਕੇ ਖਾਲੀ ਹੱਥ ਜਾਣਾ। ਤੇ ਉਹਨਾਂ ਭਰਾਵਾਂ ਦੇ ਲਈ ਅਸੀਂ ਆਪਾਂ ਸਾਰੀ ਸੰਗਤ ਜਿੰਨੇ ਗੁਰੂ ਦਰਬਾਰ ਵਿੱਚ ਤੁਸੀਂ ਬੈਠੇ ਹੋ, ਇਹ ਵੀ ਅਰਦਾਸ ਕਰਨੀ ਹੈ। ਮਹਾਰਾਜ ਸਾਡੀ ਅਰਦਾਸ ਹੈ ਕਿ ਉਹਨਾਂ ਨੂੰ ਸਫਲਤਾ ਬਖਸ਼ਿਓ ਮਹਾਰਾਜ, ਕਾਰਜ ਰਾਸ ਕਰਿਓ। ਇਹ ਇੱਕ ਦੋ ਦੀ ਅਰਦਾਸ ਨਹੀਂ ਹੈ, ਇਹ ਤੇਰੇ ਸਾਰੇ ਪੰਜਾਬ ਦੀ, ਸਾਰੇ ਦੇਸ਼ ਦੀ, ਜਿਨ੍ਹਾਂ ਦੀ ਖਾਤਰ ਤੁਸੀਂ ਸਿਰ ਵਾਰ ਗਏ, ਇਹ ਉਹਨਾਂ ਵਾਰਸ਼ਾਂ ਦੀ ਅਰਦਾਸ ਹੈ। ਅੱਜ ਫਿਰ ਜ਼ਾਲਮ ਸਰਕਾਰ ਜਿਹੜੀ ਗਲ ਚ ਗੂਠਾ ਦਿੰਦੀ ਹੈ ਸਾਰਿਆਂ ਦੇ, ਇਹ ਮਹਾਰਾਜ ਕਿਰਪਾ ਕਰੋ, ਪਾਵਰ ਬਖਸ਼ੋ ਆਪਣੇ ਪਿਆਰਿਆਂ ਨੂੰ, ਸਮਤ ਬਖਸ਼ੋ ਉਹਨਾਂ ਨੂੰ ਵੀ, ਕਿਉਂਕਿ ਰਾਜੇ ਚੂੜੀ ਨਿਆਮ ਕੀ, ਜਿਹੜਾ ਰਾਜਾ ਹੁੰਦਾ ਹੈ ਉਹਨੂੰ ਜਿਹੜਾ ਨਿਆਂ ਕਰੇ ਨਾ ਉਹਦੇ ਤੇ ਖੁਸ਼ੀ ਹੁੰਦੀ ਹੈ। ਜਿਹੜਾ ਨਿਆਂ ਨਹੀਂ ਕਰਦਾ ਉਹਦੇ ਕੋਲੋਂ ਮਾਰ ਕੇ ਥੱਪੜ ਰਾਜ ਵੀ ਖੋਹ ਲੈਂਦਾ। ਕਿਤੇ ਇਹ ਨਾ ਆਖੇ ਮਈ ਸਭ ਕੁਛ ਹੈ, ਇੱਥੇ ਥੰਮਾਂ ਚੋਂ ਪਾੜ ਪਾੜ ਕੇ ਵੱਡੇ ਵੱਡੇ ਰਾਜੇ ਪਾੜ ਤੇ ਨੋਹਾਂ ਨਾਲ ਹੀ, ਉੱਤੇ ਵੀ ਪਾਵਰ ਬੈਠੀ ਹੈ ਕੋਈ। ਇਹ ਨਹੀਂ ਵੀ ਇੱਥੇ ਰਾਜੇ ਬਣਾ ਕੇ ਛੱਡ ਦਿੱਤੇ, ਪਤਾ ਨਹੀਂ ਉਹ ਜੱਗ ਦਾ ਧਿਆਨ ਹੀ ਮਾਲੀ ਆ। ਉਹ ਮਾਲੀ ਦੇ ਬੂਟਿਆਂ ਨੂੰ ਕੋਈ ਨੁਕਸਾਨ ਕਰਦਾ ਨਾ, ਫਿਰ ਉਹ ਡਾਂਗ ਚੱਕਣ ਵੀ ਜਾਣਦਾ ਹੁੰਦਾ। ਜਿੱਥੇ ਉਹ ਖੁਸ਼ਬੂ ਵਾਸਤੇ ਫੁੱਲ ਤਿਆਰ ਕਰਦਾ ਹੈ, ਫਲ ਤਿਆਰ ਕਰਦਾ, ਉਹਦੇ ਕੋਲ ਡਾਂਗ ਵੀ ਹੁੰਦੀ ਹੈ, ਕੋਈ ਨੁਕਸਾਨ ਕਰਦਾ ਤਾਂ। ਇਹ ਜਗਤ ਬਾੜੀ ਮੇਰਾ ਪ੍ਰਭ ਮਾਲੀ, ਸਦਾ ਸੰਭਾਲੇ ਨਾਹੀ ਕੋ ਖਾਲੀ। ਇਹ ਬਾਣੀ ਦੇ ਬਚਨ। ਇਹ ਜਗਤ ਬਾੜੀ ਹੈ, ਬਾਗ ਆ ਉਹਦਾ, ਮੇਰਾ ਪ੍ਰਭ ਮਾਲੀ, ਇਹ ਪਾਲਦਾ ਹੈ, ਸਭ ਨੂੰ ਪਾਲਦਾ ਨਾ। ਮਾਂ ਦੇ ਪੇਟ 'ਚ ਕਿਹਨੂੰ ਨਹੀਂ ਪਾਲਿਆ? ਅੱਜ ਕਿਹਨੂੰ ਨਹੀਂ ਰੋਟੀ ਦਿੰਦਾ? ਕਿਹੜੇ ਜੀਵ ਜੰਤੂ ਨੂੰ ਭੁੱਖਾ ਰੱਖਦਾ? ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ, ਸਾਰਿਆਂ ਨੂੰ ਪਾਲਦਾ। ਮੇਰਾ ਇਹ ਜਗਤ ਬਾੜੀ ਮੇਰਾ ਪ੍ਰਭ ਮਾਲੀ, ਸਦਾ ਸੰਭਾਲੇ ਨਹੀਂ ਕੋ ਖਾਲੀ। ਉਹ ਨਿਗਾਹ ਰੱਖਦਾ, ਜੇ ਕੋਈ ਨੁਕਸਾਨ ਕਰਦਾ ਤਾਂ ਉਹਦੀਆਂ ਜੜਾਂ ਪੱਟ ਕੇ ਵੀ ਫਿਰ ਉਹ ਮਾਰਦਾ। ਬਥੇਰੇ ਪੱਟੇ ਨੇ ਕਿਤੇ ਕਦੇ, ਰਾਵਣ ਵਰਗਿਆਂ ਨੂੰ ਕੌਣ ਮਾਰ ਲੈਂਦਾ, ਜਿਨ੍ਹਾਂ ਨੇ ਕਾਲ ਪਾਵੇ ਨਾ ਬੰਨੇ ਸੀ। ਇਹ ਤਾਂ ਗੱਲ ਹੀ ਕੁਛ ਨਹੀਂ। ਹਰਨਾਕਸ਼ ਨੂੰ ਕੌਣ ਮਾਰ ਲੈਂਦਾ? ਕੋਈ ਦੁਨੀਆ ਸਾਰੀ ਇਕੱਠੀ ਹੋ ਕੇ ਨਹੀਂ ਮਾਰ ਸਕਦੀ ਸੀ, ਪਰ ਉਹਨੇ ਉਹ ਆਓ ਸਮਾਂ ਨਹੀਂ ਜਾਇਦਾ। ਪਰਮਾਤਮਾ ਨੇ ਹਰਨਾਕਸ਼ ਦੁਸ਼ਟ ਹਰ ਮਾਰਿਆ। ਆਓ ਸਾਡੇ ਜਿਹੜੇ ਵੀਰ ਨੇ, ਭਰਾ ਨੇ, ਉਹਨਾਂ ਦੀ ਜਿੱਤ ਹੋਵੇ, ਖੁਸ਼ੀਆਂ ਲੈ ਕੇ ਆਉਣ। ਸਤਿਗੁਰੂ ਮਹਾਰਾਜ ਆਪ ਜੀ ਨੇ ਕਿਰਪਾ ਕਰਨੀ। ਇਹ ਸਾਰੇ ਸੇਵਾਦਾਰ ਜਿੰਨੇ ਬੈਠੇ, ਭਾਂਡੇ ਮਾਂਜਣ ਵਾਲੇ, ਸਬਜ਼ੀਆਂ ਬਣਾਉਣ ਵਾਲੇ, ਇਹ ਤੇਰੇ ਘਰ ਦੇ ਗੋਲੇ ਨੇ, ਸੇਵਾਦਾਰ ਨੇ। ਇਹ ਸਾਰੇ ਸੇਵਾਦਾਰਾਂ ਵੱਲੋਂ ਆਪਾਂ ਅਰਦਾਸ ਕਰਨੀ ਹੈ, ਮਹਾਰਾਜ ਕਿਰਪਾ ਕਰਨਾ। ਆਓ ਭੁੱਲਾਂ ਚੁੱਕਾਂ ਦੀ ਮੁਆਫੀ, ਪਿਆਰ ਨਾਲ ਸਾਰੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਆਹ ਕਰ ਦੂ, ਇੱਧਰ ਅੰਦਰਲੀ ਜੇਬ ਲਾ ਦੇ ਇੱਕ, ਕਿਤੇ ਜ਼ਿਆਦਾ ਮਾਇਆ ਹੁੰਦੀ ਹੈ ਕੋਈ ਕੱਟ ਹੀ ਨਾ ਲਵੇ। ਕਿੰਨੀਆਂ ਜੇਬਾਂ ਲਾਉਂਦਾ ਦਰਜੀ, ਤੇ ਕਦੇ ਖੱਫਣ ਦੇ ਜੇਬ ਦੇਖੀ ਹੈ ਕਿਸੇ ਨੇ? ਕਹਦੇ ਖੱਫਣ ਸਿਆਉਣਾ ਹੈ ਤੇ ਉਹਦੇ ਜੇਬ ਨਹੀਂ ਲਾਉਂਦਾ ਹੁੰਦਾ, ਪਤਾ ਵੀ ਨਹੀਂ ਇੱਥੇ ਹੀ ਛੱਡ ਜਾਣਾ ਸਭ ਕੁਛ। ਇਸੇ ਕਰਕੇ ਖਾਲੀ ਹੱਥ ਜਾਣਾ। ਤੇ ਉਹਨਾਂ ਭਰਾਵਾਂ ਦੇ ਲਈ ਅਸੀਂ ਆਪਾਂ ਸਾਰੀ ਸੰਗਤ ਜਿੰਨੇ ਗੁਰੂ ਦਰਬਾਰ ਵਿੱਚ ਤੁਸੀਂ ਬੈਠੇ ਹੋ, ਇਹ ਵੀ ਅਰਦਾਸ ਕਰਨੀ ਹੈ। ਮਹਾਰਾਜ ਸਾਡੀ ਅਰਦਾਸ ਹੈ ਕਿ ਉਹਨਾਂ ਨੂੰ ਸਫਲਤਾ ਬਖਸ਼ਿਓ ਮਹਾਰਾਜ, ਕਾਰਜ ਰਾਸ ਕਰਿਓ। ਇਹ ਇੱਕ ਦੋ ਦੀ ਅਰਦਾਸ ਨਹੀਂ ਹੈ, ਇਹ ਤੇਰੇ ਸਾਰੇ ਪੰਜਾਬ ਦੀ, ਸਾਰੇ ਦੇਸ਼ ਦੀ, ਜਿਨ੍ਹਾਂ ਦੀ ਖਾਤਰ ਤੁਸੀਂ ਸਿਰ ਵਾਰ ਗਏ, ਇਹ ਉਹਨਾਂ ਵਾਰਸ਼ਾਂ ਦੀ ਅਰਦਾਸ ਹੈ। ਅੱਜ ਫਿਰ ਜ਼ਾਲਮ ਸਰਕਾਰ ਜਿਹੜੀ ਗਲ ਚ ਗੂਠਾ ਦਿੰਦੀ ਹੈ ਸਾਰਿਆਂ ਦੇ, ਇਹ ਮਹਾਰਾਜ ਕਿਰਪਾ ਕਰੋ, ਪਾਵਰ ਬਖਸ਼ੋ ਆਪਣੇ ਪਿਆਰਿਆਂ ਨੂੰ, ਸਮਤ ਬਖਸ਼ੋ ਉਹਨਾਂ ਨੂੰ ਵੀ, ਕਿਉਂਕਿ ਰਾਜੇ ਚੂੜੀ ਨਿਆਮ ਕੀ, ਜਿਹੜਾ ਰਾਜਾ ਹੁੰਦਾ ਹੈ ਉਹਨੂੰ ਜਿਹੜਾ ਨਿਆਂ ਕਰੇ ਨਾ ਉਹਦੇ ਤੇ ਖੁਸ਼ੀ ਹੁੰਦੀ ਹੈ। ਜਿਹੜਾ ਨਿਆਂ ਨਹੀਂ ਕਰਦਾ ਉਹਦੇ ਕੋਲੋਂ ਮਾਰ ਕੇ ਥੱਪੜ ਰਾਜ ਵੀ ਖੋਹ ਲੈਂਦਾ। ਕਿਤੇ ਇਹ ਨਾ ਆਖੇ ਮਈ ਸਭ ਕੁਛ ਹੈ, ਇੱਥੇ ਥੰਮਾਂ ਚੋਂ ਪਾੜ ਪਾੜ ਕੇ ਵੱਡੇ ਵੱਡੇ ਰਾਜੇ ਪਾੜ ਤੇ ਨੋਹਾਂ ਨਾਲ ਹੀ, ਉੱਤੇ ਵੀ ਪਾਵਰ ਬੈਠੀ ਹੈ ਕੋਈ। ਇਹ ਨਹੀਂ ਵੀ ਇੱਥੇ ਰਾਜੇ ਬਣਾ ਕੇ ਛੱਡ ਦਿੱਤੇ, ਪਤਾ ਨਹੀਂ ਉਹ ਜੱਗ ਦਾ ਧਿਆਨ ਹੀ ਮਾਲੀ ਆ। ਉਹ ਮਾਲੀ ਦੇ ਬੂਟਿਆਂ ਨੂੰ ਕੋਈ ਨੁਕਸਾਨ ਕਰਦਾ ਨਾ, ਫਿਰ ਉਹ ਡਾਂਗ ਚੱਕਣ ਵੀ ਜਾਣਦਾ ਹੁੰਦਾ।
ਜਿੱਥੇ ਉਹ ਖੁਸ਼ਬੂ ਵਾਸਤੇ ਫੁੱਲ ਤਿਆਰ ਕਰਦਾ ਹੈ, ਫਲ ਤਿਆਰ ਕਰਦਾ, ਉਹਦੇ ਕੋਲ ਡਾਂਗ ਵੀ ਹੁੰਦੀ ਹੈ, ਕੋਈ ਨੁਕਸਾਨ ਕਰਦਾ ਤਾਂ ਇਹ ਜਗਤ ਬਾੜੀ ਮੇਰਾ ਪ੍ਰਭ ਮਾਲੀ ਸਦਾ ਸੰਭਾਲੇ ਨਾਹੀ ਕੋ ਖਾਲੀ। ਇਹ ਬਾਣੀ ਦੇ ਬਚਨ ਨੇ। ਇਹ ਜਗਤ ਬਾੜੀ ਹੈ, ਬਾਗ ਆ ਉਹਦਾ, ਮੇਰਾ ਪ੍ਰਭ ਮਾਲੀ ਇਹ ਪਾਲਦਾ ਹੈ, ਸਭ ਨੂੰ ਪਾਲਦਾ ਨਾ। ਮਾਂ ਦੇ ਪੇਟ 'ਚ ਕਿਹਨੂੰ ਨਹੀਂ ਪਾਲਿਆ? ਅੱਜ ਕਿਹਨੂੰ ਨਹੀਂ ਰੋਟੀ ਦਿੰਦਾ? ਕਿਹੜੇ ਜੀਵ ਜੰਤੂ ਨੂੰ ਭੁੱਖਾ ਰੱਖਦਾ? ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ, ਸਾਰਿਆਂ ਨੂੰ ਪਾਲਦਾ। ਮੇਰਾ ਇਹ ਜਗਤ ਬਾੜੀ ਮੇਰਾ ਪ੍ਰਭ ਮਾਲੀ ਸਦਾ ਸੰਭਾਲੇ ਨਹੀਂ ਕੋ ਖਾਲੀ। ਉਹ ਨਿਗਾਹ ਰੱਖਦਾ, ਜੇ ਕੋਈ ਨੁਕਸਾਨ ਕਰਦਾ ਤਾਂ ਉਹਦੀਆਂ ਜੜਾਂ ਪੱਟ ਕੇ ਵੀ ਫਿਰ ਉਹ ਮਾਰਦਾ। ਬਥੇਰੇ ਪੱਟੇ ਨੇ ਕਿਤੇ ਕਦੇ ਰਾਵਣ ਵਰਗਿਆਂ ਨੂੰ ਕੌਣ ਮਾਰ ਲੈਂਦਾ, ਜਿਨ੍ਹਾਂ ਨੇ ਕਾਲ ਪਾਵੇ ਨਾ ਬੰਨੇ ਸੀ। ਇਹ ਤਾਂ ਗੱਲ ਹੀ ਕੁਛ ਨਹੀਂ। ਹਰਨਾਕਸ਼ ਨੂੰ ਕੌਣ ਮਾਰ ਲੈਂਦਾ? ਮਾਰ ਲੈਂਦਾ ਕੋਈ ਦੁਨੀਆ ਸਾਰੀ ਇਕੱਠੀ ਹੋ ਕੇ ਨਹੀਂ ਮਾਰ ਸਕਦੀ ਸੀ, ਪਰ ਉਹਨੇ ਉਹ ਆਓ ਸਮਾਂ ਨਹੀਂ ਜਾਇਦਾ। ਪਰਮਾਤਮਾ ਨੇ ਹਰਨਾਕਸ਼ ਦੁਸ਼ਟਾਰ ਮਾਰਿਆ। ਆਓ ਸਾਡੇ ਜਿਹੜੇ ਵੀਰ ਨੇ, ਭਰਾ ਨੇ, ਉਹਨਾਂ ਦੀ ਜਿੱਤ ਹੋਵੇ, ਖੁਸ਼ੀਆਂ ਲੈ ਕੇ ਆਉਣ। ਸਤਿਗੁਰੂ ਮਹਾਰਾਜ ਆਪ ਜੀ ਨੇ ਕਿਰਪਾ ਕਰਨੀ। ਇਹ ਸਾਰੇ ਸੇਵਾਦਾਰ ਜਿੰਨੇ ਬੈਠੇ, ਭਾਂਡੇ ਮਾਂਜਣ ਵਾਲੇ, ਸਬਜ਼ੀਆਂ ਬਣਾਉਣ ਵਾਲੇ, ਇਹ ਤੇਰੇ ਘਰ ਦੇ ਗੋਲੇ ਨੇ, ਸੇਵਾਦਾਰ ਨੇ। ਇਹ ਸਾਰੇ ਸੇਵਾਦਾਰਾਂ ਵੱਲੋਂ ਆਪਾਂ ਅਰਦਾਸ ਕਰਨੀ ਹੈ, ਮਹਾਰਾਜ ਕਿਰਪਾ ਕਰਨਾ। ਆਓ ਭੁੱਲਾਂ ਚੁੱਕਾਂ ਦੀ ਮੁਆਫੀ, ਪਿਆਰ ਨਾਲ ਸਾਰੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ